ਉਹਨਾਂ ਤੋਂ ਅੱਗੇ ਉਸ ਤੋਂ ਜਦ ਵੈਬੀਨਾਰ ਦੀ ਗੱਲ ਤੁਰੀ ਔਰ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਤਾਂ ਇਹ ਤੈਅ ਕੀਤਾ ਗਿਆ ਕਿ ਸਭ ਤੋਂ ਪਹਿਲਾਂ ਵੈਬੀਨਾਰ ਪੰਜਾਬੀ ਵਿਸ਼ੇ ਵਿੱਚ ਹੀ ਕਰਵਾਇਆ ਜਾਵੇ। ਪੰਜਾਬੀ ਤੋਂ ਸ਼ੁਰੂ ਕਰਨ ਦਾ ਕਾਰਨ ਸਾਡੇ ਮਨ ਵਿੱਚ ਮਾਂ ਬੋਲੀ ਦੇ ਪ੍ਰਤੀ ਸਾਡਾ ਸਤਿਕਾਰ ਦਰਸਾਉਂਦਾ ਹੈ। ਯੂਨਾਈਟਿਡ ਨੇਸ਼ਨਸ ਦੇ UNDP ਦੇ 5ਵੇਂ ਪੁਆਇੰਟ ਦੇ ਮੁਤਾਬਿਕ ਲੁਪਤ ਹੋ ਰਹੀਆਂ ਭਾਸ਼ਾਵਾਂ ਨੂੰ ਬਚਾਉਣ ਦੀ ਸਾਡੀ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਤੇ ਮਾਂ ਬੋਲੀ ਦੇ ਨਾਲ ਆਪਣਾ ਪਿਆਰ ਦੇ ਹੋਏ ਅਸੀਂ ਇਹ ਤੈਅ ਕੀਤਾ ਕਿ ਜਿਸ ਭਾਸ਼ਾ ਦੇ ਵਿੱਚ ਅਸੀਂ ਆਪਣਾ ਸਭ ਤੋਂ ਪਹਿਲਾਂ ਵਿਚਾਰ ਪ੍ਰਗਟ ਕੀਤਾ ਸੀ ਉਸੇ ਭਾਸ਼ਾ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਆਪਣੇ ਕਾਲਜ ਦਾ ਵੈਬੀਨਾਰ ਵੀ ਤਿਆਰ ਕਰਾਂਗੇ, ਪੇਸ਼ ਕਰਾਂਗੇ। ਔਰ ਇਸ ਥੋੜੀ ਸੋਚ ਦੇ ਪਿੱਛੇ ਸ਼ਖਸੀਅਤ ਦਾ ਪੂਰਾ ਆਸ਼ੀਰਵਾਦ ਸਾਡੇ ਨਾਲ ਹੈ। ਉਹ ਸਾਡੇ ਪ੍ਰਿੰਸੀਪਲ ਡਾਕਟਰ ਮਿਸਿਸ ਅਜੇ ਸਰੀਨ ਹਨ। ਇਸ ਦੀ ਪੂਰੀ ਵਿਵਸਥਾ, ਇਸ ਦਾ ਪੂਰਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਉਹ ਉਹਨਾਂ ਦੀ ਅਗਵਾਈ ਹੇਠ ਲਿਖਿਆ ਗਿਆ। ਮੈਂ ਬਹੁਤ ਹੀ ਮਾਣ ਸਤਿਕਾਰ ਨਾਲ ਆਪਣੀ ਪ੍ਰਿੰਸੀਪਲ ਡਾਕਟਰ ਮਿਸਿਸ ਪ੍ਰੋਫੈਸਰ ਅਜੇ ਸਰੀਨ ਨੂੰ ਸਦਾ ਦਿੰਦੀ ਹਾਂ। ਪ੍ਰੋਫੈਸਰ ਸਰੀਨ ਇੱਥੇ ਬਹੁਤ ਸਾਰੇ ਅੰਤਰਰਾਸ਼ਟਰੀ ਪੱਧਰ ਤੇ ਵੀ ਬਹੁਤ ਸਾਰੇ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਉੱਥੇ ਉਹਨਾਂ ਦਾ ਪੰਜਾਬੀ ਭਾਸ਼ਾ ਦੇ ਨਾਲ, ਮਾਂ ਬੋਲੀ ਦੇ ਨਾਲ ਖਾਸ ਲਗਾਵ ਹੈ ਔਰ ਉਸ ਕਾਰਨ ਉਹਨਾਂ ਨੂੰ ਅੰਤਰਰਾਸ਼ਟਰੀ ਅਤੇ ਸਾਹਿਤਕ ਅਕੈਡਮੀ ਕੈਨੇਡਾ ਵੱਲੋਂ ਤੇ ਸਾਹਿਤਕ ਅਕੈਡਮੀ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਵੀ ਉਹਨਾਂ ਨੂੰ ਨਵਾਜ਼ਿਆ ਗਿਆ ਹੈ। ਔਰ ਉਹਨਾਂ ਪ੍ਰੇਮ ਦਾ ਜਿਹੜਾ ਸਾਨੂੰ ਪਤਾ ਲੱਗਦਾ ਹੈ ਉਹ ਇਸ ਤੋਂ ਵੀ ਹੈ ਕਿ ਖਾਸ ਕਰਕੇ ਜਦੋਂ ਪੰਜਾਬੀ ਦੀ ਇੱਥੇ MA ਸ਼ੁਰੂ ਕੀਤੀ ਗਈ ਉਹ ਮੈਡਮ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ। ਮੈਂ ਕਾਲਜ ਦੀ ਪ੍ਰਿੰਸੀਪਲ ਪ੍ਰੋਫੈਸਰ ਅਜੇ ਸਰੀਨ ਜੀ ਨੂੰ ਬੁਲਾਉਂਦੀ ਹਾਂ ਤੇ ਉਹਨਾਂ ਨੂੰ ਕਹਿੰਦੀ ਕਿ ਸਾਨੂੰ ਇੱਕ ਵਾਰੀ ਫੇਰ ਆਸ਼ੀਰਵਾਦ ਦੇਣ ਤਾਂ ਕਿ ਅਸੀਂ ਆਪਣਾ ਇਹ ਵੈਬੀਨਾਰ ਸੀਰੀਜ਼ ਦਾ ਪ੍ਰੋਗਰਾਮ ਆਪਣੀ ਮਾਂ ਬੋਲੀ ਪੰਜਾਬੀ ਤੋਂ ਸ਼ੁਰੂ ਕਰ ਸਕੀਏ। ਪ੍ਰੋਫੈਸਰ ਡਾਕਟਰ ਅਜੇ ਸਰੀਨ। बहुत बहुत शुक्रिया डॉक्टर रमनीता सैनी शारदा। शुक्रिया इस प्रोग्राम ਨੂੰ ਇੱਕ ਬਹੁਤ ਵਧੀਆ ਆਗਾਜ਼ ਦੇਣ ਲਈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਨੇ ਮੈਂ ਉਹਨਾਂ ਸਾਰਿਆਂ ਦਾ ਬਹੁਤ ਸਵਾਗਤ ਕਰਦੀ ਹਾਂ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇੱਕ ਸੱਦਾ, ਇੱਕ ਪ੍ਰੋਗਰਾਮ ਜਿਹੜਾ ਅਸੀਂ ਉਲੀਕਿਆ, ਸਾਡੇ ਇੱਕ ਸੱਦੇ ਦੇ ਉੱਤੇ ਤੁਸੀਂ ਸਾਡੇ ਨਾਲ ਸਾਂਝੇਦਾਰੀ ਪਾ ਕੇ ਇਸ ਗੱਲ ਦੇ ਉੱਤੇ ਸਾਡਾ ਯਕੀਨ ਪੱਕਾ ਕੀਤਾ ਹੈ ਕਿ ਹੰਸਰਾਜ ਮਹਿਲਾ ਮਹਾਵਿਦਿਆਲਯ ਨੇ ਜਦੋਂ ਕਿਸੇ ਵੀ ਚੀਜ਼ ਨੂੰ, ਨਵੀਂ ਚੀਜ਼ ਨੂੰ ਸ਼ੁਰੂਆਤ ਕੀਤੀ ਹੈ, ਨਵੀਂ ਚੀਜ਼ ਨੂੰ ਉਲੇਖਣ ਦਾ ਹੌਸਲਾ ਰੱਖਿਆ ਹੈ ਤੇ ਸਾਨੂੰ ਨਾ ਕੇਵਲ ਪੂਰੇ ਸਮਾਜ ਨੇ ਬਲਕਿ ਪੂਰੀ ਯੂਨੀਵਰਸਿਟੀ ਨੇ, ਪੂਰੀ ਦੀ ਪੂਰੀ ਸਿੱਖਿਆ ਪ੍ਰਣਾਲੀ ਨੇ ਬਹੁਤ ਜ਼ਿਆਦਾ ਸ਼ਾਬਾਸ਼ੀ ਦਿੱਤੀ ਹੈ, ਸਾਡੇ ਮੋਢੇ ਦੇ ਉੱਤੇ ਹੱਥ ਰੱਖਿਆ ਹੈ ਔਰ ਇਹਦਾ ਪੂਰਾ ਦਾ ਪੂਰਾ ਸ਼੍ਰੇਅ ਜਿਹੜਾ ਹੈ ਉਹ ਹੰਸਰਾਜ ਮਹਿਲਾ ਮਹਾਵਿਦਿਆਲਯ ਦੀ ਫੈਕਲਟੀ ਨੂੰ, ਹੰਸਰਾਜ ਮਹਿਲਾ ਮਹਾਵਿਦਿਆਲਯ ਦੇ ਸਟੂਡੈਂਟਸ ਨੂੰ ਜਾਂਦਾ ਹੈ। ਅੱਜ ਦਾ ਇਹ ਜਿਹੜਾ ਪ੍ਰੋਗਰਾਮ ਜਿਹਦੀ ਕਿ ਬਹੁਤ ਅੱਛੀ ਭੂਮਿਕਾ ਡਾਕਟਰ ਰਮਨੀਤਾ ਸੈਣੀ ਸ਼ਾਰਦਾ ਜੋ ਕਿ ਇਸ ਵੈਬੀਨਾਰ ਸੀਰੀਜ਼ ਦੇ ਇੰਚਾਰਜ ਨੇ ਉਹਨਾਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਤੇ ਮੈਂ ਆਪਣੀ ਗੱਲ ਨੂੰ ਬਹੁਤ ਹੀ ਛੋਟਾ ਜਿਹਾ ਕਰਦੇ ਹੋਏ 2-3 ਗੱਲਾਂ ਦੇ ਉੱਤੇ ਹੀ ਸਿਰਫ ਗੱਲ ਕਰਾਂਗੀ। ਪਹਿਲੀ ਗੱਲ ਤੇ ਇਹ ਕਿ ਅੱਜ ਦਾ ਜਿਹੜਾ ਟੌਪਿਕ ਹੈ ਪੰਜਾਬੀ ਭਾਸ਼ਾ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਵਾਂ, ਮੈਨੂੰ ਲੱਗਦਾ ਹੈ ਕਿ ਇਹ ਟੌਪਿਕ ਜਿਹੜਾ ਹੈ ਸਾਡੇ ਸਾਰਿਆਂ ਦੇ ਦਿਲਾਂ ਦੇ ਬਹੁਤ ਕਰੀਬ ਹੈ ਕਿਉਂਕਿ ਅਸੀਂ ਇਹਦੇ ਜਿਹੜੇ ਇਫੈਕਟਸ ਨੇ, ਇਹਦੇ ਜਿਹੜੇ ਰੈਪਰਕਸ਼ਨਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਭੁਗਤ ਰਹੇ ਹਾਂ, ਚੰਗੀ ਤਰ੍ਹਾਂ ਅਸੀਂ ਇਹਨਾਂ ਨੂੰ ਵੇਖ ਰਹੇ ਹਾਂ। ਸਾਡਾ ਯੂਥ ਅੱਜ ਜ਼ਿਆਦਾ ਤੋਂ ਜ਼ਿਆਦਾ ਬਾਹਰ ਜਾਣਾ ਚਾਹ ਰਿਹਾ ਹੈ ਔਰ ਉਹਦਾ ਇੱਕੋ ਸਵਾਲ ਹੈ ਕਿ ਮੇਰੇ ਲਈ ਇੱਥੇ ਰਹਿ ਕੇ ਰੋਜ਼ਗਾਰ ਕੀ ਨੇ। ਸਾਡਾ ਯੂਥ ਜੇ ਅਸੀਂ ਉਹਨੂੰ ਰੋਕਣਾ ਚਾਹੁੰਦੇ ਹਾਂ ਬਾਹਰ ਜਾਣ ਤੋਂ ਤਾਂ ਸਾਨੂੰ ਆਪਣੇ ਦੇਸ਼ ਦੇ ਵਿੱਚ, ਆਪਣੀ ਸਟੇਟ ਦੇ ਵਿੱਚ, ਆਪਣੇ ਸੂਬੇ ਦੇ ਵਿੱਚ ਉਹਨਾਂ ਨੂੰ ਉਹ ਸਹੂਲਤਾਂ ਦੇਣੀਆਂ ਪੈਣਗੀਆਂ, ਉਹ ਰੋਜ਼ਗਾਰ ਦੇਣੇ ਪੈਣਗੇ ਤਾਂ ਕਿ ਅਸੀਂ ਆਪਣੀ ਮੈਨ ਪਾਵਰ ਨੂੰ, ਤਾਂ ਕਿ ਅਸੀਂ ਆਪਣੀ ਸ਼ਕਤੀ ਨੂੰ, ਯੁਵਾ ਸ਼ਕਤੀ ਨੂੰ ਅਸੀਂ ਆਪਣੇ ਕੋਲ ਰੱਖ ਸਕੀਏ।
ਅੱਜ ਦੇ ਇਸ ਮੌਕੇ ਦੇ ਉੱਤੇ ਇੱਕ ਗੱਲ ਜਿਹੜੇ ਮੇਰੇ ਦਿਮਾਗ ਔਰ ਦਿਲ ਦੇ ਵਿੱਚ ਬਹੁਤ ਅੱਛੀ ਛੂ ਜਾਂਦੀ ਹੈ, ਜਿਹੜੀ ਕਿ ਸਾਡੇ ਵੇਦਾਂ 'ਚ ਲਿਖੀ ਹੋਈ ਹੈ ਕਿ ਸਾਨੂੰ ਹਰ ਕੰਮ ਨੂੰ ਬਿਹਤਰ ਕਰਨ ਲਈ ਬੇਸਬਰੀ ਦਾ ਇਜ਼ਹਾਰ ਜ਼ਰੂਰ ਕਰਨਾ ਚਾਹੀਦਾ ਹੈ। ਦੇਖੋ, ਇੱਕ ਕੰਮ ਜਦੋਂ ਅਸੀਂ ਕਰਦੇ ਹਾਂ ਤੇ ਸਾਨੂੰ ਉਹਦੇ 'ਚ ਸੰਤੁਸ਼ਟੀ ਹੁੰਦੀ ਹੈ। ਸੰਤੁਸ਼ਟੀ ਇਸ ਗੱਲ ਦੀ ਹੁੰਦੀ ਹੈ ਕਿ ਯੈਸ, ਅਸੀਂ ਇਹ ਲਕਸ਼ ਲਿੱਤਾ ਸੀਗਾ, ਅਸੀਂ ਇਹ ਕੰਮ ਸ਼ੁਰੂ ਕਰਨ ਦਾ ਸਿਰਾ ਲਿੱਤਾ ਸੀਗਾ ਔਰ ਅਸੀਂ ਇਹਨੂੰ ਪੂਰਾ ਕਰ ਲਿਆ। ਲੇਕਿਨ ਉਸ ਕੰਮ ਨੂੰ ਹੋਰ ਬਿਹਤਰ ਕਰਨ ਦੀ ਜਿਹੜੀ ਬੇਸਬਰੀ ਹੈ, ਜਿਹੜੀ ਪੈਸ਼ਨ ਹੈ, ਉਹ ਸਾਡੇ ਮਨਾਂ ਦੇ ਵਿੱਚ ਜਦੋਂ ਹੋਏਗੀ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਕਿਸੇ ਵੀ ਕੰਮ ਨੂੰ ਬਹੁਤ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਕਰ ਸਕਾਂਗੇ। ਸੋ ਇਹੀ ਬੇਸਬਰੀ ਜਿਹੜੀ ਹੈ ਸਾਨੂੰ ਇੱਕ ਟੌਪ ਦੇ ਲੈਵਲ ਦੇ ਉੱਤੇ ਲੈ ਕੇ ਜਾਏਗੀ। ਔਰ ਮੈਂ ਆਪਣੇ ਦਰਸ਼ਕਾਂ ਦੇ ਨਾਲ, ਆਪਣੇ ਜਿਹੜੇ ਸੁਣਨ ਵਾਲੇ ਸਰੋਤੇ ਨੇ, ਉਹਨਾਂ ਦੇ ਨਾਲ ਇੱਕ ਗੱਲ ਦੀ ਸਾਂਝ ਜ਼ਰੂਰ ਕਰਾਂਗੀ ਕਿ ਅੱਜ ਦਾ ਜ਼ਮਾਨਾ, ਅੱਜ ਦਾ ਸਿਨੈਰੀਓ ਇਹੋ ਜਿਹਾ ਹੈ ਕਿ ਮੀਡੀਓਕਰਸ ਜਿਹੜੇ ਨੇ ਉਹਨਾਂ ਲਈ ਕੋਈ ਬਹੁਤੀ ਜ਼ਿਆਦਾ ਥਾਂ ਨਹੀਂ ਹੈ। ਹਰ ਆਦਮੀ ਹਰ ਚੀਜ਼ ਦੇ ਵਿੱਚ ਸਭ ਤੋਂ ਬੈਸਟ ਜਿਹੜਾ ਹੈ ਉਸੇ ਨੂੰ ਲੈਣਾ ਚਾਹੁੰਦਾ ਹੈ। ਹਰ ਚੀਜ਼ ਦੇ ਵਿੱਚ ਜਿਹਦੀ ਪਰਫੈਕਸ਼ਨ ਹੈ, ਜਿਹਦੀ ਉਹਦੇ ਵਿੱਚ ਕਾਬਲੀਅਤ ਹੈ। ਅਸੀਂ ਕਿਸੇ ਡਾਕਟਰ ਦੇ ਕੋਲ ਜਾਂਦੇ ਆ, ਗੋਨ ਆਰ ਦ ਡੇਜ਼ ਕਿ ਜਦੋਂ ਅਸੀਂ ਕਹਿੰਦੇ ਕਿ ਅਸੀਂ MBBS ਡਾਕਟਰ ਕੋਲ ਚਲ ਜਾਈਏ। ਅਸੀਂ ਕਹਿੰਦੇ ਆ ਕਿ ਸਾਨੂੰ ਹਰ ਚੀਜ਼ ਦਾ ਸਪੈਸ਼ਲਿਸਟ ਚਾਹੀਦਾ ਹੈ। ਇਸੇ ਤਰ੍ਹਾਂ ਸਾਨੂੰ ਆਪਣੀਆਂ ਨੌਕਰੀਆਂ ਦੇ ਵਿੱਚ ਵੀ ਉਹ ਸਪੈਸ਼ਲਿਸਟ ਪੈਦਾ ਕਰਨੇ ਪੈਣਗੇ ਤਾਂ ਕਿ ਉਹ ਇਸ ਪਾਰਟਿਕੂਲਰ ਕੰਮ ਨੂੰ ਅੰਜਾਮ ਦੇ ਸਕਣ। ਸੋ ਇਸ ਬੇਸਬਰੀ ਵਰਡ ਵੀ ਨਾ ਕਹੀਏ, ਅਸੀਂ ਇਹਨੂੰ ਪੈਸ਼ਨ ਦੀ ਗੱਲ ਕਹੀਏ ਕਿ ਉਹ ਪੈਸ਼ਨ ਹੋਏ ਸਾਡੇ ਵਿੱਚ ਕਿ ਜਿਹੜਾ ਵੀ ਫੀਲਡ ਅਸੀਂ ਇਖਤਿਆਰ ਕੀਤਾ ਹੈ ਅਸੀਂ ਉਹਦੇ ਵਿੱਚ ਬੈਸਟ ਆਫ ਦਾ ਬੈਸਟ ਜਿਹੜਾ ਆਪਣਾ ਦੇਣਾ ਹੈ, ਤਾਂ ਹੀ ਅਸੀਂ ਆਪਣੇ ਆਪਣੇ ਏਰੀਆਜ਼ ਦੇ ਵਿੱਚ ਜਿੱਥੇ ਵੀ ਅਸੀਂ ਕੰਮ ਕਰ ਰਹੇ ਹਾਂ, ਮੈਨੂੰ ਲੱਗਦਾ ਹੈ ਕਿ ਆਪਣਾ ਬੈਸਟ ਦੇ ਸਕਾਂਗੇ। ਜਦੋਂ ਆਪਾਂ ਰੋਜ਼ਗਾਰਾਂ ਦੀ ਗੱਲ ਕਰਦੇ ਹਾਂ ਤੇ ਅੱਜ ਸਾਡੇ ਕੋਲ ਬਹੁਤ ਵਧੀਆ ਰਿਸੋਰਸ ਪਰਸਨਸ, ਡਾਕਟਰ ਦਰਿਆ, ਡਾਕਟਰ ਪ੍ਰਵੀਨ ਕੁਮਾਰ, ਸ਼੍ਰੀ ਮੰਗਾ ਬਾਸੀ ਜੀ, ਮੈਨੂੰ ਲੱਗਦਾ ਹੈ ਕਿ ਇਸ ਤੋਂ ਵਧੀਆ ਗੁਲਦਸਤਾ ਅੱਜ ਸਾਡੇ ਲਈ ਹੋ ਨਹੀਂ ਸਕਦਾ ਸੀਗਾ ਕਿ ਜਿਹਦੇ ਵਿੱਚ ਸਾਡੇ ਕੋਲ ਐਜੂਕੇਸ਼ਨਿਸਟ ਵੀ ਨੇ, ਜਿਹਦੇ ਵਿੱਚ ਸਾਡੇ ਕੋਲ ਇੰਟਰਨੈਸ਼ਨਲ ਪ੍ਰਵਾਸੀ ਪੰਜਾਬੀ ਲੇਖਕ ਵੀ ਨੇ, ਜੋ ਕਿ ਸਾਡੀਆਂ ਸਾਰਿਆਂ ਦੀਆਂ ਭਾਵਨਾਵਾਂ ਨੂੰ ਸਾਰਿਆਂ ਦੇ ਨਾਲ ਸਾਂਝਾ ਕਰਨਗੇ ਕਿ ਕਿਸ ਤਰ੍ਹਾਂ ਅਸੀਂ ਹੋਰ ਰੋਜ਼ਗਾਰਾਂ ਦੇ ਅਵਸਰ ਪੈਦਾ ਕਰ ਸਕਦੇ ਹਾਂ। ਜੇ ਮੈਂ ਹੰਸਰਾਜ ਮਹਿਲਾ ਮਹਾਵਿਦਿਆਲਿਆ ਦੀ ਗੱਲ ਕਰਾਂ ਤੇ ਰਮਨੇਤਾ ਦੀ ਗੱਲ ਬਿਲਕੁਲ ਸਹੀ ਹੈ ਕਿ ਅਸੀਂ ਇੱਥੇ ਸਾਰੀਆਂ ਲੈਂਗੁਏਜਸ ਦੀ MA ਸ਼ੁਰੂ ਕੀਤੀ ਔਰ ਉਹਦੇ ਪਿੱਛੇ ਮੇਰਾ ਇੱਕੋ ਹੀ ਮਕਸਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਇਹੋ ਜਿਹੇ ਟ੍ਰਾਂਸਲੇਸ਼ਨ ਹੱਬ ਨੂੰ ਬਣਾ ਸਕੀਏ ਜਿੱਥੇ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਜਿਹੜਾ ਹੈ ਉਹ ਰੋਜ਼ਗਾਰ ਦੇ ਸਕੀਏ। ਜੇ ਅਸੀਂ ਜਰਨਲਿਜ਼ਮ ਦੀ ਗੱਲ ਕਰ ਰਹੇ ਹਾਂ ਤੇ ਜਲੰਧਰ ਹੱਬ ਹੈ ਨਿਊਜ਼ਪੇਪਰਸ ਦਾ, ਅਸੀਂ ਉੱਥੇ ਵੀ ਆਪਣੇ ਬੱਚੇ ਜਿਹੜੇ ਹੈ ਉਹ ਬੈਸਟ ਤੋਂ ਬੈਸਟ ਦੇਣਾ ਚਾਹਾਂਗੇ। ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਜਿਹੜੇ ਅਕੈਡਮੀਸ਼ੀਅਨਸ ਨੇ ਉਹ ਅੱਗੇ ਕੰਮ ਕਰਨ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡਾ ਜਿਹੜਾ ਯੁਵਾ ਸਮਾਜ ਹੈ, ਜਿਹੜਾ ਸਾਡਾ ਯੁਵਾ ਵਰਗ ਹੈ, ਉਹ ਕਿਤੇ ਬਾਹਰ ਜਾਏਗਾ ਜਾਂ ਉਹ ਬਾਹਰ ਜਾਣ ਦੇ ਬਾਰੇ ਸੋਚੇਗਾ। ਆਓ ਅਸੀਂ ਅੱਜ ਇਸ ਗੱਲ ਦਾ ਪ੍ਰਣ ਕਰੀਏ ਕਿ ਅਸੀਂ ਆਪਣੀ ਉਸ ਯੁਵਾ ਸ਼ਕਤੀ ਨੂੰ ਆਪਣੇ ਕੋਲ ਰੱਖਾਂਗੇ ਤਾਂ ਕਿ ਅਸੀਂ ਉਹਨਾਂ ਨੂੰ ਇੱਕ ਚੰਗਾ ਭਵਿੱਖ ਦੇ ਸਕੀਏ ਔਰ ਉਹਦੇ ਨਾਲ ਹੀ ਨਾਲ ਅਸੀਂ ਸਮਾਜ ਨੂੰ ਚੰਗੇ ਯੁਵਾ ਦੇ ਸਕੀਏ। ਸੋ ਡਾਕਟਰ ਰਮਨੇਤਾ, थैंक यू सो मच। और सब तो ज्यादा धन्यवाद पंजाबी विभाग, पोस्ट ग्रेजुएट पंजाबी विभाग दे मुखी मैडम नवरूप दा और उन्हां दी समुची टीम दा। जे मैं नाम लेने शुरू करांगी ते साडा बहुत वड्डा डिपार्टमेंट है, नाम लेने औखे हो जाणगे, लेकिन मैडम नवरूप और उन्हां दी पूरी टीम उत्तों तो लैके थल्ले तक हर बच्चे ने इहदे विच, हर टीचर ने, हर फैकल्टी मैंबर ने ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਔਰ ਮੇਰਾ ਫਰਜ਼ ਪੂਰਾ ਨਹੀਂ ਹੋਏਗਾ ਕਿ ਜੇ ਅੱਜ ਦੀ ਟੈਕਨੀਕਲ ਟੀਮ ਦਾ ਮੈਂ ਧੰਨਵਾਦ ਨਾ ਕਰਾਂ, ਜਿਨ੍ਹਾਂ ਦੇ ਸਦਕੇ ਅੱਜ ਅਸੀਂ ਦੇਸ਼ਾਂ ਵਿਦੇਸ਼ਾਂ ਤੋਂ ਆਪਣੇ ਸਰੋਤਿਆਂ ਦੇ ਨਾਲ, ਆਪਣੇ ਦਰਸ਼ਕਾਂ ਦੇ ਨਾਲ ਜੁੜੇ ਹੋਏ ਹਾਂ। ਸੋ ਹੰਸਰਾਜ ਮਹਿਲਾ ਮਹਾਵਿਦਿਆਲय ਵੱਲੋਂ, DAV ਕਾਲਜ ਮੈਨੇਜਿੰਗ ਕਮੇਟੀ ਵੱਲੋਂ और खास करके अपने डायरेक्टर हायर एजुकेशन श्री शिव रमन गौड़ जी दियां शुभ कामनावां मैं इस वैबिनार दी सीरीज दे इंचार्ज मैडम रमनेता, मैडम नवरूप नूं दिंदे होए मैं तुहाडा सारियां दा बहुत स्वागत करदी हां। डॉक्टर दरिया, डॉक्टर प्रवीण कुमार, श्री मंगा बासी जी,
ਤੁਸੀਂ ਹੰਸਰਾਜ ਮਹਿਲਾ ਮਹਾਵਿਦਿਆਲੇ ਦੇ ਇਸ ਸੱਦੇ ਨੂੰ ਮੰਨਿਆ ਔਰ ਅੱਜ ਸਾਡੇ ਨਾਲ ਤੁਸੀਂ ਜੁੜੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੰਸਰਾਜ ਮਹਿਲਾ ਮਹਾਵਿਦਿਆਲੇ ਦੇ ਪਰਿਵਾਰ ਦਾ ਹਿੱਸਾ ਬਣਨ ਲਈ। ਮੈਂ ਪਾਰਟਿਸਿਪੈਂਟਸ ਦੀ ਲਿਸਟ ਦੇ ਵਿੱਚ ਦੇਖ ਪਾ ਰਹੀ ਹਾਂ ਕਿ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਅੱਜ ਸਾਡੇ ਨਾਲ ਜੁੜੀਆਂ ਹੋਈਆਂ ਨੇ। ਹੰਸਰਾਜ ਮਹਿਲਾ ਮਹਾਵਿਦਿਆਲੇ ਤੇ ਸੱਦੇ ਤੇ ਇਸ ਵੈਬਿਨਾਰ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਆਸ ਰੱਖਦੀ ਹਾਂ ਕਿ ਇਹ ਪੂਰੇ ਦੇ ਪੂਰੇ ਮਹੀਨੇ ਦੀ ਜਿਹੜੀ ਵੈਬਿਨਾਰ ਸੀਰੀਜ਼ ਹੈ ਉਹ ਸਾਰੀ ਸੀਰੀਜ਼ ਦੇ ਵਿੱਚ ਤੁਸੀਂ ਇਸ ਤਰ੍ਹਾਂ ਹੀ ਵੱਧ ਚੜ ਕੇ ਸਾਡੇ ਨਾਲ ਜੁੜੋਗੇ, ਸਾਡਾ ਹੌਸਲਾ ਅਫਜ਼ਾਈ ਕਰੋਗੇ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਮੈਮ। ਮੈਡਮ ਜਦੋਂ ਗੱਲਬਾਤ ਕਰ ਰਹੇ ਸੀਗੇ ਉਸ ਤੋਂ ਪਹਿਲਾਂ ਵੀ ਜਦੋਂ ਮੈਂ ਸੋਚ ਰਹੀ ਸੀ ਕਿ ਮੇਰੇ ਦਿਮਾਗ ਵਿੱਚ ਸੁਰਜੀਤ ਪਾਤਰ ਜੀ ਦੀਆਂ ਉਹ 17 ਆਉਂਦੀਆਂ ਨੇ ਕਿ ਮੈਂ ਰਾਹਾਂ ਤੇ ਨਹੀਂ ਚੱਲਦਾ, ਮੈਂ ਚੱਲਦਾ ਹਾਂ ਤਾਂ ਰਾਹ ਬਣਦੇ। ਮੈਡਮ ਨੇ ਹਮੇਸ਼ਾ ਨਵੇਂ ਰਾਹਾਂ ਨੂੰ ਸਾਨੂੰ ਦਰਸਾਇਆ ਹੈ ਔਰ ਸਾਨੂੰ ਉਹਨਾਂ ਰਾਹਾਂ ਤੇ ਚੱਲਣ ਵਾਸਤੇ ਪ੍ਰੇਰਿਤ ਕੀਤਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਪ੍ਰੋਫੈਸਰ ਅਜੇ ਸਿੰਘ ਜੀ। ਅੱਜ ਦਾ ਜਿਹੜਾ ਸਾਡਾ ਵੈਬਿਨਾਰ ਹੈ ਉਹ ਅਸੀਂ ਕੋਲੈਬੋਰੇਸ਼ਨ ਦੇ ਵਿੱਚ ਕਰ ਰਹੇ ਹਾਂ ਹੰਸਰਾਜ ਮਹਿਲਾ ਮਹਾਵਿਦਿਆਲੇ ਜਲੰਧਰ ਦਾ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੰਜਾਬੀ ਲੇਖਕ ਮੰਚ ਵੈਂਕੂਵਰ ਇਹਨਾਂ ਦੇ ਸਹਿਯੋਗ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਵਾਂ। ਇਹਦੇ ਵਿੱਚ ਜਿਹੜੇ ਸਾਡੇ ਨਾਲ ਬਹੁਤ ਹੀ ਖਾਸ ਸ਼ਖਸੀਅਤਾਂ ਜਿਹੜੇ ਸ਼ਾਮਿਲ ਹੋਏ ਨੇ ਉਹ ਨੇ ਮੰਗਾ ਬਾਸੀ ਜੀ, ਕੈਨੇਡੀਅਨ ਪੰਜਾਬੀ ਲੇਖਕ, ਉਹ ਪ੍ਰਧਾਨ ਪੰਜਾਬੀ ਕਲਚਰਲ ਫਾਊਂਡੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਵੀ ਨੇ। ਡਾਕਟਰ ਦਰਿਆ ਜੀ ਮੁਖੀ ਪੰਜਾਬ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਨੇ ਤੇ ਡਾਕਟਰ ਪ੍ਰਵੀਨ ਕੁਮਾਰ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਇਹਨਾਂ ਸਾਰਿਆਂ ਨੂੰ ਸਾਡੇ ਵਿੱਚ ਲਿਆਉਣ ਦਾ ਜਿਹੜਾ ਸ਼੍ਰੇ ਹੈ ਉਹ ਜਾਂਦਾ ਹੈ ਸਾਡੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਨਵਰੂਪ ਕੌਰ ਜੀ ਨੂੰ। ਨਵਰੂਪ ਮੈਡਮ ਜਿਹੜੇ ਆਪਣੇ ਆਪ ਵਿੱਚ ਬਹੁਤ ਹੀ ਖੂਬਸੂਰਤ ਸ਼ਖਸੀਅਤ, ਬਹੁਤ ਹੀ ਅੱਛੀ ਲੇਖਿਕਾ, ਬਹੁਤ ਹੀ ਅੱਛੀ ਕਵਿਤਰੀ। ਮੈਨੂੰ ਬਹੁਤ ਮਾਣ ਹੈ ਇਹਨਾਂ ਤੇ ਕਿ ਮੈਂ ਇਹਨਾਂ ਦੀ ਕਵਿਤਾ ਮੈਂ ਵੀ ਟ੍ਰਾਂਸਲੇਟ ਕੀਤੀ ਤੇ ਸਾਡੀ ਉਹ ਕਵਿਤਾ ਜਿਹੜੀ ਹੈ ਉਹ ਇੱਕ ਬਹੁਤ ਹੀ ਅੱਛੇ ਜਰਨਲ ਦੇ ਵਿੱਚ ਵੀ ਆਈ ਹੈ ਜਿਹੜੀ ਕਿ ਕੇਅਰ ਲਿਸਟ ਵਿੱਚ ਹੈ। ਮੈਡਮ ਨਵਰੂਪ ਦੀ ਜੇ ਮੈਂ ਗੱਲ ਕਰਾਂ ਤੇ ਆਪਣੇ ਆਪ ਦੇ ਵਿੱਚ ਮੈਂ ਇਹਨਾਂ ਨੂੰ ਕਹਿੰਦੀ ਹਾਂ ਕਿ ਇੱਕ ਚਲਦੀ ਫਿਰਦੀ ਕਵਿਤਾ ਹੈ ਔਰ ਪੂਰੇ ਸਾਹਿਤ ਨੂੰ ਆਪਣੇ ਆਗੋਸ਼ 'ਚ ਲੈ ਕੇ, ਪੰਜਾਬੀ ਸਾਹਿਤ ਦੇ ਆਪਣੇ ਆਗੋਸ਼ ਵਿੱਚ ਲੈ ਕੇ ਇਹ ਸਾਡੇ ਕੋਲ ਹੈਗੇ ਨੇ ਆਪਣੇ ਹੰਸਰਾਜ ਮਹਿਲਾ ਮਹਾਵਿਦਿਆਲੇ ਦੇ ਵਿੱਚ। ਸਾਡੇ ਲਈ ਬਹੁਤ ਮਾਣ ਦੀ ਗੱਲ ਹੈ, ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬੀ ਵਿਭਾਗ ਦੀ ਅਗਵਾਈ ਇੱਕ ਇੰਨੀ ਖੂਬਸੂਰਤ, ਇੱਕ ਇੰਨੀ ਵਧੀਆ ਸ਼ਖਸੀਅਤ ਕਰ ਰਹੀ ਹੈ। ਅੱਜ ਦਾ ਅੱਗੇ ਦਾ ਸਾਰਾ ਪ੍ਰੋਗਰਾਮ ਮੈਂ ਮੈਡਮ ਨਵਰੂਪ ਦੇ ਹਵਾਲੇ ਕਰਦੀ ਹਾਂ। ਮੈਡਮ ਨਵਰੂਪ। ਨੀਤਾ, ਬਹੁਤ ਬਹੁਤ ਥੈਂਕਸ ਤੁਹਾਡਾ ਜੀ। ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਮੇਰੀ ਆਵਾਜ਼ ਕਲੀਅਰ ਆ ਰਹੀ ਹੋਵੇਗੀ ਭਾਟੀਆ ਸਰ। जी मैम ठीक है, बिल्कुल ठीक है वॉइस। ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਮੂਹ ਸ਼ਖਸੀਅਤਾਂ ਜੋ ਇਸ ਵੇਲੇ ਸਾਨੂੰ ਸੁਣ ਰਹੀਆਂ ਹਨ, ਜਿਨ੍ਹਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ, ਉਹਨਾਂ ਨੂੰ ਮੇਰੇ ਤਹਿ ਦਿਲੋਂ ਜੀ ਆਇਆਂ ਆਖਦੀ ਹਾਂ। ਕੁਦਰਤ ਜਿਹੜੀ ਹੈ ਉਹ ਆਪਣਾ ਚਰਖਾ ਚਲਾਈ ਜਾ ਰਹੀ ਹੈ ਅਤੇ ਹੋਣੀ ਆਪਣੀਆਂ ਕਦਮ ਪਾਉਂਦੀ ਹੈ। ਤਾਂ ਜਿਹੜਾ ਮਨੁੱਖ ਹੈ ਉਹ ਹਰ ਹਾਲ ਵਿੱਚ ਭਾਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਵੇ, ਉਹ ਸੁਨਹਿਰੀ ਤੰਦਾਂ ਉਣਨੀਆਂ ਚਾਹੁੰਦਾ ਹੈ ਤੇ ਇਹਨਾਂ ਸੁਨਹਿਰੀ ਤੰਦਾਂ ਨੂੰ ਉਣ ਸਕੇ, ਇਹਨਾਂ ਦੇ ਨਾਲ ਉਹ ਆਪਣਾ ਕੋਈ ਸੋਹਣਾ ਸੁਨਹਿਰੀ ਭਵਿੱਖ ਸਿਰਜ ਸਕੇ। ਇਹਦੇ ਲਈ ਜ਼ਰੂਰੀ ਹੈ ਕਿ ਕੋਈ ਸੰਵਾਦ ਸਿਰਜਿਆ ਜਾਵੇ। ਜਿਸ ਤਰ੍ਹਾਂ ਦੇ ਦੌਰ ਵਿੱਚੋਂ ਅੱਜ ਕੱਲ੍ਹ ਆਪਾਂ ਸਾਰੇ ਲੰਘ ਰਹੇ ਹਾਂ, ਮਹਾਮਾਰੀ ਦਾ ਦੌਰ ਔਰ ਜਿਹੜਾ COVID-19 ਇਸ ਵੇਲੇ ਸਾਡੇ ਸਾਰਿਆਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਛਾਇਆ ਹੋਇਆ ਹੈ। ਇਸ ਵਿੱਚੋਂ ਜ਼ਰੂਰੀ ਹੈ ਕਿ ਜੇ ਅਸੀਂ ਉੱਭਰਨਾ ਹੈ ਤਾਂ ਆਪਸ ਵਿੱਚ ਸੰਵਾਦ ਰਚਿਆ ਜਾਵੇ ਤੇ ਇਹ ਸੰਵਾਦ ਰਚਣ ਦੇ ਵਾਸਤੇ ਉਪਰਾਲੇ ਕਰਨ ਦੀ ਲੋੜ ਹੈ। ਇਸੇ ਉਪਰਾਲੇ ਦੇ ਤਹਿਤ ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਵੈਬਿਨਾਰ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਗਈ ਹੈ, ਜਿਸ ਦਾ ਸਭ ਤੋਂ ਪਹਿਲਾ ਜਿਹੜਾ ਵੈਬਿਨਾਰ ਹੈ ਉਹ ਪੰਜਾਬੀ ਵਿਭਾਗ ਦੇ ਹਿੱਸੇ ਆਇਆ।
ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਤੇ ਬੜਾ ਮਾਣ ਹੈ ਕਿ ਸਾਡੇ ਪ੍ਰਿੰਸੀਪਲ ਡਾਕਟਰ ਅਜਸਰੀਨ ਆਪਣੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ ਤੇ ਇਹ ਜਿਹੜਾ ਵੈਬੀਨਾਰ ਹੈ ਇਹਦੀ ਜਿਹੜੀ ਸ਼ੁਰੂਆਤ ਹੈ ਇਹ ਇਸੇ ਗੱਲ ਨੂੰ ਦਰਸਾਉਂਦੀ ਹੈ ਕਿ ਉਹ ਕਿਸ ਕਦਰ ਮਾਤ ਭਾਸ਼ਾ ਦੇ ਲਈ ਜਦੋਂ ਵੀ ਅਸੀਂ ਉਹਨਾਂ ਦੇ ਕੋਲੇ ਕੋਈ ਆਪਣਾ ਕੋਈ ਵੀ ਯੋਜਨਾ ਜਾਂ ਕੋਈ ਪ੍ਰੋਗਰਾਮ ਉਲੀਕ ਕੇ ਲੈ ਕੇ ਜਾਂਦੇ ਆ ਤਾਂ ਉਹ ਹਮੇਸ਼ਾ ਸਾਨੂੰ ਉਤਸ਼ਾਹ ਦਿੰਦੇ ਨੇ ਤੇ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਨੇ। ਸੋ ਅੱਜ ਜਦੋਂ ਅਸੀਂ ਇਸ ਵੇਲੇ ਇਕੱਠੇ ਹੋਏ ਹਾਂ ਤਾਂ ਮੈਂ ਜਦੋਂ ਲਿਸਟ ਦੇਖ ਰਹੀ ਸੀ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਤੋਂ ਰਿਸਰਚ ਸਕਾਲਰਸ, ਬਹੁਤ ਸਾਰੇ ਡਾਕਟਰ ਸਾਹਿਬਾਨ, ਬਹੁਤ ਸਾਰੇ ਬੁੱਧੀਜੀਵੀ ਵਰਗ ਸਾਡੇ ਨਾਲ ਜੁੜ ਚੁੱਕਿਆ ਹੈ। ਉਹਦੇ ਜੁੜਨ ਦੇ ਪਿੱਛੇ ਇੱਕ ਬਹੁਤ ਵਧੀਆ ਕਾਰਨ ਇਹੀ ਹੈ ਕਿ ਅੱਜ ਦਾ ਵਿਸ਼ਾ ਤੇ ਅੱਜ ਦੇ ਸਾਡੇ ਜਿਹੜੇ ਮਹਿਮਾਨ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਾਂ ਕਰਨੀਆਂ ਨੇ, ਅੱਜ ਦਾ ਜਿਹੜਾ ਵਿਸ਼ਾ ਹੈ ਪੰਜਾਬੀ ਭਾਸ਼ਾ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ। ਇਹ ਅੱਜ ਦਾ ਕੁਐਸਚਨ ਨਹੀਂ ਹੈ, ਅੱਜ ਦਾ ਸਵਾਲ ਨਹੀਂ ਹੈ। ਮੈਨੂੰ ਲੱਗਦਾ ਲਗਭਗ 30 ਸਾਲਾਂ ਤੋਂ ਅਸੀਂ ਇਸੇ ਸਵਾਲ ਦੇ ਦਾਇਰੇ ਵਿੱਚ ਘੁੰਮ ਰਹੇ ਹਾਂ। ਇਸੇ ਵਿੱਚ ਹੀ ਸਾਡਾ ਜਿਹੜਾ ਸਾਰਾ ਮਕਸਦ ਜਿਹੜਾ ਇਸੇ ਤੇ ਲੱਗਿਆ ਹੋਇਆ ਹੈ ਕਿ ਵਿਦਿਆਰਥੀਆਂ ਦੇ ਮਨਾਂ 'ਚ ਬੜੇ ਸਾਰੇ ਇਹੋ ਜਿਹੀਆਂ ਕੁਐਰੀਜ਼ ਹੁੰਦੀਆਂ, ਇਹੋ ਜਿਹੇ ਪ੍ਰਸ਼ਨ ਹੁੰਦੇ ਨੇ ਕਿ ਪੰਜਾਬੀ ਦੀ ਜਿਹੜੀ ਅੱਗੋਂ ਭਵਿੱਖ ਵਿੱਚ ਕੀ ਇਹਦਾ ਸਥਾਨ ਕੀ ਹੈ, ਕੀ ਸਾਨੂੰ ਰੁਜ਼ਗਾਰ ਮਿਲਣਗੇ। ਸੋ ਅੱਜ ਆਪਾਂ ਇਹੀ ਗੱਲਾਂ ਕਰਨੀਆਂ ਨੇ ਔਰ ਇਹਨਾਂ ਦੇ ਵਾਸਤੇ ਅੱਜ ਸਾਡੇ ਦਰਮਿਆਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾਕਟਰ ਦਰਿਆ, ਜਿਨ੍ਹਾਂ ਦਾ ਨਾਮ ਹੀ ਦਰਿਆ ਹੈ, ਤੁਸੀਂ ਆਪੇ ਅੰਦਾਜ਼ਾ ਲਗਾਓ ਕਿ ਗਿਆਨ ਦਾ ਕਿੰਨਾ ਭੰਡਾਰ ਉਹਨਾਂ ਦੇ ਕੋਲ ਹੋਏਗਾ। ਇੱਕ ਗਿਆਨ ਦੀ ਇੱਕ ਬਹੁਤ ਹੀ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਅਜਿਹੀ ਸ਼ਖਸੀਅਤ, ਗਿਆਨ ਦਾ ਅਜਿਹਾ ਸੋਮਾ, ਗਿਆਨ ਦਾ ਅਜਿਹਾ ਚਾਨਣ ਟੋਟਾ ਜਿਹੜਾ ਖੁਦ ਵੀ ਗਿਆਨ ਨਾਲ ਸਰਸ਼ਾਰ ਹੈ ਤੇ ਹੋਰਾਂ ਨੂੰ ਵੀ ਉਹ ਇਸੇ ਤਰ੍ਹਾਂ ਸਰਸ਼ਾਰ ਕਰਨ ਦੇ ਉਦਮ ਵਿੱਚ ਲਗਾਤਾਰ ਯਤਨਸ਼ੀਲ ਹੈ। ਸੋ ਜੀ ਆਇਆਂ ਆਖਦੇ ਹਾਂ ਡਾਕਟਰ ਦਰਿਆ ਨੂੰ। ਤੇ ਅੱਜ ਸਾਡੇ ਨਾਲ ਕੇਵਲ ਇੱਥੋਂ ਤੋਂ ਹੀ ਨਹੀਂ, ਬਾਹਰਲੀ ਧਰਤੀ ਜਿਹੜੀ ਹੈ ਵਿਦੇਸ਼ ਤੋਂ ਮੰਗਾ ਵਾਸੀ ਵੀ ਸਾਡੇ ਨਾਲ ਨੇ, ਬਹੁਤ ਹੀ ਉੱਘੇ ਕਵੀ ਜਿਨ੍ਹਾਂ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ ਤੇ ਉਹਨਾਂ ਦੀਆਂ ਕੁਝ ਸਤਰਾਂ ਹੀ ਮੈਨੂੰ ਇਸ ਦੌਰ ਦੇ ਵਿੱਚ ਬੜੀਆਂ ਚੰਗੀਆਂ ਲੱਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਉਹਨਾਂ ਨੂੰ ਜੀ ਆਇਆਂ ਆਖਦੀ ਹਾਂ ਕਿ ਜਿਵੇਂ ਰਾਤ ਸੁਨਹਿਰੀ ਹੋ ਜਾਂਦੀ, ਜਿਵੇਂ ਰਾਤ ਸੁਨਹਿਰੀ ਹੋ ਜਾਂਦੀ, ਮਲ ਮਲ ਕੇ ਵਟਣਾ ਚਾਨਣ ਦਾ, ਅਸੀਂ ਦਾਵਤ ਦੇਣੀ ਸੂਰਜ ਨੂੰ, ਕਾਲਖ ਦੇ ਮੁਖ ਤੋਂ ਕੀ ਲੈਣਾ। ਤਾਂ ਸੱਚਮੁੱਚ ਬਹੁਤ ਸੋਹਣਾ ਲਿਖਦੇ ਨੇ। ਔਰ ਇੱਕ ਹੋਰ ਇਹਨਾਂ ਦੀ ਜਿਹੜੀ ਵਿਸ਼ੇਸ਼ਤਾ ਹੈ ਉਹ ਹੈ ਕਿ ਭਾਸ਼ਾਈ ਵੰਨ ਸੁਵੰਨਤਾ ਦੀ ਫੁਲਕਾਰੀ ਇਹਨਾਂ ਕੋਲੇ ਹੈਗੀ ਹੈ। ਫੁਲਕਾਰੀ ਸਿਰਫ ਔਰਤਾਂ ਹੀ ਨਹੀਂ ਕੱਢਦੀਆਂ, ਇਹਨਾਂ ਦੇ ਹਿੱਸੇ ਵੀ ਆਈ ਹੈ। ਇਹਨਾਂ ਨੇ ਕੇਵਲ ਪੰਜਾਬੀ ਵਿੱਚ ਨਹੀਂ, ਇਹਨਾਂ ਨੇ ਹੋਰ ਭਾਸ਼ਾਵਾਂ ਦੇ ਵਿੱਚ ਵੀ ਆਪਣੀਆਂ ਪੁਸਤਕਾਂ ਲਿਖੀਆਂ ਨੇ, ਉਹਨਾਂ ਤੇ ਕੰਮ ਕੀਤਾ ਹੈ ਤੇ ਸਾਡੇ ਲਈ ਡਾਢੇ ਮਾਣ ਦਾ ਮੁਕਾਮ ਹੈ ਇਸ ਵੇਲੇ ਕਿ ਉਹ ਸਾਡੇ ਨਾਲ ਹਨ ਤੇ ਅੱਜ ਅਸੀਂ ਵਿਦੇਸ਼ਾਂ ਦੇ ਨਾਲ ਜੁੜੇ ਹੋਏ ਜਿਹੜੇ ਸਵਾਲ ਹੈ ਉਹਨਾਂ ਤੋਂ ਜਾਣ ਸਕਾਂਗੇ, ਜੋ ਸਾਡੇ ਮਨਾਂ 'ਚ ਚੱਲ ਰਿਹਾ ਉਹਦੀ ਗੱਲ ਕਰ ਸਕਾਂਗੇ। ਔਰ ਇਸੇ ਤਰ੍ਹਾਂ ਡਾਕਟਰ ਪ੍ਰਵੀਨ ਪੰਜਾਬ ਯੂਨੀਵਰਸਿਟੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਉੱਤਰ ਆਧੁਨਿਕਤਾ ਦੇ ਉੱਤੇ ਇਹਨਾਂ ਦਾ ਬਹੁਤ ਸਾਰਾ ਕੰਮ ਹੈ, ਬਹੁਤ ਸਾਰੀ ਖੋਜ ਕਰ ਚੁੱਕੇ ਹਨ। ਅਸੀਂ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ ਤੇ ਇਹਦੇ ਨਾਲ ਨਾਲ ਮੈਂ ਅੱਜ ਦੇ ਜਿਹੜੇ ਕੋਆਰਡੀਨੇਟਰ ਹੈ ਇਸ ਪ੍ਰੋਗਰਾਮ ਦੇ, ਜਿਸ ਨੇ ਸਾਰਾ ਉਦਮ ਕੀਤਾ ਹੈ, ਮੇਰੇ ਆਪਣੇ ਵਿਭਾਗ ਦੀ ਬੱਚੀ ਪਰ ਉਦਮ ਬੜਾ ਵੱਡਾ ਹੈ ਉਸਦਾ, ਡਾਕਟਰ ਮਨਦੀਪ ਕੌਰ। ਉਸਨੂੰ ਖਾਸ ਤੌਰ ਤੇ ਮੈਂ ਇੱਕ ਤਰ੍ਹਾਂ ਨਾਲ ਸ਼ਾਬਾਸ਼ ਵੀ ਦਿੰਦੀ ਹਾਂ ਔਰ ਉਸ ਦੇ ਹੌਸਲੇ 'ਚ ਵਾਧਾ ਕਰਨ ਦੇ ਲਈ ਮੈਂ ਸਾਰੀਆਂ ਸ਼ਖਸੀਅਤਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੀਆਂ ਇਸ ਵੇਲੇ ਸਾਡੇ ਨਾਲ ਹਨ। ਇਸ ਤੋਂ ਬਾਅਦ ਅਸੀਂ ਇੱਕ ਪੰਜਾਬੀ ਵਿਭਾਗ ਦੇ ਵਿੱਚ ਹੁਣ ਤੱਕ ਦੀਆਂ ਹੋਈਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦਾ ਸੰਖੇਪ ਜਿਹਾ ਜਾਇਜ਼ਾ ਲਵਾਂਗੇ। ਇੱਕ ਪੀਪੀਟੀ ਤਿਆਰ ਕੀਤੀ ਗਈ ਹੈ ਸਾਡੇ ਵੱਲੋਂ ਜਿਹੜੀ ਅਸੀਂ ਸਾਡੇ ਸਾਰਿਆਂ ਨਾਲ ਸਾਂਝੀ ਕਰਾਂਗੇ ਹੁਣੇ। ਔਰ ਉਹਦੇ ਨਾਲ ਹੀ ਜਿਸ ਤਰ੍ਹਾਂ ਹੀ ਪੀਪੀਟੀ ਖਤਮ ਹੋਏਗੀ ਤਾਂ ਮੈਂ ਡਾਕਟਰ ਮਨਦੀਪ ਨੂੰ ਗੁਜ਼ਾਰਿਸ਼ ਕਰਾਂਗੀ ਕਿ ਉਹ ਅਗਲਾ ਕਾਰਜਭਾਰ ਸੰਭਾਲਣ। ਔਰ ਇਸ ਦੇ ਨਾਲ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ ਆਖਦੀ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦਾ ਸਾਡਾ ਸੰਵਾਦ ਹੈ ਜਿਹੜਾ ਉਹ ਸਾਡੇ ਦਰਸ਼ਕਾਂ ਲਈ, ਸਾਡੇ ਸਰੋਤਿਆਂ ਲਈ, ਸਾਰਿਆਂ ਦੇ ਲਈ ਬਹੁਤ ਹੀ ਲਾਹੇਵੰਦ ਹੋਵੇਗਾ। ਔਰ ਇਸ ਦੇ ਨਾਲ ਹੀ ਮੇਰੀ ਗੁਜ਼ਾਰਿਸ਼ ਹੈ ਟੈਕਨੀਕਲ ਟੀਮ ਨੂੰ ਕਿ ਉਹ ਪੀਪੀਟੀ ਚਲਾਉਣ ਜਿਸ ਵਿੱਚ ਕਿ ਪੰਜਾਬੀ ਵਿਭਾਗ ਦੀਆਂ ਗਤੀਵਿਧੀਆਂ ਦਾ ਵੇਰਵਾ ਥੋੜਾ ਜਿਹਾ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਭ ਨੂੰ ਚੰਗਾ ਲੱਗੇਗਾ। बहुत ही प्यार भरी सत श्री अकाल दे नाल पेश है जी पोस्ट ग्रेजुएट पंजाबी विभाग की समुची पेशकारी। हंसराज महिला महाविद्यालय उत्तरी भारत की एक नामवर संस्था है जो 1927 में स्थापित हुई। यह संस्था पिछले 94 सालों तो लड़कियों को मल्टी फैकल्टी कदर कीमत आधारित और रोजगार केंद्रित उचेरी सिक्ख्या प्रदान कर रही है।
शानदार इतिहास लुकोई बैठे है जी अपनी बुकल विच। नैक द्वारा ए ग्रेड 3.83 स्कोर प्राप्त है ਅਤੇ ਹੋਰ ਬਹੁਤ ਸਾਰੇ ਮਾਨ ਸਨਮਾਨਾਂ ਦੇ ਨਾਲ ਭਰਪੂਰ ਹੈ। ਔਰ ਇੱਥੋਂ ਦੀ ਸੰਸਥਾ ਦੇ ਮੁਖੀ ਡਾਕਟਰ ਸੁਰੀਨ, ਜਿਨ੍ਹਾਂ ਦੇ ਨਾਮ ਦੇ ਨਾਲ ਬਹੁਤ ਸਾਰੀਆਂ ਉਪਲਬਧੀਆਂ ਹੁਣ ਤੱਕ ਜੁੜ ਚੁੱਕੀਆਂ ਹਨ, ਸਿਰਜ ਰਹੇ ਹਨ ਅਤੇ ਬਹੁਤ ਸਾਰੇ ਮਾਨ ਸਨਮਾਨ ਇਹਨਾਂ ਦੀ ਝੋਲੀ 'ਚ ਪੈ ਚੁੱਕੇ ਹਨ। और पोस्ट ग्रेजुएट पंजाबी विभाग जो पंजाबी विभाग के तौर पर 1948 में स्थापित होया ते हुण पोस्ट ग्रेजुएट पंजाबी विभाग में तब्दील हो चुका है। इस विभाग का मंतव विद्यार्थियों को बोली नाल जोड़ना ਅਤੇ ਇਸ ਆਧਾਰ ਤੇ ਰੁਜ਼ਗਾਰ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਹੈ। ਇसी ਨਿਸ਼ਾਨਦੇਹੀ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਕੱਢਦੇ ਆ ਰਹੇ ਹਨ। ਸਾਡੇ ਵਿਦਿਆਰਥੀਆਂ ਨੇ ਐਮਏ ਦੇ ਵਿੱਚ ਖਾਸ ਤੌਰ ਤੇ ਬਲਦੀਪ ਕੌਰ ਨੇ ਯੂਨੀਵਰਸਿਟੀ ਵਿੱਚੋਂ 9ਵਾਂ ਸਥਾਨ ਹਾਸਿਲ ਕੀਤਾ ਤੇ ਬਾਕੀਆਂ ਨੇ ਦੇ ਵਿੱਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਔਰ ਇਸੇ ਤੋਂ ਖੁਸ਼ ਹੋ ਕੇ ਮੁਫਤ ਦਾਖਲੇ 2019-20 ਦੇ ਵਿੱਚ ਪ੍ਰਿੰਸੀਪਲ ਮੈਡਮ ਵੱਲੋਂ ਜਾਰੀ ਕੀਤੇ ਗਏ, ਜਿਸ ਦੇ ਅੰਤਰਗਤ 10 ਵਿਦਿਆਰਥੀਆਂ ਨੇ ਆਪਣੀ ਵਿੱਦਿਆ ਗ੍ਰਹਿਣ ਕੀਤੀ। और जितों तक फैकल्टी का संबंध है, इस विभाग के मुखी प्रोफैसर नवरूप कौर अंतरराष्ट्रीय ते राष्ट्रीय पद्धर ते बहुत सारिया उपलब्धियां प्राप्त और बहुत सारिया पुस्तकां जिहड़ियां ਉਹ ਹੁਣ तक लिख चुके हैं। तो हाल ही में उन्होंने एक पुस्तक है जिहड़ी दुपहर खिड़ी वो सामने आई है जो कि रिलीज़ की गई और अंतरराष्ट्रीय पद्धर ते बहुत सारिया उन्होंने कॉन्फ्रेंसा जिहड़ियां वो अटेंड कीतियां हैं। डॉक्टर सुरजीत पात्र जी ने, वरियाम संधू जी ने, डॉक्टर चौल ने, डॉक्टर संगा, इन्हां सारिया प्रमुख शख्सियतां ने दोपहर खिड़ी पुस्तक रिलीज़ किया। प्रोफैसर कुलजीत कौर 3 पुस्तकां हुण तक लिख चुके ने ते एक बहुत ही वधिया एंकर के तौर पर स्थापित हो चुके हैं और बहुत ही वधिया मां बोली की सेवा कर रहे हैं। बहुत वधिया पुस्तकां उन्हां दियां। और प्रोफैसर वीना अरोड़ा जी वो भी बहुत वधिया राइटर हैं और उन्होंने हुण तक अनुवाद का काम भी किया है तो अपनी पुस्तक भी उन्हों की आ चुकी है। प्रोफैसर सतिंदर कौर और प्रोफैसर मनदीप कौर और इन्हां ਦੀਆਂ पुस्तकां ਜਿਹੜੀਆਂ ਨੇ ਉਹ ਹੁਣ ਤੱਕ ਪੰਜਾਬੀ ਸੱਭਿਆਚਾਰ ਨੂੰ ਪ੍ਰਕਾਸ਼ਿਤ ਕਰਨ ਵਾਲੀਆਂ ਵਧੀਆ ਤੌਰ ਤੇ ਸਥਾਪਿਤ ਹੋ ਚੁੱਕੀਆਂ ਪੁਸਤਕਾਂ ਹਨ। ਡਾਕਟਰ ਸੰਦੀਪ ਕੌਰ, ਡਾਕਟਰ ਹਰਪ੍ਰੀਤ ਕੌਰ, ਡਾਕਟਰ ਸੰਦੀਪ ਕੌਰ ਦੇ 20 ਖੋਜ ਪੱਤਰ ਤੇ ਡਾਕਟਰ ਹਰਪ੍ਰੀਤ ਕੌਰ ਦੀ ਸੱਭਿਆਚਾਰ ਨਾਲ ਸੰਬੰਧਿਤ ਵਿਆਹ ਦੇ ਗੀਤ ਵਿਚਾਰਧਾਰਕ ਅਧਿਐਨ ਪੁਸਤਕ ਜਿਹੜੀ ਸੰਪਾਦਿਤ ਕੀਤੀ ਗਈ ਹੈ ਉਹ ਆ ਚੁੱਕੀ ਹੈ। और इस दे नाल ही प्रोफैसर मनप्रीत कौर ते प्रोफैसर पवनदीप कौर ने भी ਵੱਖ-ਵੱਖ ਸਮੇਂ ਤੇ ਵੱਖ-ਵੱਖ ਖੋਜ ਪੱਤਰ ਲਿਖੇ ਹਨ ਅਤੇ ਵੱਖ-ਵੱਖ ਥਾਵਾਂ ਤੇ ਮਾਨ ਸਨਮਾਨ ਹਾਸਲ ਕੀਤੇ ਹਨ। ਸਮੁੱਚੀ ਫੈਕਲਟੀ ਬਹੁਤ ਹੀ ਵਧੀਆ, ਇੱਕ ਬਹੁਤ ਹੀ ਨਿਰੰਤਰ ਮਾਂ ਬੋਲੀ ਦੇ ਨਾਲ ਜੁੜੀ ਹੋਈ ਹੈ। ਬਾਕੀ ਗਤੀਵਿਧੀਆਂ ਦੀ ਗੱਲ ਕਰਦੇ ਹੋਏ ਅੰਤਰਰਾਸ਼ਟਰੀ ਕਾਨਫਰੰਸਾਂ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ 2017 ਦੇ ਵਿੱਚ ਪ੍ਰਵਾਸ ਦੇ ਸਰੋਕਾਰ ਅਤੇ ਚੁਣੌਤੀਆਂ ਇੱਕ 2 ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਰਹੇ पद्म श्री डॉक्टर सुरजीत पात्र जी। इसी तरह एक अंतरराष्ट्रीय वर्कशॉप का आयोजन किया गया जिस विच रिसोर्स पर्सन सन श्रीमती सुषमा मल्होत्रा, रिटायर्ड प्रिंसीपल न्यूयॉर्क सिटी एजुकेशन विभाग USA। और इन्हां दे नाल ही राष्ट्रीय सैमीनार जिहड़े होर असीं इत्थे समय-समय ते आयोजित कीते उन्हां विचों मुख्य तौर ते समकाली पंजाबी ਸਾਹਿਤ ते संवाद ते संवेदनशीलता विषय ते गल और इस विच मानक जी और उन्हां दे नाल सतीश कुमार वर्मा जी, बलवंत भाटिया, प्रोफैसर निर्मल सिंह ते सरबजीत कौर सोल। अमृता प्रीतम सुनहरी यादा राष्ट्रीय सैमीनार का आयोजन किया गया। डॉक्टर सुरजीत पात्र जी ने इस विच शिरकत की मुख्य मेहमान के वजों और इन्हां दे नाल ही डॉक्टर दीपक मनमोहन, डॉक्टर जॉल शामिल होए और DAV संस्था के बहुत ही उगी शख्सियतां जिहड़ियां इस विच शामिल होईयां। इस दे विच होर शामिल होने वाली शख्सियतां सन बीबा बलवंत जी, सुखविंदर अमृत कवित्री के तौर पर जाने जाते हैं और होर भी कई कवित्रियां ने इस विच हिस्सा लिया। इसी लड़ी के 1 नवंबर 2018 ਨੂੰ फिर अगे एक प्रोग्राम किया गया जो कि प्रोफैसर मोहन सिंह कविता दिवस के तौर पर मनाया गया और गुरु नानक देव जी की 550 साल जन्म शताब्दी संबंधी एक प्रोग्राम करवाया गया ओपन माइक जिस विच संपादक डॉक्टर वरिंदर सिंह वालिया जी ने शिरकत की। समय समय ते होए रूबरू प्रोग्रामां दे विच US तो दिल नेचर, कैनेडा तो परमजीत कौर दियोल उन्होंने ਵੱਖ-ਵੱਖ समय भाग लिया। एक कंप्यूटर कोर्स लगाया गया जिस विच डॉक्टर CP कंपोज पंजाबी यूनिवर्सिटी तो मुख्य मेहमान वजों शामिल होए
ਔਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਨਾਨਕ ਨੂਰੇ ਇਲਾਹੀ ਇੱਕ ਬਹੁਤ ਹੀ ਵਧੀਆ ਫਿਲਮ ਵਿਦਿਆਰਥੀਆਂ ਨੂੰ ਦਿਖਾਈ ਗਈ ਅਤੇ ਵਿਦਿਅਕ ਟੂਰ ਲਗਾਏ ਗਏ, ਜਿਸ ਵਿੱਚ ਸੁਲਤਾਨਪੁਰ ਲੋਧੀ ਅਤੇ ਈਸ਼ਰਧਾਮ ਸ਼ਾਮਿਲ ਸਨ। ਇਸ ਦੇ ਨਾਲ ਇੱਕ ਕੁਇਜ਼ ਕੀਤਾ ਗਿਆ ਔਰ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸਾਹਿਤ ਉਤਸਵ ਜਿਹੜਾ ਹਾਲ ਹੀ ਵਿੱਚ ਹੀ ਕਰਵਾਇਆ ਗਿਆ 4 ਅਤੇ 5 ਮਾਰਚ 2020। ਇਹ ਜਿਹੜਾ ਅੰਤਰਰਾਸ਼ਟਰੀ ਪੰਜਾਬੀ ਸਾਹਿਤ ਉਤਸਵ ਹੋਇਆ, ਇਸ ਵਿੱਚ 100 ਦੇ ਕਰੀਬ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਵਿਦਵਾਨਾਂ ਨੇ ਭਾਗ ਲਿਆ ਔਰ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਹ ਲੜੀ ਹੈ ਜਿਹੜੀ ਇਸੇ ਤਰ੍ਹਾਂ ਅੱਗੇ ਨਿਰੰਤਰ ਤੁਰਦੀ ਜਾ ਰਹੀ ਹੈ। ਇਸ ਤੋਂ ਬਾਅਦ ਕੋਵਿਡ-19 ਆਇਆ। ਕੋਵਿਡ-19 ਨੇ ਸਭ ਕੁਝ ਖੜੋਤ ਵਿੱਚ ਲੈ ਆਉਂਦਾ, ਪਰ ਫਿਰ ਹੌਲੀ ਹੌਲੀ ਜ਼ਿੰਦਗੀ ਹੈ ਜਿਹੜੀ ਉਹ ਫਿਰ ਧੜਕਣ ਲੱਗੀ ਔਰ ਇਸੇ ਲੜੀ ਵਿੱਚ ਪ੍ਰੋਫੈਸਰ ਅਜੇ ਸਰੀਨ ਜੀ ਨੇ, ਡਾਕਟਰ ਅਜੇ ਸਰੀਨ ਨੇ ਸਾਨੂੰ ਮੁੜ ਵਿਦਿਆਰਥੀਆਂ ਨਾਲ ਜੋੜਨ ਲਈ ਆਨਲਾਈਨ ਪ੍ਰਬੰਧ ਕੀਤੇ, ਜਿਹਦੇ ਵਿੱਚ ਹੁਣ ਅਸੀਂ ਅਗਲੀ ਲੜੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਾਂ ਅਤੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਉਹਨਾਂ ਨੂੰ ਸਮਰਪਿਤ 400 ਸਾਲਾਂ ਜਿਹੜੀ ਜਨਮ ਸ਼ਤਾਬਦੀ ਉਹਨਾਂ ਦੀ ਮਨਾਈ ਜਾ ਰਹੀ ਹੈ ਔਰ DPI ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਸੇ ਵਿੱਚ ਅਸੀਂ ਇਹ ਅਗਲਾ ਪ੍ਰੋਗਰਾਮ ਕਰ ਰਹੇ ਹਾਂ ਤੇ ਸ਼ਾਇਦ ਇਹ ਪ੍ਰੋਗਰਾਮ ਇਸੇ ਤਰ੍ਹਾਂ ਤੁਰਦਾ ਰਹੇ, ਕਾਫਲਾ ਇਸੇ ਤਰ੍ਹਾਂ ਤੁਰਦਾ ਰਹੇ। ਬਹੁਤ ਬਹੁਤ ਧੰਨਵਾਦ। ਹੰਸਰਾਜ ਮਹਿਲਾ ਮਹਾਵਿਦਿਆਲਿਆ ਦੇ ਨਾਲ ਜੁੜ ਚੁੱਕੇ ਸਾਰੇ ਵਿਦਵਾਨ ਵਿਦਿਆਰਥੀ ਅਤੇ ਵਿਦਿਆਰਥੀਆਂ ਦਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਆਟਿਆ ਸਰ, ਮੇਰੀ ਆਵਾਜ਼ ਸਹੀ ਆ ਰਹੀ ਹੈ ਸਰ? जी बिल्कुल ठीक है, आवाज आ रही है मैम। मैडम प्रिंसिपल जी ਦੀ ਪ੍ਰੇਰਣਾ ਅਤੇ ਮੈਡਮ ਨਵਰੂਪ ਜੀ ਦੀ ਦਿਸ਼ਾ ਨਿਰਦੇਸ਼ ਦੇ ਹੇਠ ਹਮੇਸ਼ਾ ਹੀ ਪੰਜਾਬੀ ਵਿਭਾਗ ਚੜ੍ਹਦੀ ਕਲਾ ਵਿੱਚ ਰਿਹਾ ਹੈ ਅਤੇ ਸ਼ਾਲਾ ਇਹ ਡਿਪਾਰਟਮੈਂਟ ਹੋਰ ਤਰੱਕੀਆਂ ਕਰੇ। ਅੱਜ ਦੇ ਸਾਡੇ ਬੁਲਾਰੇ ਡਾਕਟਰ ਦਰਿਆ ਜੀ, ਮੰਗਾ ਬਾਸੀ ਜੀ ਅਤੇ ਡਾਕਟਰ ਪ੍ਰਵੀਨ ਜੀ ਸਾਰੇ ਹੀ ਆਪੋ ਆਪਣੇ ਖੇਤਰ ਦੇ ਮਾਹਿਰ ਵਿਦਵਾਨ ਹਨ। ਸਭ ਤੋਂ ਪਹਿਲਾਂ ਡਾਕਟਰ ਦਰਿਆ ਜੀ, ਮੁਖੀ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ। ਸਰ, ਆਪ ਜੀ ਦੇ ਨਾਲ ਮੈਂ ਸਭ ਨੂੰ ਰੂਬਰੂ ਕਰਵਾਵਾਂਗੀ। ਅਕਾਦਮਿਕ ਖੇਤਰ ਵਿੱਚ ਆਪ ਜੀ ਦੀਆਂ ਨਿਰੰਤਰ ਗਤੀਵਿਧੀਆਂ ਨੂੰ ਦੇਖਦੇ ਹੋਏ ਕੁਝ ਸਤਰਾਂ ਆਪ ਜੀ ਨੂੰ ਸੰਬੋਧਨ ਕਰਨਾ ਚਾਹਾਂਗੀ ਸਰ। ਤੁਰਦਾ ਤੁਰਦਾ ਜਾ ਮੁਸਾਫਿਰ, ਤੁਰਦਾ ਤੁਰਦਾ ਜਾ, ਛਪਣਾ ਦੀ ਔਕਾਤ ਨਹੀਂ ਤੁਰਨਾ, ਤੁਰਦੇ ਨੇ ਦਰਿਆ। ਸੋ ਇਸੇ ਤਰ੍ਹਾਂ ਦਰਿਆ ਦੀ ਫਿਤਰਤ ਹੈ, ਦਰਿਆ ਦਾ ਸੁਭਾਅ ਹੈ ਹਮੇਸ਼ਾ ਗਤੀਸ਼ੀਲ, ਹਮੇਸ਼ਾ ਨਿਰੰਤਰ ਰਹਿਣਾ। ਸੋ ਖੋਜ ਦੇ ਖੇਤਰ ਵਿੱਚ ਸਰ ਆਪ ਜੀ ਦੀ ਨਿਰੰਤਰ ਅਤੇ ਗਤੀਸ਼ੀਲਤਾ ਦਾ ਪ੍ਰਮਾਣ ਹੈ ਕਿ ਆਪ ਹੁਣ ਤੱਕ 11 ਵਿਦਿਆਰਥੀਆਂ ਨੂੰ PhD ਕਰਵਾ ਚੁੱਕੇ ਹੋ ਅਤੇ 13 ਪੁਸਤਕਾਂ ਆਪ ਜੀ ਦੀਆਂ ਛਪ ਚੁੱਕੀਆਂ ਹਨ। ਖੋਜ ਦੇ ਖੇਤਰ ਵਿੱਚ ਮਾਈਕਰੋ ਅਧਿਐਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਈਕਰੋ ਅਧਿਐਨ ਦੀ ਕਿਰਤ ਪਾਉਣ ਵਾਲੇ ਮੁੱਢਲੇ ਲੋਕਧਾਰਾ ਵਿਗਿਆਨੀਆਂ ਵਿੱਚ ਆਪ ਜੀ ਦਾ ਨਾਮ ਆਉਂਦਾ ਹੈ। ਆਪ ਜੀ ਦੁਆਰਾ ਕਰਵਾਏ ਗਏ ਖੋਜ ਦੇ ਵਿਸ਼ੇ ਹਮੇਸ਼ਾ ਹੀ ਨਵੇਕਲੇ, ਮੌਲਿਕ ਅਤੇ ਸਿਰਜਣਾਤਮਕ ਰਹੇ ਹਨ, ਚਾਹੇ ਉਹ ਅਗਨੀ ਪੂਜਾ ਹੋਵੇ, ਵਰਤ ਹੋਵੇ, ਪਤੰਗਬਾਜ਼ੀ, ਛੱਲਾ, ਵਾਹਨ ਟੋਟਕੇ, ਲੋਕ ਸ਼ਾਸਤਰ ਆਦਿ ਨਵੇਕਲੇ ਵਿਸ਼ਿਆਂ ਤੇ ਆਪ ਜੀ ਨੇ PhD ਦੇ ਖੋਜ ਕਾਰਜ ਕਰਵਾਏ ਹਨ। ਡਾਕਟਰ ਦਰਿਆ ਜੀ 12 ਦੇ ਕਰੀਬ ਵਿਦਿਆਰਥੀਆਂ ਨੂੰ PhD ਕਰਵਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਮੈਂ ਵੀ ਹਾਂ ਅਤੇ ਡਾਕਟਰ ਦਰਿਆ ਜੀ ਆਪ ਜੀ ਦੇ ਮੌਲਿਕ ਕੰਮਾਂ ਦੇ ਉੱਪਰ ਵੀ PhD MPhil ਪੱਧਰ ਦੇ ਖੋਜ ਕਾਰਜ ਜਿਹੜੇ ਉਹ 3 ਯੂਨੀਵਰਸਿਟੀਆਂ ਵਿੱਚ ਕੀਤੇ ਜਾ ਰਹੇ ਹਨ। ਜ਼ਿਆਦਾ ਸਮਾਂ ਨਾ ਲੈਂਦੀ ਹੋਈ ਮੈਂ ਗੁਜ਼ਾਰਿਸ਼ ਕਰਦੀ ਹਾਂ ਡਾਕਟਰ ਦਰਿਆ ਜੀ ਨੂੰ ਕਿ ਉਹ ਪੰਜਾਬੀ ਭਾਸ਼ਾ ਤੇ ਰੁਜ਼ਗਾਰ ਸੰਬੰਧੀ ਆਪਣੇ ਵਿਚਾਰ ਸਾਡੇ ਸਾਰਿਆਂ ਦੇ ਨਾਲ ਸਾਂਝੇ ਕਰਨ। ਡਾਕਟਰ ਦਰਿਆ ਜੀ। बहुत मेहरबानी जी। पहले तो मैं HMD संस्था का HMD कॉलेज का बहुत धन्यवादी हाँ कि जिन्होंने इन्ने वधिया विषय के उपर और इस संकट के समय के विचारों को अगे तोड़द्या होया एक वैबीनार सीरीज़ का जिहड़ा वा संचालन जिहड़ा शुरू किया है और जिस सिलसिले के पहला जो मैंने पंजाबी भाषा के नाल जुड़े हुए मसलों बारे विचार करने वास्ते एक शुरुआत अज की है। और मैं इस संस्था के प्रिंसिपल डॉक्टर अजय सरीन हुणा जी का भी बहुत धन्यवादी है और खास तौर के उपर डॉक्टर अजय सरीन हुणा नाल जिन्नी बार भी मैनू मुलाकात करने का मौका मिलिया है तो डॉक्टर सरीन जी बड़े विजनरी, बड़े ही अगाह वधू सोच के मालक और मैं समझदा कि उन्होंने को हमेशा ही कुछ ना कुछ चंगे प्रभाव जोड़े मैं लैके आया और बड़े ऊर्जा भरपूर ने और बड़ी
ਯੋਗ ਅਗਵਾਈ ਦੇ ਨਾਲ ਉਹਨਾਂ ਨੇ ਸੰਸਥਾ ਨੂੰ ਬਹੁਤ ਉੱਪਰ ਜਿਹੜਾ ਵਾ ਅੱਜ ਉੱਤਰੀ ਭਾਰਤ ਦੀਆਂ ਸੰਸਥਾਵਾਂ ਵਿੱਚੋਂ ਲੈ ਕੇ ਗਏ ਨੇ। ਸੋ ਇਹ ਵਾਕਿਆ ਹੀ ਜਿਹੜਾ ਵਾ ਉਹ ਵਧਾਈ ਦੇ ਹੱਕਦਾਰ ਨੇ। ਔਰ ਜਿਵੇਂ ਉਹਨਾਂ ਦੇ ਭਾਸ਼ਣ ਨੂੰ ਮੈਂ ਸੁਣ ਰਿਹਾ ਸੀ ਔਰ ਉਹ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਜਿਹੜੀ ਸੀਰੀਜ਼ ਦੀ ਸ਼ੁਰੂਆਤ ਜਿਹੜੀ ਹੈ ਉਹ ਪੰਜਾਬੀ ਭਾਸ਼ਾ ਨਾਲ ਜੁੜੇ ਸੈਮੀਨਾਰ ਤੋਂ ਕੀਤੀ ਹੈ ਔਰ ਸੁਚੇਤ ਤੌਰ ਦੇ ਉੱਤੇ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਚੁਣਿਆ। ਮੈਂ ਸਮਝਦਾ ਹਾਂ ਕਿ DAV ਸੰਸਥਾਵਾਂ ਦਾ ਔਰ ਉਹਦੇ ਵਿੱਚੋਂ HRD ਸੰਸਥਾ ਦਾ ਪੰਜਾਬੀ ਭਾਸ਼ਾ ਪ੍ਰਤੀ ਪ੍ਰਤੀਬੱਧ ਹੋਣਾ ਔਰ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਜਿਹੜੀ ਪ੍ਰਤੀਬੱਧਤਾ ਨੂੰ ਜਿਹੜਾ ਵਾ ਦੁਹਰਾਉਣਾ ਔਰ ਇਸ ਤਰ੍ਹਾਂ ਦੇ ਸੈਮੀਨਾਰ ਉਲੀਕਣੇ, ਇਹ ਵਾਕਿਆ ਹੀ ਪੰਜਾਬੀ ਭਾਸ਼ਾ ਵਾਸਤੇ ਸਮਝਦਾ ਹੈ, ਪੰਜਾਬੀ ਜਗਤ ਵਾਸਤੇ ਇੱਕ ਸ਼ੁਭ ਸ਼ਗਨ ਹੈ। ਔਰ ਖਾਸ ਤੌਰ ਦੇ ਉੱਪਰ ਡਾਕਟਰ ਨਵਰੂਪ ਜੋ ਇਸ ਵਿਭਾਗ ਦਾ ਸੰਚਾਲਨ ਬੜੀ ਖੂਬਸੂਰਤੀ ਨਾਲ ਕਰ ਰਹੇ ਆ, ਜਿਵੇਂ ਉਹਨਾਂ ਦੀ ਇੰਟਰੋਡਕਸ਼ਨ ਦੇ ਵਿੱਚ ਮੈਡਮ ਨੇ ਗੱਲ ਕੀਤੀ ਸੀ ਕਿ ਬੜੀ ਖੂਬਸੂਰਤ ਸ਼ਖਸੀਅਤ ਨੇ ਔਰ ਕਵਿਤਰੀ ਹੀ ਨਹੀਂ, ਉਹ ਖੁਦ ਹੀ ਕਵਿਤਾ ਵਰਗੇ ਜਿਹੜੇ ਉਹਨਾਂ ਦੀ ਸ਼ਖਸੀਅਤ ਦੇ ਗੁਣ ਨੇ ਔਰ ਬੜੇ ਹੀ ਉਹ ਮਿਹਨਤੀ ਔਰ ਵੀ ਵਿਜ਼ਨਰੀ ਨੇ ਜਿਹੜੇ ਪੰਜਾਬੀ ਵਿਭਾਗ ਨੂੰ ਬੜੀ ਖੂਬਸੂਰਤੀ ਨਾਲ ਚਲਾ ਰਹੇ ਆ। ਔਰ ਮੈਂ ਆਪਣੀ ਵਿਦਿਆਰਥਣ ਮਨਦੀਪ ਦੀ ਵੀ ਇੱਥੇ ਵਿਸ਼ੇਸ਼ ਤੌਰ ਤੇ ਸਿਫਤ ਕਰਨੀ ਚਾਹਾਂਗਾ ਕਿ ਮਨਦੀਪ ਮੇਰੇ ਉਹਨਾਂ ਖੋਜ ਵਿਦਿਆਰਥੀਆਂ ਦੇ ਵਿੱਚੋਂ ਰਹੀ ਹੈ ਜਿਹੜੀ ਕਿ ਹੁਣ ਤਾਂ ਮੇਰੀ ਕੋਲੀਗ ਹੈ, ਪ੍ਰੋਫੈਸਰ ਹੈ, ਕਿ ਜਿਹੜੀ ਬਹੁਤ ਹੀ ਕਮਿਟਡ ਔਰ ਮਿਹਨਤੀ ਖੋਜਾਰਥੀ ਹੁੰਦੇ ਨੇ, ਸਕਾਲਰ ਹੁੰਦੇ ਨੇ। ਇਹ ਉਹਨਾਂ ਵਿੱਚੋਂ ਇੱਕ ਸੀ ਕਿ ਜਿਸ ਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਆਪਣਾ ਖੋਜ ਕਾਰਜ ਬੜੀ ਵਧੀਆ ਤਰ੍ਹਾਂ ਨਾਲ ਬੜਾ ਮਿਆਰੀ ਖੋਜ ਕਾਰਜ ਕੀਤਾ ਔਰ ਮੈਨੂੰ ਇਸ ਤੋਂ ਹੋਰ ਵੀ ਅਗਾਂਹ ਖੋਜ ਨਾਲ ਜੁੜੇ ਰਹਿਣ ਤੇ ਖੋਜ ਦੇ ਵਿੱਚ ਅਗਾਂਹ ਨਵੇਂ ਸਿਖਰਾਂ ਵੱਲ ਜਿਹੜਾ ਵਾ ਜਾਣ ਦੀ ਉਮੀਦ ਹੈ, ਇਸ ਦੇ ਵਿੱਚ ਸਮਰੱਥਾ ਹੈ ਔਰ ਇਹ ਕੰਮ ਵੀ ਜਿਹੜਾ ਵਾ ਕਰਨੀ ਹੈ। ਔਰ ਖਾਸ ਤੌਰ ਦੇ ਉੱਪਰ ਜਿਹੜੇ ਮੇਰੇ ਨਾਲ ਸਾਥੀ ਦੋ ਬੁਲਾਰੇ ਜੁੜੇ ਹੋਏ ਨੇ, ਡਾਕਟਰ ਪ੍ਰਵੀਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਹੜੀ ਸਾਡੀ ਸਕਾਲਰਸ਼ਿਪ ਚੱਲਦੀ ਪਈ ਹੈ ਔਰ ਜਿਹੜੇ ਕੁਝ ਸਕਾਲਰ ਜਿਹੜੇ ਕੁਝ ਲੋਕ ਆਮ ਸੁਧਾਰਨ ਵਾਸਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਜਾਂ ਸਾਹਿਤ ਦੇ ਜਿਹੜੇ ਮਹੱਤਵਪੂਰਨ ਚਲੰਤ ਮਸਲੇ ਨੇ ਉਹਨਾਂ ਦੇ ਉੱਪਰ ਜਿਹੜੀ ਨਿੱਟ ਕੇ ਗੱਲ ਕਰਦੇ ਆ, ਨਿੱਟ ਕੇ ਪੜ੍ਹ ਰਹੇ ਨੇ, ਨਿੱਟ ਕੇ ਗੱਲ ਕਰ ਰਹੇ ਨੇ ਔਰ ਲੋਕਾਂ ਵਿੱਚ ਅੱਗੇ ਡਿਲੀਵਰ ਕਰ ਰਹੇ ਨੇ। ਉਹਨਾਂ ਵਿੱਚੋਂ ਜਿਹੜਾ ਇੱਕ ਉੱਪਰ ਹੈ ਵਿਦਵਾਨ ਨੇ ਡਾਕਟਰ ਪ੍ਰਵੀਨ, ਜਿਨ੍ਹਾਂ ਪਿਛਲੇ ਸਮੇਂ ਦੇ ਵਿੱਚ ਪੰਜਾਬੀਅਤ, ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤਕ ਅਕਾਦਮਿਕਤਾ ਨੂੰ ਐਡਰੈਸ ਕੀਤਾ ਹੈ ਔਰ ਬੜੇ ਵਧੀਆ ਢੰਗ ਦੇ ਨਾਲ ਉਹ ਆਪਣੀ ਜਿਹੜੀ ਹੈ ਯੋਗਦਾਨ ਜਿਹੜਾ ਪਾ ਰਹੇ ਆ। ਔਰ ਖਾਸ ਤੌਰ ਤੇ ਜੇਕਰ ਮੈਂ ਮੰਗਾ ਬਾਸੀ ਜੀ ਹੁਣਾਂ ਦਾ ਜ਼ਿਕਰ ਕਰਨਾ ਚਾਹਾਂ, ਮੰਗਾ ਬਾਸੀ ਜੀ ਖਾਸ ਤੌਰ ਦੇ ਉੱਪਰ ਕੈਨੇਡਾ ਦੇ ਵਿੱਚ ਰਹਿ ਰਹੇ ਉਹ ਸ਼ਖਸ ਨੇ ਜਿਨ੍ਹਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਔਰ ਜਦੋਂ ਤੁਸੀਂ ਉਹਨਾਂ ਦੀਆਂ ਰਚਨਾਵਾਂ ਪੜ੍ਹਦੇ ਹੋ, ਕਿਉਂਕਿ ਮੈਨੂੰ ਉਹਨਾਂ ਦੇ ਉੱਪਰ ਇੱਕ ਦੋ ਸੈਮੀਨਾਰ ਕਰਵਾਉਣ ਦਾ ਮੌਕਾ ਮਿਲਿਆ, ਮੈਨੂੰ ਉਹਨਾਂ ਦੇ ਉੱਪਰ ਇੱਕ ਪੁਸਤਕ ਜਿਹੜੀ ਉਹ ਐਡਿਟ ਕਰਨ ਦਾ ਮੌਕਾ ਮਿਲਿਆ ਔਰ ਕਾਫੀ ਉਹਨਾਂ ਨਾਲ ਰਾਬਤਾ ਹੋਇਆ ਔਰ ਖਾਸ ਤੌਰ ਤੇ ਉਹ ਆਪਣੇ ਪਿਤਾ ਜੀ ਦੇ ਨਾਂ ਦੇ ਉੱਪਰ ਇੱਕ ਸਾਲਾਨਾ ਸਾਹਿਤਕ ਅਵਾਰਡ ਵੀ ਜਿਹੜਾ ਵਾ ਉਹ ਦੇ ਰਹੇ ਨੇ ਔਰ ਉਹਨਾਂ ਦੀ ਪ੍ਰਤੀਬੱਧਤਾ ਜਿਹੜੀ ਆ ਪੰਜਾਬੀ ਭਾਸ਼ਾ ਪ੍ਰਤੀ, ਸੱਭਿਆਚਾਰ ਪ੍ਰਤੀ ਬੜੀ ਅਹਿਮ ਹੈ। ਸੋ ਅਸੀਂ ਅੱਜ ਉਹਨਾਂ ਦੇ ਵਿਚਾਰ ਵੀ ਜਿਹੜੇ ਆ ਉਹ ਸੁਣਨੇ ਆ। ਸੋ ਦੋਸਤੋ, ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿਸ ਵਿਸ਼ੇ ਦੇ ਉੱਪਰ ਅਸੀਂ ਗੱਲਾਂ ਕਰਨੀਆਂ ਨੇ, ਖਾਸ ਤੌਰ ਦੇ ਉੱਪਰ ਪੰਜਾਬੀ ਭਾਸ਼ਾ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ, ਇਹ ਵਿਸ਼ਾ ਹੀ ਆਪਣੇ ਆਪ ਦੇ ਵਿੱਚ ਚਲੰਤ ਸਮੇਂ ਦੇ ਵਿੱਚ, ਉਸ ਸਮੇਂ ਦੇ ਵਿੱਚ ਜਦੋਂ ਅਸੀਂ ਪੂਰੀ ਦੁਨੀਆ, ਸਮੁੱਚਾ ਵਿਸ਼ਵ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਹੈ, ਸਮੁੱਚਾ ਵਿਸ਼ਵ ਕਰੋਨਾ COVID-19 ਦੀ ਭਿਆਨਕ ਮਹਾਮਾਰੀ ਤੋਂ ਪੀੜਤ ਹੋਇਆ ਔਰ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਚੀਜ਼ ਨੇ ਸਫ਼ਰ ਕੀਤਾ, ਸਾਡੀ ਜੀਵਨ ਜਾਚ ਨੇ ਸਫ਼ਰ ਕੀਤਾ, ਸਾਡੇ ਰੁਜ਼ਗਾਰਾਂ ਨੇ ਸਫ਼ਰ ਕੀਤਾ, ਸਾਡੀਆਂ ਭਾਸ਼ਾਵਾਂ ਨੇ ਸਫ਼ਰ ਕੀਤਾ। ਸੋ ਉਸ ਸਮੇਂ ਦੇ ਵਿੱਚ ਅਜਿਹੇ ਵਿਸ਼ੇ ਦੇ ਉੱਪਰ ਗੱਲ ਕਰਨੀ ਮੈਂ ਸਮਝਦਾ ਹਾਂ ਕਿ ਆਪਣੇ ਆਪ ਦੇ ਵਿੱਚ ਇੱਕ ਬੜਾ ਅਹਿਮ ਮਸਲਾ ਬਣ ਜਾਂਦਾ ਹੈ। ਔਰ ਜਦੋਂ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਭਾਸ਼ਾ, ਮੈਂ ਸਮਝਦਾ ਕਿ ਭਾਸ਼ਾ ਜਿਹੜੀ ਮਨੁੱਖ ਦੀ ਜੀਵਨ ਦੇ ਵਿੱਚ ਬਹੁਤ ਅਹਿਮੀਅਤ ਹੈ ਭਾਸ਼ਾ। ਔਰ ਭਾਸ਼ਾ ਜਿਹੜੀ ਹੈ ਉਸ ਨੂੰ ਅਸੀਂ ਸੱਭਿਆਚਾਰ ਦਾ ਆਧਾਰ ਕਹਿੰਦੇ ਹਾਂ, ਕਿਉਂਕਿ ਜਦੋਂ ਮੈਂ ਸਮਝਦਾ ਹੈ ਕਿ ਮਨੁੱਖ ਨੇ ਜਿਹੜੀਆਂ ਚੀਜ਼ਾਂ ਦੀ ਸਿਰਜਣਾ ਕੀਤੀ ਹੈ ਹੁਣ ਤੱਕ, ਸੱਭਿਅਤਾ ਦੇ ਵੱਖ-ਵੱਖ ਪੜਾਵਾਂ ਦੇ ਉੱਪਰ ਬੰਦੇ ਨੇ, ਮਨੁੱਖ ਨੇ ਬਹੁਤ ਸਾਰੀਆਂ ਸਿਰਜਣਾਵਾਂ ਕੀਤੀਆਂ ਔਰ ਉਹਨਾਂ ਸਿਰਜਣਾਵਾਂ ਵਿੱਚੋਂ ਜੇ ਮੈਂ ਸਭ ਤੋਂ ਅਹਿਮ ਸਿਰਜਣਾ ਦੀ ਗੱਲ ਕਰਾਂ ਤਾਂ ਉਹ ਭਾਸ਼ਾ ਦੀ ਸਿਰਜਣਾ, ਕਿ ਬੰਦੇ ਨੇ ਭਾਸ਼ਾ ਨੂੰ ਸਿਰਜਿਆ ਤੇ ਭਾਸ਼ਾ ਨੂੰ ਜਦੋਂ ਸਿਰਜਦਾ ਬੰਦਾ ਤਾਂ ਭਾਸ਼ਾ ਨੇ ਸੱਭਿਆਚਾਰਾਂ ਨੂੰ ਵਿਕਸਣ ਵਿੱਚ, ਸੱਭਿਆਚਾਰਾਂ ਦੇ ਵਿਕਾਸ ਵਿੱਚ, ਸੱਭਿਅਤਾਵਾਂ ਦੇ ਵਿਕਾਸ ਵਿੱਚ ਬੜੀ ਮਹੱਤਵਪੂਰਨ
ਭੂਮਿਕਾ ਜਿਹੜੀ ਆ ਨਿਭਾਈ ਹੈ, ਕਿਉਂਕਿ ਸੱਭਿਆਚਾਰ ਤੇ ਸੱਭਿਅਤਾਵਾਂ ਇੱਕ ਦੂਸਰੇ ਦੇ ਨਾਲ ਕਮਿਊਨੀਕੇਸ਼ਨ ਨਾਲ ਜੁੜੀਆਂ ਹੁੰਦੀਆਂ ਹੈ। ਸੰਚਾਰ ਸੱਭਿਆਚਾਰ ਵਿੱਚ ਸਭ ਤੋਂ ਅਹਿਮ ਹੁੰਦਾ ਹੈ। ਮੈਂ ਸਮਝਦਾ ਕਿ ਸੱਭਿਆਚਾਰ ਆਪਣੇ ਆਪ ਵਿੱਚ ਇੱਕ ਕਮਿਊਨੀਕੇਸ਼ਨ ਹੈ, ਸੱਭਿਆਚਾਰ ਆਪਣੇ ਆਪ ਵਿੱਚ ਇੱਕ ਸੰਚਾਰ ਹੈ। ਔਰ ਭਾਸ਼ਾਵਾਂ ਜਦੋਂ ਦੇ ਮਾਧਿਅਮ ਰਾਹੀਂ ਜਦੋਂ ਇੱਕ ਬੰਦਾ ਦੂਸਰੇ ਮਨੁੱਖ ਦੇ ਨਾਲ ਜੁੜਦਾ ਹੈ, ਕਮਿਊਨੀਕੇਟ ਕਰਦਾ ਹੈ, ਤਾਂ ਉਹ ਸਾਰੇ ਦਾ ਸਾਰਾ ਜਿਹੜਾ ਸੰਚਾਰ ਹੈ ਉਹ ਸੱਭਿਆਚਾਰਾਂ ਦਾ ਮੁੱਢ ਬਣਦਾ ਹੈ, ਸੱਭਿਆਚਾਰਾਂ ਦੀ ਇੱਕ ਸ਼ਕਤੀ ਬਣਦੀ ਹੈ, ਸੱਭਿਆਚਾਰਾਂ ਦਾ ਆਧਾਰ ਜਿਹੜਾ ਵਾ ਉਹ ਬਣਦਾ। ਪਰੰਤੂ ਜਦੋਂ ਅਸੀਂ ਦੇਖਦੇ ਹਾਂ ਕਿ ਭਾਸ਼ਾ ਜਿਹੜੀ ਆ ਉਹ ਬੰਦੇ ਦੀ ਇੱਕ ਬੜੀ ਖੂਬਸੂਰਤ ਸਿਰਜਣਾ ਹੈ ਤੇ ਬੰਦੇ ਦੀ ਇੱਕ ਬੜੀ ਮਹੱਤਵਪੂਰਨ ਲੋੜ ਹੈ, ਪਰ ਇਸ ਲੋੜ ਤੋਂ ਇਲਾਵਾ ਮਨੁੱਖੀ ਸਰੀਰ ਦੀਆਂ ਬੁਨਿਆਦੀ ਲੋੜਾਂ ਜਿਹੜੀਆਂ ਹੋਰ ਵੀ ਨੇ, ਪਰ ਜਿਨ੍ਹਾਂ ਨੂੰ ਆਮ ਤੌਰ ਤੇ ਅਸੀਂ ਫੁੱਲੀ ਗੁੱਲੀ ਜੁੱਲੀ ਦੇ ਨਾਲ ਜਾਣਦੇ ਹਾਂ, ਰੋਟੀ, ਕੱਪੜਾ, ਮਕਾਨ, ਇਹ ਬੰਦੇ ਦੀਆਂ ਬੇਸਿਕ ਨੀਡਸ ਨੇ, ਇਹ ਮੁੱਢਲੀਆਂ ਜ਼ਰੂਰਤਾਂ ਨੇ। ਔਰ ਬੰਦੇ ਦੀ ਜੇਕਰ ਸ਼ਖਸੀਅਤ ਦਾ ਵਿਕਾਸ ਹੋਣਾ ਹੈ, ਬੰਦੇ ਨੇ ਆਪਣੀ ਡਿਵੈਲਪਮੈਂਟ ਕਰਨੀ ਹੈ, ਤਾਂ ਇਹਨਾਂ 3 ਜ਼ਰੂਰਤਾਂ ਦੇ ਨਾਲ ਉਸਨੂੰ ਦੋ ਚਾਰ ਹੋਣਾ ਪੈਣਾ ਹੈ। ਔਰ ਇਹਨਾਂ 3 ਚੀਜ਼ਾਂ ਦੀ, ਯਾਨੀ ਕਿ ਰੋਟੀ ਦੀ ਸਾਨੂੰ ਸਰੀਰਕ ਪੂਰਤੀ ਵਾਸਤੇ ਖੁਰਾਕ ਦੀ ਜ਼ਰੂਰਤ ਹੈ, ਸਰੀਰਕ ਊਰਜਾ ਵਾਸਤੇ ਖੁਰਾਕ ਦੀ ਜ਼ਰੂਰਤ ਹੈ, ਸਾਨੂੰ ਮੌਸਮਾਂ ਤੋਂ ਬਚਣ ਵਾਸਤੇ ਇੱਕ ਸੱਭਿਆਚਾਰਕ ਜੀਵ ਹੋਣ ਦੇ ਨਾਤੇ ਕੱਪੜੇ ਦੀ ਜ਼ਰੂਰਤ ਹੈ, ਸਾਨੂੰ ਮੌਸਮਾਂ ਤੇ ਬਾਹਰ ਦੀਆਂ ਜਿਹੜੀਆਂ ਕਿਸਮ ਦੀਆਂ ਚੁਣੌਤੀਆਂ ਨੇ ਉਹਨਾਂ ਦਾ ਟਾਕਰਾ ਕਰਨ ਵਾਸਤੇ ਸਾਡੇ ਸਿਰ ਤੇ ਛੱਤ ਦੀ ਜ਼ਰੂਰਤ ਹੈ, ਮਕਾਨ ਦੀ ਜ਼ਰੂਰਤ ਹੈ। ਤੇ ਬੇਸਿਕ ਨੀਡਸ ਜਿਹੜੀਆਂ ਨੇ ਇਹ ਜਦੋਂ ਇਹ ਲੋੜਾਂ ਬੰਦੇ ਨੇ ਪੂਰੀਆਂ ਕਰਨੀਆਂ ਨੇ, ਤੇ ਇਹਨਾਂ ਲੋੜਾਂ ਵਾਸਤੇ ਫਿਰ ਸਾਨੂੰ ਰੁਜ਼ਗਾਰ ਦੀ ਜ਼ਰੂਰਤ ਪੈਣੀ, ਰੋਜ਼ੀ ਦੀ ਜ਼ਰੂਰਤ ਪੈਣੀ ਹੈ, ਧਨ ਦੌਲਤ ਦੀ ਜ਼ਰੂਰਤ ਪੈਣੀ ਹੈ, ਕਿਉਂਕਿ ਇਹਨਾਂ ਸਾਰੀਆਂ ਦਾ ਸੰਬੰਧ ਜਿਹੜਾ ਰੁਜ਼ਗਾਰ ਨਾਲ ਜੁੜਿਆ ਹੈ। तो बंदा रोजगार की अहमियत इस करके है कि रोजगार सानू जिहड़ा वा वो अपनी बेसिक नीड्स पूरियां करने वास्ते सानू जीवन दे विच गाहे बगाहे इधर उधर भटकना पैना है। सानू रोजी की तलाश विच, रोटी की तलाश विच अपने आप नू कज्जण वास्ते सानू इधर उधर जिहड़ा वा मेहनत मशक्कत करन दी लोड़ पैनी है। ते उस वास्ते रोजगार की अहमियत जिहड़ी है मैं समझदा है कि बन जाती है। पंजाबी सभ्याचार के हवाले नाल जेकर गल करिए, मंगा बासी जी इस पक्ष तो मैं समझांगा कि होर अगे एलैबोरेट करनगे कि पंजाबी सभ्याचार दे विच जेकर फोकलोर के हवाले नाल गल करिए तो सानूं हवाले मिलते हैं कि पंजाबी बंदा जिहड़ा वा वो शुरू तो ही रोजी रोटी की तलाश विच इधर उधर जिहड़ा वा अपना ठिकाने नूं छड्ड के दूसरे पासे जिहड़ा वा जांदा रहा है। जां जिवें हुण प्रवास जिहड़ा हो रहा है, थोड़ी गल मैं अगे जाके करांगा। पंजाबी बोलियां जो हवाले मिलते हैं, बारी बरसी खट्टण गया सी खट के लियांदा, अगे जिहड़ा वा वख-वख जिहड़े राइम जिहड़े जोड़े जांदे आ कि खट के लियांदा। तो बाहर अपना ठिकाने नूं छड्ड के 12-12 साल तक बाहर जिहड़े जाके खट्टी कमाई करके मुड़ अपने परिवार विच परतना, अपने परिवार की देखभाल करनी, अपने परिवार की रोजी रोटी की प्रबंध जिहड़ा वा करना, वो साडीआं मुੱਢਲੀਆਂ लोड़ां रहियां ने। साडा रोजगार जिहड़ा वा इस ढंग दे नाल जिहड़ा वा रहा। दोस्तों जिहड़ा साडा जिहड़ा कल्चर रहा है, खास तौर के उपर जिहड़ी साडी बनतर है, सभ्यतावां दा विकास हुंदा रहा है। और उस स्ट्रक्चर दे विच पशु पालन युग विचों भी निकले हैं, खेतीबाड़ी युग बारे भी असीं जाणे हैं, व्यापार की दुनिया के नाल, बिजनेस की दुनिया के नाल भी देखते हैं। और जिहड़ी साडे कोल पंजाबी बंदे की मानसिकता है, और खास तौर के उपर जिहड़ी साडी जे मैं थोड़ा जिहा कंपैरिजन करना चाहां मध्यकाल दे नाल, जिहड़ी साडी मध्यकाली जिहड़ी सोच सी जां जिहड़ी साडी हरी जिहड़ी क्रांति आई और उस तो पहला ते उस तो बाद विच चेंजेस जिहड़ियां वापरियां, पंजाबी बंदा की सोचदा, पंजाबी बंदा सोचदा सी उत्तम खेती, मध्यम व्यापार, नखिद्ध चाकरी, भीख नदार। ये साडा एक जिहड़ा लोक सियाणप है, ये साडा एक अखान है कि उत्तम खेती जिहड़ी है साडे कोल खेती नूं उत्तमता प्रदान की गई थी। और जिहड़ी बिजनेस है, जिहड़ा व्यापार है, उन्होंने मध्यम जिहड़ा रखा गया। और नखिद्ध चाकरी मैं इत्थे फोकस करना चाहता, नखिद्ध चाकरी कि चाकरी नूं नखिद्ध रखा गया सी, चाकरी नूं गुलामी समझा जाता सी, चाकरी नूं जिहड़ा बड़े हेठले दर्जा जिहड़ा प्रदान किया गया कि खेती जिहड़ी है बड़ा राजियां महाराजियां वाला काम, सरदारी वाला काम, व्यापार जिहड़ा वा उसनूं भी थोड़ा चंगा समझा गया। पर चाकरी जिहड़ी है, नौकरी जिहड़ी है, उसनूं मध्यकाली सोच विच नखिद्ध जिहड़ा मन्निया गया। ते भीख जिहड़ी है वो नदारद
ਜਿਹੜੀ ਹੈ ਉਸ ਨੂੰ ਜਿਹੜਾ ਵਾ ਸਮਝਿਆ ਗਿਆ। ਪਰੰਤੂ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਦੌਰ ਬਦਲਦਾ, ਸਮਾਂ ਬਦਲਦਾ, ਸਮੇਂ ਦੇ ਬਦਲਣ ਦੇ ਨਾਲ ਸਾਡੀ ਸੋਚ ਬਦਲਦੀ ਹੈ, ਸਾਡਾ ਅਵਚੇਤਨ ਬਦਲਦਾ ਹੈ, ਤਾਂ ਉਹੀ ਸੋਚ ਜਦੋਂ ਨਵੀਆਂ ਸਥਿਤੀਆਂ ਦੇ ਅਨੁਸਾਰ, ਨਵੀਆਂ ਪ੍ਰਸਥਿਤੀਆਂ ਦੇ ਵਿੱਚੋਂ ਨਵੇਂ ਅਰਥ ਗ੍ਰਹਿਣ ਕਰਦੀ ਹੈ ਸਾਡਾ ਜੀਵਨ, ਤਾਂ ਉਹਦੇ ਵਿੱਚ ਇਹ ਅਰਥ ਜਿਹੜੇ ਆ ਬਦਲਵੇਂ ਰੂਪ ਵਿੱਚ ਦਿਖਾਈ ਦਿੰਦੇ ਆ। ਤੇ ਵਰਤਮਾਨ ਸਮੇਂ ਦੇ ਵਿੱਚ ਜਿਹੜੀ ਸਾਡੀ ਸੋਚ ਹੈ ਉਹ ਜਿਹੜੀ ਨਖਿੱਧ ਚਾਕਰੀ ਵਾਲੀ ਸੀ ਉਸ ਨੂੰ ਅਸੀਂ ਦੇਖਦੇ ਹਾਂ ਕਿ ਉੱਤਮਤਾ ਦਾ ਦਰਜਾ ਪ੍ਰਦਾਨ ਹੋ ਚੁੱਕਾ ਹੈ। ਔਰ ਅਸੀਂ ਜਿਹੜੀ ਸਾਡੀ ਪਹਿਲੀ ਜਿਹੜੀ ਆ, ਚਾਹੇ ਕੋਈ ਬੜਾ ਵੱਡਾ ਜਿਹੜਾ ਵਾ ਭੂਮੀ ਦਾ ਮਾਲਕ ਹੋਵੇ, ਖੇਤੀਬਾੜੀ ਕਰਦਾ ਹੋਵੇ, ਪਰ ਖੇਤੀਬਾੜੀ ਨੂੰ ਜਿਹੜਾ ਵਾ ਲਾਹੇ ਬੰਦਾ ਜਿਹੜਾ ਵਾ ਸੌਦਾ ਅਜੋਕੇ ਸਮੇਂ 'ਚ ਤੁਸੀਂ ਜਾਣਦੇ ਹੀ ਹੋ ਕਿ ਕਿਸਾਨੀ ਜੀਵਨ ਦੀ ਕੀ ਹਾਲਤ ਹੈ। ਔਰ ਉਸ ਸਥਿਤੀ ਵਿੱਚ ਨੌਕਰੀ ਨੇ ਪ੍ਰਮੁੱਖਤਾ ਹਾਸਲ ਜਿਹੜੀ ਹੈ ਉਹ ਕੀਤੀ ਹੈ। ਤੋ ਜੇ ਨੌਕਰੀ ਨੇ ਪ੍ਰਮੁੱਖਤਾ ਹਾਸਲ ਕੀਤੀ ਹੈ ਤੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਸਾਡੇ ਕੋਲ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਨੇ, ਸਾਡੇ ਕੋਲ ਬਹੁਤ ਸਾਰੇ ਨਵੇਂ ਐਵਨਿਊਜ਼ ਖੁੱਲੇ ਨੇ, ਸਾਡੇ ਕੋਲ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਨੇ ਸਮਾਜ ਵਿੱਚ, ਜਿਸ ਦੇ ਅੰਤਰਗਤ ਅਸੀਂ ਨੌਕਰੀ ਜਿਹੜੀ ਆ ਪ੍ਰਾਪਤ ਜਿਹੜਾ ਵਾ ਕਰਕੇ ਤੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਜਿਹੜੀ ਆ ਉਹ ਚਲਾ ਸਕਦੇ ਹਾਂ। ਇਸੇ ਸਿਸਟਮ ਦੇ ਵਿੱਚੋਂ ਹੀ ਸਾਡੇ ਕੋਲ ਜਿਹੜਾ ਮੱਧ ਵਰਗ ਪੈਦਾ ਹੋਇਆ, ਮੱਧ ਵਰਗੀ ਸਮਾਜ ਦੀ ਹੋਂਦ ਦੀ ਨੌਕਰੀ ਪੇਸ਼ਾ ਜਦੋਂ ਜਿਹੜਾ ਸਾਡੇ ਕੋਲ ਰੁਜ਼ਗਾਰਾਂ ਦੇ ਮੌਕੇ ਆਉਂਦੇ ਆ ਤਾਂ ਉਹਦੇ ਵਿੱਚ ਇੱਕ ਨਵੀਂ ਸ਼੍ਰੇਣੀ ਬਣ ਜਾਂਦੀ ਹੈ ਜਿਹੜੀ ਮੱਧ ਵਰਗ ਦੀ ਸ਼੍ਰੇਣੀ ਜਿਹੜੀ ਸੀ। ਔਰ ਉਹਦੇ ਨਾਲ ਜਿਹੜਾ ਮੈਂ ਸਮਝਦਾ ਕਿ ਰੁਜ਼ਗਾਰ ਤੇ ਭਾਸ਼ਾ ਦਾ, ਕਿਉਂਕਿ ਇਹਦੇ ਵਿੱਚ ਜਿਹੜਾ ਵਾ ਅਹਿਮ ਹੋਊਗਾ। ਦੇਖੋ ਭਾਸ਼ਾ ਜਿਹੜੀ ਹੈ ਉਹ ਕਮਿਊਨੀਕੇਸ਼ਨ ਕਰਦੀ ਹੈ, ਭਾਸ਼ਾ ਜਿਹੜੀ ਹੈ ਉਹ ਸੰਚਾਰ ਕਰਦੀ ਹੈ, ਤੇ ਜਿੰਨੀ ਵਧੀਆ ਸੰਚਾਰ ਤੁਹਾਡਾ ਹੋਵੇਗਾ, ਜਿੰਨਾ ਵਧੀਆ ਭਾਸ਼ਾਈ ਮੁਹਾਵਰਾ ਤੁਹਾਡਾ ਹੋਵੇਗਾ, ਤੁਸੀਂ ਉਨੇ ਹੀ ਰੁਜ਼ਗਾਰ ਵਿੱਚ ਸਕਸੈਸਫੁਲ ਹੋਵੋਗੇ, ਉਨੇ ਹੀ ਆਪਣੇ ਬਿਜ਼ਨਸ ਵਿੱਚ ਸਕਸੈਸਫੁਲ ਜਿਹੜਾ ਵਾ ਉਹ ਹੋਵੋਗੇ। ਤੇ ਸਭ ਤੋਂ ਵਧੀਆ ਸੰਚਾਰ ਤੁਸੀਂ ਕਿਸ ਭਾਸ਼ਾ ਵਿੱਚ ਕਰ ਸਕਦੇ ਹੋ? ਸਭ ਤੋਂ ਵਧੀਆ ਸੰਚਾਰ ਅਸੀਂ ਆਪਣੀ ਮਾਤ ਭਾਸ਼ਾ ਵਿੱਚ ਕਰ ਸਕਦੇ ਹਾਂ। ਸਭ ਤੋਂ ਵਧੀਆ ਕਮਿਊਨੀਕੇਸ਼ਨ, ਸਭ ਤੋਂ ਵਧੇਰੇ ਭਾਸ਼ਾਈ ਜਿਹੜੀ ਪਕੜ ਹੁੰਦੀ ਹੈ ਉਹ ਸਾਡੀ ਆਪਣੀ ਮਾਤ ਭਾਸ਼ਾ ਵਿੱਚ ਹੁੰਦੀ ਹੈ। ਸੋ ਪੰਜਾਬੀ ਸਾਡੀ ਜਿਹੜੀ ਹੈ ਮਾਤ ਭਾਸ਼ਾ, ਔਰ ਮਾਤ ਭਾਸ਼ਾ ਦੇ ਵਿੱਚ ਅਸੀਂ ਜਦੋਂ ਸੰਚਾਰ ਕਰਦੇ ਹਾਂ ਤਾਂ ਰੁਜ਼ਗਾਰ ਦੇ ਨਾਲ ਸੰਬੰਧ ਜਿਹੜੇ ਬਣਦੇ। ਇੱਥੇ ਮੈਂ ਇੱਕ ਥੋੜਾ ਜਿਹਾ ਮੈਨੂੰ ਗੱਲ ਯਾਦ ਆ ਗਈ, ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਡਾਕਟਰ ਸੁਖਦੇਵ ਸਿੰਘ ਖਾਰਾ ਜਿਹੜੇ ਸਾਡੇ ਇੱਥੋਂ ਸਾਬਕਾ ਪ੍ਰੋਫੈਸਰ ਤੇ ਮੁਖੀ ਅੱਜ ਕੱਲ੍ਹ ਕੈਨੇਡਾ ਰਹਿ ਰਹੇ ਨੇ, ਉਹ ਮੈਨੂੰ ਇੱਕ ਗੱਲ ਸੁਣਾ ਰਿਹਾ ਸੀ ਕਿ ਜਦੋਂ ਉਹਨਾਂ ਦਾ ਪਰਿਵਾਰ ਸਾਰਾ ਕੈਨੇਡਾ ਵਿੱਚ ਸੀ ਤਾਂ ਉਹ ਇਕੱਲੇ ਉੱਥੇ ਰਹਿੰਦੇ ਸੀ। ਉਹਨਾਂ ਦੇ ਘਰ ਇੱਕ ਅਮਰੂਦ ਦਾ ਰੁੱਖ ਸੀ, ਉਹਦੇ ਪੱਤੇ ਜਿਹੜੇ ਆ ਸੁੱਕ ਕੇ ਥੱਲੇ ਡਿੱਗਦੇ ਸੀ। ਇੱਕ ਦਿਨ ਉਹ ਝਾੜੂ ਦੇ ਨਾਲ ਪੱਤਿਆਂ ਨੂੰ ਸਾਫ਼ ਕਰਦੇ ਬਾਹਰ ਗੇਟ ਵੱਲ ਲੈ ਕੇ ਗਏ ਤੇ ਉਹ ਕਹਿੰਦੇ ਕਿ ਇੱਕ ਬੰਦਾ ਜਿਹੜਾ ਫੇਰੀ ਵਾਲਾ ਸੀ ਸਾਈਕਲ ਦੇ ਉੱਪਰ ਜਿਹੜਾ ਵਾ ਗਲੀ ਦੇ ਵਿੱਚ ਧੋਕੇ ਦਿੰਦਾ ਫਿਰਦਾ ਸੀ, ਤੇ ਉਹ 10 ਸਾਲ ਤੋਂ ਜਿਹੜਾ ਵਾ ਉਹ ਦੇਖ ਰਿਹਾ ਸੀ। ਤੇ ਉਹਦਾ ਟਾਕਰਾ ਹੋ ਗਿਆ ਉਹਨਾਂ ਨਾਲ ਜਦੋਂ ਬਾਹਰ ਨਿਕਲੇ, ਤੇ ਉਹਨਾਂ ਨਾਲ ਉਹ ਗੱਲੀ ਪੈ ਗਏ ਤੇ ਉਹਨਾਂ ਨੂੰ ਪੁੱਛਦੇ ਸੀ ਕਿਵੇਂ ਚੱਲ ਰਿਹਾ ਵਾ ਤੁਹਾਡਾ ਕੰਮਕਾਰ, ਕਿਵੇਂ ਚੱਲ ਰਿਹਾ? ਤੇ ਉਹ ਬੰਦਾ ਬੜਾ ਨਿਰਾਸ਼ ਹੋ ਕੇ ਕਹਿੰਦਾ ਕਾਹਦਾ ਕੰਮਕਾਰ ਹੈ ਜੀ, ਬੜਾ ਬੁਰਾ ਹਾਲ ਹੈ, ਕੁਛ ਨਹੀਂ, ਗੁਜ਼ਾਰਾ ਨਹੀਂ ਜਿਹੜਾ ਵਾ ਚੱਲ ਰਿਹਾ। ਤੇ ਡਾਕਟਰ ਖਹਿਰਾ ਦੀ ਗੱਲ ਜਿਹੜੀ ਹੈ ਬੜੀ ਇੰਪੋਰਟੈਂਟ ਸੀ, ਜਿਹੜੀ ਗੱਲ ਮੈਂ ਇੱਥੇ ਅੰਡਰਲਾਈਨ ਕਰਨੀ ਚਾਹੁੰਦਾ। ਉਹ ਗੱਲ ਇਹ ਸੀ, ਉਹ ਕਹਿੰਦੇ ਭਲਿਆ ਮਾਨਸਾ ਗੱਲ ਤੋਂ 10 ਸਾਲ ਤੈਨੂੰ ਸੁਣਦਿਆਂ ਹੋ ਗਏ ਆ ਤੇ ਮੈਨੂੰ ਅੱਜ ਤੱਕ ਜਿਹੜਾ ਤੂੰ ਹੋਕਾ ਦੇਣਾ ਹੈ ਉਹਦਾ ਇਹ ਪਤਾ ਨਹੀਂ ਲੱਗਿਆ ਕਿ ਤੂੰ ਕੁਝ ਵੇਚਦਾ ਹੈ ਕਿ ਤੂੰ ਕੁਝ ਖਰੀਦਦਾ ਹੈ। ਤੇ ਜਦੋਂ ਤੇਰਾ ਕਮਿਊਨੀਕੇਸ਼ਨ ਹੀ ਨਹੀਂ ਹੈ, ਤੇਰਾ ਪਤਾ ਨਹੀਂ ਲੋਕਾਂ ਨੂੰ ਲੱਗਦਾ ਕਿ ਇਹ ਕੀ ਵੇਚਦਾ ਹੈ ਕਿ ਖਰੀਦਦਾ ਹੈ, ਤਾਂ ਤੇਰਾ ਜਿਹੜਾ ਰੁਜ਼ਗਾਰ ਕਿੱਥੋਂ ਚੱਲਣਾ। ਸੋ ਇਹ ਮੈਂ ਸਮਝਦਾ ਕਿ ਜਿਹੜਾ ਰੁਜ਼ਗਾਰ ਹੈ, ਰੁਜ਼ਗਾਰ ਦੇ ਵਿੱਚ ਇਹ ਭਾਸ਼ਾ ਦੀ ਅਹਿਮੀਅਤ ਹੈ। ਰੁਜ਼ਗਾਰ ਭਾਸ਼ਾ ਦੇ ਨਾਲ ਇਸ ਢੰਗ ਦੇ ਨਾਲ ਨੇੜੇ ਜੁੜਿਆ ਹੋਇਆ ਕਿ ਜਿੰਨਾ ਤੁਹਾਡਾ ਕਮਿਊਨੀਕੇਸ਼ਨ ਮਹੱਤਵਪੂਰਨ ਹੈ, ਉਨਾ ਹੀ ਤੁਹਾਡਾ ਰੁਜ਼ਗਾਰ ਦੇ ਵਿੱਚ ਸੰਭਾਵਨਾਵਾਂ ਜਿਹੜੀਆਂ ਨੇ ਉਹ ਵਧੇਰੇ ਜਿਹੜੀਆਂ ਨੇ ਉਹ ਬਣਦੀਆਂ। ਔਰ ਮੈਂ ਸਮਝਦਾ ਕਿ ਜੇਕਰ ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਵੇ ਕਿ ਪੰਜਾਬੀ ਭਾਸ਼ਾ ਵਿੱਚ ਰੁਜ਼ਗਾਰ ਦੀਆਂ ਕਿਸ ਕਿਸਮ ਦੇ ਐਵਨਿਊਜ਼ ਨੇ, ਕਿਸ ਕਿਸਮ ਦੀਆਂ ਸੰਭਾਵਨਾਵਾਂ ਨੇ, ਤੇ ਉਹ ਇਹ ਸਟਰਕਚਰ ਦੇਖੀਏ, ਬਣਤਰ ਦੇਖੀਏ, ਤਾਂ ਉਹ ਸਿੱਧੇ ਤੌਰ ਦੇ ਉੱਪਰ ਇੱਕ ਤਾਂ ਨੌਕਰੀਆਂ ਨੇ, ਦੂਸਰੇ ਪਾਸੇ ਵਪਾਰ ਹੈ, ਤੇ ਤੀਸਰੇ ਪਾਸੇ ਆਪਣੇ ਕੰਮ ਨੇ ਜਾਂ ਸਵੈ ਰੁਜ਼ਗਾਰ ਜਿਹਨੂੰ ਕਹਿ ਰਹੇ ਆ, ਖੇਤੀਬਾੜੀ ਕਹਿ ਰਹੇ ਆ, ਉਹਦੇ ਨਾਲ ਜੁੜੇ ਹੋਏ ਜਿਹੜੇ ਕੰਮਕਾਰ ਨੇ। ਸੋ ਇਹ 3 ਤਰ੍ਹਾਂ ਦੇ ਐਵਨਿਊਜ਼ ਜਿਹੜੇ ਆ ਸਾਡੇ ਕੋਲ ਜਿਹੜੇ ਆ ਉਪਲਬਧ ਮੈਂ ਸਮਝਦਾ ਕਿ ਹੈਗੇ ਆ। ਔਰ ਖਾਸ ਤੌਰ ਤੇ ਜੇ ਅਸੀਂ ਅੱਗੇ ਥੋੜੀ ਮੈਂ ਵਰਗੀਕ੍ਰਿਤ ਸ਼ੁਰੂ ਕਰਾਂ ਤਾਂ ਨੌਕਰੀਆਂ ਦੇ ਵਿੱਚ 2 ਤਰ੍ਹਾਂ ਦੀਆਂ ਨੌਕਰੀਆਂ ਨੇ, ਇੱਕ ਸਰਕਾਰੀ ਨੌਕਰੀਆਂ ਨੇ, ਦੂਸਰੀਆਂ ਨਿੱਜੀ ਖੇਤਰ ਦੀਆਂ ਨੌਕਰੀਆਂ ਨੇ। ਔਰ ਖਾਸ ਤੌਰ ਦੇ ਉੱਪਰ ਜਿਹੜੀਆਂ ਸਰਕਾਰੀ ਨੌਕਰੀਆਂ ਨੇ, ਸਰਕਾਰੀ ਨੌਕਰੀਆਂ ਦੇ ਵਿੱਚ ਵੀ ਅੱਗੇ
ਜਿਹੜੀਆਂ ਦੋ ਤਰ੍ਹਾਂ ਦੀਆਂ ਨੌਕਰੀਆਂ ਨੇ, ਇੱਕ ਸਿਵਲ ਪ੍ਰਸ਼ਾਸਨ ਦੀਆਂ ਨੌਕਰੀਆਂ ਨੇ ਔਰ ਦੂਸਰੀਆਂ ਅਧਿਆਪਨ ਦੀਆਂ ਨੌਕਰੀਆਂ ਨੇ। ਔਰ ਜੇ ਅਧਿਆਪਨ ਦੀ ਗੱਲ ਵੀ ਕੀਤੀ ਜਾਵੇ ਤਾਂ ਉਹਦੇ ਵਿੱਚ ਅੱਗੇ ਜਿਹੜੀਆਂ ਨੇ ਸਕੂਲਾਂ ਦੇ ਵਿੱਚ ਅਧਿਆਪਕ ਨੇ, ਕਾਲਜਾਂ ਵਿੱਚ ਅਧਿਆਪਕ ਨੇ, ਯੂਨੀਵਰਸਿਟੀਆਂ ਵਿੱਚ ਅਧਿਆਪਕ ਨੇ, ਔਰ ਇਹ ਵੀ ਦੋ ਕਿਸਮ ਦੇ ਨੇ, ਚਾਹੇ ਉਹ ਨਿੱਜੀ ਯੂਨੀਵਰਸਿਟੀਆਂ ਸਕੂਲਾਂ ਕਾਲਜਾਂ ਵਿੱਚ ਨੇ ਤੇ ਇੱਕ ਸਰਕਾਰੀ ਯੂਨੀਵਰਸਿਟੀਆਂ ਸਕੂਲਾਂ ਕਾਲਜਾਂ ਦੇ ਅਧਿਆਪਕ ਨੇ। ਮੈਂ ਸਮਝਦਾ ਕਿ ਇਹ ਇੱਕ ਵੱਡਾ ਖੇਤਰ ਹੈ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਵਾਸਤੇ ਜਿਹੜਾ ਰੁਜ਼ਗਾਰ ਦੇ ਮੌਕੇ ਜਿਹੜੇ ਖੁੱਲ੍ਹਦੇ। ਔਰ ਇਸ ਨੇ ਗੱਲ ਇਹ ਵੀ ਜਿਹੜਾ ਵਾ ਉਹ ਸਾਫ਼ ਕਰ ਦੇਣਾ ਚਾਹੁੰਦਾ ਕਿ ਭਾਸ਼ਾ ਦਾ ਕਿਸੇ ਅਕਾਦਮਿਕ ਯੋਗਤਾ ਨਾਲ, ਭਾਸ਼ਾ ਦੇ ਰੁਜ਼ਗਾਰ ਦਾ ਜ਼ਰੂਰੀ ਨਹੀਂ ਹੈ ਕਿ ਕਿਸੇ ਅਕਾਦਮਿਕ ਯੋਗਤਾ ਨਾਲ ਸੰਬੰਧ ਹੋਵੇ। ਅਕਾਦਮਿਕ ਯੋਗਤਾ ਨਾਲ ਸੰਬੰਧ ਜਿਹੜਾ ਵਾ ਉਹ ਬਹੁਤ ਇੰਪੋਰਟੈਂਟ ਵੀ ਹੈ ਪਰ ਜ਼ਰੂਰੀ ਨਹੀਂ ਹੈ, ਕਿਉਂਕਿ ਬਿਨਾਂ ਕਿਸੇ ਅਕਾਦਮਿਕ ਯੋਗਤਾ ਤੋਂ ਵੀ ਜਿਹੜਾ ਵਾ ਉਹ ਕੋਈ ਕਾਰੋਬਾਰ ਕੰਮ ਜਿਹੜਾ ਵਾ ਕੀਤਾ ਜਾ ਸਕਦਾ ਹੈ, ਚਲਾਇਆ ਜਾ ਸਕਦਾ ਹੈ। ਉਹਦੇ ਵਿੱਚ ਭਾਸ਼ਾ ਦੀ ਬੜੀ ਅਹਿਮੀਅਤ ਜਿਹੜੀ ਆ ਉਹ ਰਹਿੰਦੀ ਹੈ। ਔਰ ਇਵੇਂ ਹੀ ਜਿਹੜੀਆਂ ਸਾਡੇ ਕੋਲ ਨਿੱਜੀ ਖੇਤਰ ਦੇ ਐਵਨਿਊਜ਼ ਨੇ ਜਾਂ ਥਾਵਾਂ ਨੇ, ਉਹਨਾਂ 'ਚ ਮੈਂ ਦੇਖਦਾ ਕਿ ਇੱਕ ਤਾਂ ਸਾਡੇ ਕੋਲ ਮਲਟੀਨੈਸ਼ਨਲ ਕੰਪਨੀਆਂ ਨੇ, ਔਰ ਜਿਹੜੀ ਸਾਡੀ ਜਿਹੜੇ ਵਧੇਰੇ ਅਜੋਕੇ ਸਮੇਂ ਵਿੱਚ ਜਿਹੜੀਆਂ ਨੌਕਰੀਆਂ ਦਾ ਵਧੇਰੇ ਸਕੋਪ ਹੈ ਉਹ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਜਾਂਦਾ ਹੈ। ਇਸ ਦੀ ਅੱਗੇ ਜਾ ਕੇ ਮੈਂ ਗੱਲ ਕਰਾਂਗਾ ਕਿ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਟੈਕਨੋਲੋਜੀ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਲੋੜਾਂ ਨੇ ਔਰ ਜਿਹੜੀਆਂ ਕੰਪਿਊਟਰ ਸੌਫਟਵੇਅਰ ਨੈਟਵਰਕਿੰਗ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਸਾਡੇ ਵਿਦਿਆਰਥੀ ਬੀਟੈਕ ਇਲੈਕਟ੍ਰੋਨਿਕਸ ਕੰਪਿਊਟਰ ਵਾਲੇ ਪਾਸੇ ਇੰਜੀਨੀਅਰਿੰਗ ਵਾਲੇ ਪਾਸੇ ਜਾਂਦੇ ਆ ਔਰ ਉਹ ਅੰਗਰੇਜ਼ੀ ਭਾਸ਼ਾ ਨੂੰ ਜਿਹੜਾ ਵਾ ਪਹਿਲ ਦਿੱਤੀ ਜਾਂਦੀ ਹੈ ਉਹਨਾਂ ਦੇ ਵਿੱਚ ਖਾਸ ਤੌਰ ਦੇ ਉੱਪਰ। ਔਰ ਦੂਸਰੇ ਪਾਸੇ ਦੇ ਨਾਲ ਹੀ ਪੱਤਰਕਾਰਤਾ ਦੇ ਨਾਲ ਜੁੜੀਆਂ ਹੋਈਆਂ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਰੁਜ਼ਗਾਰ ਦੇ ਮੌਕੇ ਨੇ। ਔਰ ਕਿਉਂਕਿ ਪੱਤਰਕਾਰਤਾ ਇੱਕ ਇਹੋ ਜਿਹਾ ਫੀਲਡ ਹੈ ਜਿਸ ਫੀਲਡ ਦੀ ਮੈਂ ਖਾਸ ਤੌਰ ਉੱਤੇ ਭਾਸ਼ਾਈ ਸਰਲਤਾ ਨੂੰ ਲੈ ਕੇ ਗੱਲ ਕਰਨੀ ਚਾਹੁੰਦਾ ਕਿ ਪੱਤਰਕਾਰਤਾ ਦੇ ਵਿੱਚ ਭਾਸ਼ਾ ਪ੍ਰਮੁੱਖ ਹੈ। ਜੇਕਰ ਪੱਤਰਕਾਰਤਾ ਦੇ ਵੀ ਜਿਹੜੇ ਦੋ ਹਿੱਸੇ ਨੇ, ਚਾਹੇ ਉਹ ਪ੍ਰਿੰਟਿੰਗ ਵਾਲਾ ਜਿਹੜਾ ਪ੍ਰਿੰਟ ਮੀਡੀਆ ਹੈ, ਅਖਬਾਰਾਂ ਰਸਾਲੇ ਹੋਰ ਜਿਹੜਾ ਵਾ ਮੀਡੀਆ, ਔਰ ਦੂਸਰੇ ਪਾਸੇ ਇਲੈਕਟ੍ਰੋਨਿਕ ਮੀਡੀਆ ਜਿਹੜਾ ਬਿਜਲਈ ਯੰਤਰਾਂ ਦੇ ਮਾਧਿਅਮ ਜਿਵੇਂ ਟੈਲੀਵਿਜ਼ਨ ਦੀ ਅਸੀਂ ਜਿਹੜੀ ਗੱਲ ਕਰਦੇ ਟੀਵੀ ਦੀ ਗੱਲ ਕਰਦੇ, ਇਹਨਾਂ ਵਿੱਚ ਭਾਸ਼ਾ ਬੜੀ ਅਹਿਮ ਹੈ। ਔਰ ਖਾਸ ਤੌਰ ਦੇ ਉੱਪਰ ਤੇ ਇਹ ਜੇ ਤੁਸੀਂ ਸ਼ੁੱਧ ਭਾਸ਼ਾ ਦਾ ਉਚਾਰਨ ਕਰਦੇ ਹੋ, ਤੁਸੀਂ ਤੁਹਾਡੇ ਕੋਲ ਸੈਂਟੈਂਸ ਸਟਰਕਚਰ ਜਿਹੜਾ ਵਾ, ਤੁਹਾਡੀ ਜਿਹੜੀ ਵਾਕ ਬਣਤਰ ਜਿਹੜੀ ਆ ਉਹ ਬੜੀ ਸਰਲ ਸਾਦੀ ਤੇ ਤੁਹਾਨੂੰ ਗੱਲ ਜਿਹੜੀ ਆ ਉਹ ਉਸ ਭਾਸ਼ਾ ਦੇ ਵਿੱਚ ਪ੍ਰਭਾਵੀ ਢੰਗ ਨਾਲ ਕਰਨੀ ਆਉਂਦੀ ਹੈ, ਤਾਂ ਤੁਸੀਂ ਉਸ ਖੇਤਰ ਦੇ ਵਿੱਚ ਉਹ ਆਪਣਾ ਕੰਮ ਜਿਹੜਾ ਵਾ ਉਹ ਵਧੀਆ ਤਰ੍ਹਾਂ ਨਾਲ ਜਿਹੜਾ ਚਲਾ ਸਕਦੇ ਹੋ। ਸੋ ਇਹ ਜਿਹੜਾ ਇੱਕ ਬੜਾ ਮਹੱਤਵਪੂਰਨ ਮਾਧਿਅਮ ਹੈ। ਔਰ ਦੂਸਰੀ ਅਗਲੀ ਜਿਹੜੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਇਹਨਾਂ ਖੇਤਰਾਂ ਦੇ ਨਾਲ ਜੁੜਦੀ ਹੋਈ ਕਿ ਭਾਸ਼ਾ ਦੀ ਅਮੀਰੀ ਜਿਹੜੀ ਹੈ ਉਹ ਕਿਸੇ ਭਾਸ਼ਾ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਵਾਸਤੇ ਬਹੁਤ ਅਹਿਮ ਹੁੰਦੀ ਹੈ। ਔਰ ਭਾਸ਼ਾਵਾਂ ਦਾ ਵਿਕਾਸ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਉਹ ਭਾਸ਼ਾਵਾਂ ਹੀ ਵਿਕਸਿਤ ਹੋਈਆਂ ਨੇ, ਉਹ ਭਾਸ਼ਾਵਾਂ ਹੀ ਵਿਕਸਿਤ ਹੁੰਦੀਆਂ ਨੇ ਜਿਨ੍ਹਾਂ ਵਿੱਚ ਰੁਜ਼ਗਾਰ ਦੇ ਮੌਕੇ ਵਧੇਰੇ ਹੁੰਦੇ ਆ। ਔਰ ਖਾਸ ਤੌਰ ਦੇ ਉੱਪਰ ਜਦੋਂ ਅਸੀਂ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਗੱਲ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਭਾਸ਼ਾ ਉਦੋਂ ਵਿਕਾਸ ਕਰੇਗੀ ਜਦੋਂ ਪੰਜਾਬੀ ਭਾਸ਼ਾ ਗੁਫਤਾਰ ਦੀ ਭਾਸ਼ਾ ਹੋਵੇਗੀ, ਸਰਕਾਰ ਦੀ ਭਾਸ਼ਾ ਹੋਵੇਗੀ, ਰੁਜ਼ਗਾਰ ਦੀ ਭਾਸ਼ਾ ਹੋਵੇਗੀ। ਤੋ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਆਮ ਪੱਧਰ ਦੇ ਉੱਪਰ ਪੰਜਾਬੀ ਵਿੱਚ ਗੱਲਬਾਤ ਕਰੀਏ। ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੋਈ ਕਿ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਜੇ ਸਰੀਨ ਨੇ ਜਦੋਂ ਜੀ ਆਇਆਂ ਨੂੰ ਕਿਹਾ ਸਾਰੇ ਹੀ ਜਿਹੜਾ ਡੈਲੀਗੇਟਸ ਨੂੰ, ਤਾਂ ਉਹਨਾਂ ਨੇ ਬੜੀ ਸ਼ੁੱਧ ਤੇ ਬੜੀ ਵਧੀਆ ਪੰਜਾਬੀ ਦੇ ਵਿੱਚ ਗੱਲ ਕੀਤੀ ਹੈ ਔਰ ਪੰਜਾਬੀ ਬੜੀ ਖੂਬਸੂਰਤ ਪੰਜਾਬੀ ਬੋਲੀ। ਤਾਂ ਮੈਂ ਸਮਝਦਾ ਕਿ ਇਹ ਜਿਹੜੀ ਬੜੀ ਅਹਿਮ ਹੁੰਦੀ ਹੈ ਕਿਸੇ ਭਾਸ਼ਾ ਵਾਸਤੇ ਕਿ ਉਸ ਭਾਸ਼ਾ ਦੇ ਵਿਦਿਅਕ ਸੰਸਥਾਵਾਂ ਨੂੰ ਚਲਾਉਣ ਵਾਲੇ ਲੋਕ, ਉਸ ਭਾਸ਼ਾ ਦੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ, ਉਹ ਉਸ ਭਾਸ਼ਾ ਨੂੰ ਕਿੰਨੀ ਕੁ ਅਹਿਮੀਅਤ ਪ੍ਰਦਾਨ ਕਰਦੇ ਆ, ਕਿੰਨੀ ਕੁ ਅਹਿਮੀਅਤ ਜਿਹੜੀ ਆ ਉਹ ਦਿੰਦੇ ਆ। ਸੋ ਇਸ ਦੇ ਨਾਲ ਹੀ ਸਰਕਾਰ ਦੀ ਭਾਸ਼ਾ ਵੀ ਬਣਨੀ ਜ਼ਰੂਰੀ ਹੈ ਕਿ ਸਰਕਾਰਾਂ ਕਿਸ ਭਾਸ਼ਾ ਵਿੱਚ ਕੰਮ ਕਰਦੀਆਂ ਉਸ ਵੱਲ ਜਿਹੜਾ ਰੁਝਾਨ ਬਣਦਾ। ਤੇ ਤੀਸਰੀ ਗੱਲ ਰੁਜ਼ਗਾਰ, ਕਿ ਜਿਸ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਬਿਹਤਰ ਹੋਣਗੇ, ਜਿਸ ਭਾਸ਼ਾ ਵਿੱਚ ਰੁਜ਼ਗਾਰ ਦੇ ਮੌਕੇ ਵਧੇਰੇ ਹੋਣਗੇ, ਉਸ ਭਾਸ਼ਾ ਦਾ ਵਿਕਾਸ ਵਧੇਰੇ ਹੋਵੇਗਾ। ਉਸ ਭਾਸ਼ਾ ਨੂੰ ਬਹੁਤੇ ਲੋਕ ਸਿੱਖਣਗੇ, ਉਸ ਭਾਸ਼ਾ ਨੂੰ ਦੂਸਰੇ ਮੁਲਕਾਂ ਦੇ ਦੂਸਰੇ ਖਿੱਤਿਆਂ ਦੇ ਲੋਕ ਵੀ ਜਾਣਨਾ ਚਾਹਣਗੇ, ਜਿਹੜਾ ਵਾ ਉਸ ਨੂੰ ਸਿੱਖਣਾ ਚਾਹਣਗੇ। ਇੱਥੇ ਮੈਂ ਥੋੜਾ ਜਿਹਾ
डाटा देना चाहना, ਤੁਹਾਨੂੰ डाटा दे के गल करनी चाहना कि आर्थिक स्वै निर्भरता जी कितनी जरूरी है किसी भाषा वास्ते या भाषा के प्राप्त रोजगार वास्ते, कि दुनिया दियां 5 वड्डियां भाषावां, दुनिया दियां 5 जिहड़ियां बहुत बहु गिनती वालों बोलियां जाण वालियां भाषावां, उहदे विचों नंबर 1 चाइनीज़। चाइनीज़ भाषा 1 बिलियन लोग जिहड़े आ वो चाइनीज़ भाषा जिहड़ी आ उहदा इस्तेमाल करदे आ, उहदा जिहड़ा बोलदे आ। और तुसीं देखदे हो कि चाइना दे विच तुसीं जे कोई विजिट भी करते हो, मैं तो नहीं विजिट किया पर मैं एक्सपीरियंस सुनता है लोगों को कि उत्थे सिर्फ चाइनीज़ भाषा ही बोली जाती। चाइनीज़ जिहड़े लोग चाइनीज़ राष्ट्रपति कितनी बारी इंडिया में आए वो अपनी चाइनीज़ भाषा में ही गल करते हैं। जे तुसीं उन्हां दी गल समझनी है तो तुसीं ये तुहाडी जरूरत है, तुसीं 2 भाषा दी इस्तेमाल करते हो उन्हां नूं गल नूं समझण वास्ते, या कोई होर इस्तेमाल करते हो, पर वो जिहड़ी अपनी भाषा में ही गल जिवें वो अपनी प्रोडक्ट बेचण वास्ते अपनी भाषा में ही गल करते। तो वो क्योंकि आर्थिक तौर पर संपन्न लोग ने, आर्थिक संपन्नता किसी भाषा को अमीरी प्रदान करती है। जे असीं उन्हां कोलों कोई माल प्रोडक्ट खरीदनी है तो साडी जरूरत है कि असीं उन्हां नाल कम्यूनीकेशन जिहड़ा वो करिए। ये एक पक्ष है इस गल का। और इस तरह ही जिहड़ी अरेबिक भाषा दूसरे नंबर से अरेबिक भाषा है, 300 मिलियन लोग जिहड़े है अरेबिक भाषा जी वो बोलते हैं। और तुम जानते हो कि जी अरब कंट्रीज ने उन्होंने कितनी इंपोर्टेंस है, कितने अमीर मुल्क ने, क्योंकि उन्होंने को तेल के खजाने ने, उन्होंने को जमीन के हेठा जो कुदरती स्रोत ने। और तीसरे नंबर पर जी फ्रेंच भाषा जी 40 देशों के बोली जाती है फ्रेंच भाषा। और ईवन के जी चौथे नंबर पर स्पैनिश भाषा है, 20 देशों की सरकारी भाषा वजों मानता मिली हुई है स्पैनिश भाषा को। 5वें नंबर पर जी जर्मन भाषा है, जर्मन ने इंडस्ट्री के बहुत उन्हें कंट्रीब्यूट किया और उसका बड़िया इंडस्ट्री और उद्योग हुए और गड्डियां और ट्रांसपोर्टेशन कार और होर इस तरह का समान जो बनाने जर्मनी जो बड़ा महत्वपूर्ण है। तो मैं समझदा है इतने मैं ये गल इस करके डाटा देना चाहता थी कि जिहड़े मुल्क जिहड़े क्षेत्र खास तौर के उपर आर्थिक संपन्नता नाल जुड़े हुए हैं उन्हां दीयां भाषावां जिहड़ियां ने दूसरे मुल्कां विच उन्होंने विस्तार किया, दूसरे थावां दे उपर भी जिहड़ियां ने वो गईयां ने। परंतु कंपैरेटिवली भारत दे विच जदों मैं देखदा है तां अंग्रेजी प्रति रुझान जिहड़ा वा वो वधेरे पाया। और खास तौर ते उसका एक बड़ा कारण जिहड़ा वा वो क्योंकि भारत दे विच अंग्रेजों ने लंबा समा जिहड़ा राज किया। और जे पंजाब के खिते की गल करिए तो क्योंकि पंजाब विच कंपैरेटिवली भारत के जिहड़ा वा थोड़ा समा तकरीबन 1 सदी जिहड़ी 100 साल तो घट समा जिहड़ा वा अंग्रेज इत्थे काबज जिहड़े रहे, पर उन्हां दी जिहड़ी सैटअप सी उन्होंने जिहड़ी साडी एकेडैमिक्स नूं सैटअप कीती है और उन्होंने साडा जिहड़ा विद्या तंत्र जिहड़ा वा वो डिवेलप किया। और उस विद्या तंत्र को अंग्रेजों ने डिवेलप करने करके हम देखो जिन्नियां भी साडियां रुतबे वालियां पोस्टां ने खास तौर के उपर IAS IPS और UPSC के जिन्ने भी एग्जाम होंगे है, NDA का जिहड़ा एग्जाम होंदा है और अदालतों के विच जज्जां की भाषा अदालतों की भाषा ये सारी अंग्रेजी के विच जिहड़ा वा कामकाज जिहड़ा होंदा है। IAS PCS ये सारियां जिहड़ियां UPSC नाल जुड़े हुए दाखिले के इम्तिहान मुकाबले के इम्तिहान इन्हां विच अंग्रेजी भाषा जिहड़ी आ वो इस्तेमाल जिहड़ी आ वो कीती जांदी है। तो जो जिहड़े रुतबे वाले अहुदे ने रुतबे वाले जिहड़े पद ने उन्हां दे उपर जो अपने बच्चों को लोग जिहड़ा वा पहुंचाउणा चाहुंदे आ तां वो शुरू तो ही उन्हां स्कूलों की चोण करते हैं जिन्हां स्कूलों विच पंजाबी भाषा नहीं सगों अंग्रेजी माध्यम के विच सिक्ख्या जिहड़ी मिलदी होवे, अंग्रेजी जिहड़ी है सिखाई जिहड़ी आ वो जांदी होवे। तो इस तरह मैं समझदा है कि जिहड़ी है इस किस्म का रुझान जिहड़ा वा रोजगार के नाल जुड़ के कि जिहड़ी भाषा विच इस किस्म का रोजगार है उस भाषा नूं जिहड़ा वा वो सिक्ख्या जावे। तां इस संदर्भ विच मैं समझदा कि किते ना किते जिहड़ियां खेतरी भाषा इन्हां विचों पंजाबी भाषा भी एक है उहदे नाल वितकरा जिहड़ा वा जरूर देखण नूं जिहड़ा वा वो मिलदा है। और अगली जिहड़ी गल मैं करनी चाहुंदा वो तकनालोजी के नाल जोड़ के है कि तकनालोजी के आधारित जिहड़े रोजगार ने और वो भी आम तौर के उत्ते अंग्रेजी माध्यम की शिक्षा के नाल जुड़े हुए हैं।
ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਟੈਕਨੋਲੋਜੀ ਦੇ ਆਧਾਰਿਤ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ, ਕੰਪਿਊਟਰ ਕੰਪਨੀਆਂ ਦੇ ਵਿੱਚ ਜਿਹੜਾ ਵੱਡਾ ਬਿਜ਼ਨਸ ਜਿਹੜਾ ਚੱਲਦਾ ਪਿਆ ਆ, ਜਿਨ੍ਹਾਂ ਦੀ ਜਿਹੜੀਆਂ ਯੂਨੀਵਰਸਿਟੀਆਂ ਤੋਂ, ਕਾਲਜ ਤੋਂ ਪਲੇਸਮੈਂਟ ਹਰ ਸਾਲ ਜਿਹੜੀ ਹੈ ਸੈਂਕੜਿਆਂ ਦੀ ਗਿਣਤੀ ਵਿੱਚ ਪਲੇਸਮੈਂਟ ਹੁੰਦੀ ਹੈ। ਔਰ ਸਾਡੇ ਕੋਲ ਇਹ ਉਹ ਖੇਤਰ ਰਹਿ ਗਿਆ ਜਿਹਦੇ ਵਿੱਚ ਵਧੇਰੇ ਨੌਕਰੀਆਂ ਦੀ ਗੁੰਜਾਇਸ਼ ਹੈ ਜਾਂ ਵਧੇਰੇ ਨੌਕਰੀਆਂ ਜਿਹੜੀਆਂ ਨੇ ਵਰਤਮਾਨ ਸਮੇਂ ਦੇ ਵਿੱਚ ਮਿਲਦੀਆਂ ਪਈਆਂ ਨੇ। ਸੋ ਮਾਂ-ਬਾਪ ਉਹਨਾਂ ਖੇਤਰਾਂ ਵੱਲ ਨੂੰ ਜਾਣ ਵਾਸਤੇ ਆਪਣੇ ਬੱਚਿਆਂ ਦੀ ਜਿਹੜੀ ਤਰਬੀਅਤ ਹੈ ਔਰ ਆਪਣੇ ਬੱਚਿਆਂ ਦੀ ਜਿਹੜੀ ਮੁੱਢਲੀ ਸਿੱਖਿਆ ਹੈ ਉਹ ਦੇ ਵਿੱਚ ਅਹਿਮੀਅਤ ਜਿਹੜੀ ਆ ਉਹ ਬਣ ਜਾਂਦੀ ਹੈ। ਇਸ ਕਰਕੇ ਉਹਨਾਂ ਨੂੰ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹੀ ਕੋਰਸ ਜਿਹੜੇ ਆ ਉਹ ਪੜ੍ਹਾਏ ਜਾਂਦੇ ਆ। ਇੰਜੀਨੀਅਰਿੰਗ ਨਾਲ ਜੁੜੇ ਹੋਏ ਜਾਂ ਹੋਰ ਜਿਹੜੇ ਆ ਡਾਕਟਰੀ ਸਿੱਖਿਆ ਨਾਲ ਜੁੜੇ ਹੋਏ ਕੋਰਸ ਵੀ ਜਿਹੜੇ ਆ ਉਹਦੇ ਵਿੱਚ ਅੰਗਰੇਜ਼ੀ ਜਿਹੜੀ ਆ ਉਹ ਆ ਜਾਂਦੀ ਹੈ। ਸੋ ਮੈਂ ਸਮਝਦਾ ਕਿ ਇਹ ਉਸ ਰੁਜ਼ਗਾਰ ਭਾਸ਼ਾ ਨੂੰ ਕਿਵੇਂ ਤਬਦੀਲ ਕਰਦਾ ਹੈ ਜਾਂ ਭਾਸ਼ਾ ਰੁਜ਼ਗਾਰ ਦੇ ਵਿੱਚ ਕਿਵੇਂ ਸਹਾਈ ਹੁੰਦੀ ਹੈ। ਔਰ ਦੂਸਰੀ ਜਿਹੜੀ ਗੱਲ ਹੈ ਕਿ ਵਿਸ਼ਵੀਕਰਨ ਦੇ ਦੌਰ ਦੀ ਜਿਹੜੀ ਗੱਲ ਜੇ ਨਹੀਂ ਕੀਤੀ ਜਾਵੇਗੀ ਤੇ ਮੈਂ ਸਮਝਦਾ ਕਿ ਗੱਲ ਅਧੂਰੀ ਰਹੇਗੀ। ਵਿਸ਼ਵੀਕਰਨ ਨੇ ਸਾਡੇ ਜੀਵਨ ਵਿੱਚ ਦੋਵੇਂ ਤਰ੍ਹਾਂ ਦੇ ਪ੍ਰਭਾਵ ਹੀ ਪਾਏ ਆ। ਸਾਡੇ ਜੀਵਨ ਵਿੱਚ ਵਿਸ਼ਵੀਕਰਨ ਦੇ ਸਕਾਰਾਤਮਕ ਪ੍ਰਭਾਵ ਵੀ ਪਏ ਨੇ, ਸਾਡੇ ਜੀਵਨ ਵਿੱਚ ਵਿਸ਼ਵੀਕਰਨ ਦੇ ਨਕਾਰਾਤਮਕ ਪ੍ਰਭਾਵ ਵੀ ਪਏ ਨੇ। ਔਰ ਖਾਸ ਤੌਰ ਦੇ ਉੱਪਰ ਜਿਹੜਾ ਸਾਡੇ ਜਿਹੜੀ ਆ ਬ੍ਰੇਨ ਜਿਹੜਾ ਡਰੇਨ ਹੋਇਆ ਬਾਹਰਲੇ ਮੁਲਕਾਂ ਵਿੱਚ, ਅਸੀਂ ਦੇਖਦੇ ਹਾਂ ਕਿ ਸਾਡੇ ਰੁਜ਼ਗਾਰ ਦੀ ਤਲਾਸ਼ ਦੇ ਵਿੱਚ ਸਾਡੇ ਨੌਜਵਾਨ ਰੋਜ਼, ਹੁਣ ਤਾਂ ਇਹ ਜਿਹੜਾ ਸੰਕਟ ਪੈਦਾ ਹੋਇਆ ਦੁਨੀਆ ਵਿੱਚ ਤਾਂ ਥੋੜੀ ਖੜੋਤ ਆਈ ਹੈ, ਨਹੀਂ ਤਾਂ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਰਪ ਤੇ ਹੋਰਨਾਂ ਮੁਲਕਾਂ ਦੇ ਵਿੱਚ ਪਲਾਨ ਕਰਦੇ ਨੇ, ਰੁਜ਼ਗਾਰ ਦੀ ਤਲਾਸ਼ ਵਿੱਚ ਕਰਦੇ ਨੇ। ਤੇ ਜਦੋਂ ਰੁਜ਼ਗਾਰ ਕਰਦੇ ਨੇ, ਜਿਸ ਭਾਸ਼ਾ ਵਿੱਚ ਉਹਨਾਂ ਜਨਮ ਲਿਆ ਹੈ, ਜਿਸ ਭਾਸ਼ਾ ਬੋਲਦੇ ਖੇਤਰ ਵਿੱਚ ਉਹਨਾਂ ਦੀ ਤਰਬੀਅਤ ਹੋਈ ਹੈ, ਜਿਸ ਭਾਸ਼ਾ ਬੋਲਦੇ ਖੇਤਰ ਵਿੱਚ ਉਹਨਾਂ ਨੇ ਆਪਣੀ ਸਿੱਖਿਆ ਪ੍ਰਾਪਤ ਕੀਤੀ ਹੈ, ਜਦੋਂ ਉਸ ਭਾਸ਼ਾ ਬੋਲਦੇ ਖਿੱਤੇ ਵਿੱਚ ਉਹਨਾਂ ਨੂੰ ਕੋਈ ਯੋਗ ਜਿਹੜੀ ਨੌਕਰੀ ਜਾਂ ਰੁਜ਼ਗਾਰ ਨਹੀਂ ਮਿਲਦਾ ਤੇ ਉਹਨਾਂ ਨੂੰ ਮਜਬੂਰਨ ਜਦੋਂ ਉਹਨਾਂ ਥਾਵਾਂ ਉੱਪਰ ਜਾਣਾ ਪੈਂਦਾ ਜਿੱਥੇ ਰੁਜ਼ਗਾਰ ਜਿਹੜਾ ਵਾ ਉਹ ਪ੍ਰਾਪਤ ਹੁੰਦਾ ਤਾਂ ਫਿਰ ਉਹਨਾਂ ਨੂੰ ਕਈ ਵਾਰ ਉੱਥੋਂ ਦੀ ਰੁਜ਼ਗਾਰ ਦੀ ਭਾਸ਼ਾ ਸਿੱਖਣੀ ਪੈਂਦੀ ਹੈ ਜਾਂ ਬਹੁਤ ਸਾਰੀਆਂ ਰੁਜ਼ਗਾਰ ਵਿੱਚ ਲੈਣ ਵਿੱਚ ਉੱਥੇ ਜਾ ਕੇ ਸਮੱਸਿਆਵਾਂ ਵੀ ਆਉਂਦੀਆਂ ਪਛਾਈ। ਮੈਂ ਸਮਝਦਾ ਕਿ ਇਹ ਮੰਗਾ ਬਾਸੀ ਜੀ ਇਸ ਬਾਰੇ ਹੋਰ ਵਧੇਰੇ ਵਿਸਥਾਰ ਨਾਲ ਗੱਲ ਕਰਨਗੇ ਕਿ ਉਹ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਸਾਡੇ ਜਿਹੜੇ ਜਦੋਂ ਕੋਈ ਪ੍ਰਭਾਵ ਕਰਦਾ ਹੈ ਤੇ ਭਾਸ਼ਾਈ ਸਮੱਸਿਆਵਾਂ ਹੁੰਦੀਆਂ ਨੇ ਉਸ ਨੂੰ ਰੁਜ਼ਗਾਰ ਦੀ ਤਲਾਸ਼ ਦੇ ਵਿੱਚ। ਔਰ ਜਿਹੜੀ ਮੈਂ ਸਕਾਰਾਤਮਕ ਵਿਸ਼ਵੀਕਰਨ ਦੇ ਪ੍ਰਭਾਵਾਂ ਦੀ ਜੇ ਗੱਲ ਕਰਾਂ, ਖਾਸ ਤੌਰ ਤੇ ਇਸ ਤੋਂ ਪਹਿਲਾਂ ਪ੍ਰਵਾਸ ਦੀ ਗੱਲ ਹੋਈ ਹੈ, ਤਾਂ ਪ੍ਰਵਾਸ ਵਿੱਚ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਉੱਥੇ ਜਾ ਕੇ ਸਥਾਪਿਤ ਹੋ ਗਿਆ। ਮੈਂ ਸਮਝਦਾ ਹਾਂ ਕਿ ਪੰਜਾਬ ਸਿਰਫ ਪੰਜਾਬ ਤੱਕ ਨਹੀਂ ਸੀਮਤ, ਪੰਜਾਬ ਦੀਆਂ ਭੂਗੋਲਿਕ ਸੀਮਾਵਾਂ ਤੱਕ ਨਹੀਂ ਸੀਮਤ। ਪੰਜਾਬ ਇੱਕ ਪਾਕਿਸਤਾਨੀ ਪੰਜਾਬ ਦੀ ਹੈ, ਪੰਜਾਬ ਇੱਕ ਭਾਰਤੀ ਪੰਜਾਬ ਦੀ ਹੈ। ਪੰਜਾਬ ਇੱਕ ਭਾਰਤ ਤੋਂ ਜਿਹੜਾ ਪੰਜਾਬ ਤੋਂ ਬਾਹਰ ਦੂਸਰੀਆਂ ਸਟੇਟਸ ਦੇ ਵਿੱਚ ਵਸਦੇ ਜਿਹੜੇ ਪੰਜਾਬੀ ਨੇ, ਔਰ ਉਹ ਵੀ ਇੱਕ ਪੰਜਾਬ, ਉਹਨਾਂ ਦਾ ਵੀ ਇੱਕ ਪੰਜਾਬ ਹੈ ਜਿੱਥੇ ਪੰਜਾਬੀ ਭਾਸ਼ਾ ਬੋਲਦੇ ਪੰਜਾਬੀ ਲੋਕ ਵਸਦੇ ਨੇ। ਤੇ ਇੱਕ ਪੰਜਾਬ ਸਾਡੇ ਜਿਹੜਾ ਮੁਲਕ ਹੈ ਭਾਰਤ ਤੋਂ ਬਾਹਰ ਵੱਖ-ਵੱਖ ਜਿਹੜੇ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਜਾ ਕੇ ਬੈਠੇ ਨੇ, ਇੱਕ ਉਹ ਵੀ ਪੰਜਾਬ ਹੈ ਜਿਹੜੇ ਪੰਜਾਬੀ ਭਾਸ਼ਾ ਬੋਲਦੇ ਨੇ। ਪਰ ਬਹੁਤ ਸਾਰੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਉਹਨਾਂ ਦੀ ਪੰਜਾਬੀ ਦੀ ਡਿਮਾਂਡ ਵਧੀ ਹੈ, ਕਿਉਂਕਿ ਸਾਡੇ ਜਿਹੜੇ ਲੋਕ ਜਦੋਂ ਬਾਹਰ ਜਾਂਦੇ ਨੇ ਤਾਂ ਉਹਨਾਂ ਦੀ ਜਿਹੜੀ ਪਿਛੋਕੜ ਦੇ ਨਾਲ ਜਿਹੜੀ ਸਾਂਝ ਹੈ, ਸਾਡੇ ਸੱਭਿਆਚਾਰ ਦੇ ਨਾਲ ਜਿਹੜੀ ਉਹਨਾਂ ਦੀ ਪੀੜੀ ਸਾਂਝ ਹੈ, ਜਿਹੜਾ ਅਵਚੇਤਨ ਸਾਡੇ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ, ਉਹ ਆਪਣੇ ਬੱਚਿਆਂ ਨੂੰ ਵੀ ਉਹਦੇ ਨਾਲ ਜੋੜਨਾ ਚਾਹੁੰਦੇ ਆ। ਤਾਂ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਤੇ ਪੰਜਾਬੀ ਅਧਿਆਪਕਾਂ ਦੀਆਂ, ਪੰਜਾਬੀ ਸਿਖਾਉਣ ਵਾਲਿਆਂ ਦੀਆਂ ਜ਼ਰੂਰਤ ਦੀ ਜਿਹੜੀ ਪੈਦਾ ਹੋ ਰਹੀ ਹੈ। ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵੀ ਉਪਰਾਲਾ ਸ਼ੁਰੂ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਅਗਲੇ ਸੈਸ਼ਨ ਦੇ ਵਿੱਚ ਅਸੀਂ 3-4 ਜਿਹੜੇ ਕੋਰਸ ਪੰਜਾਬੀ ਦੇ ਬੇਸਿਕ ਕੋਰਸ ਜਿਹੜੇ ਨੇ ਉਹ NRI ਵਾਸਤੇ ਜਿਹੜੇ ਪੰਜਾਬ ਤੋਂ, ਭਾਰਤ ਤੋਂ ਬਾਹਰ ਜਿਹੜੇ ਲੋਕ ਰਹਿ ਰਹੇ ਨੇ ਤੇ ਪੰਜਾਬੀ ਭਾਸ਼ਾ ਸਿੱਖਣੀ ਚਾਹੁੰਦੇ ਆ, ਉਹਨਾਂ ਵਾਸਤੇ ਹੀ ਸ਼ੁਰੂ ਕਰ ਰਹੇ ਆ। ਸੋ ਇਹਦਾ ਮਤਲਬ ਕੀ ਹੈ ਕਿ ਸਾਡੇ ਕੋਲ ਬਹੁਤ ਸਾਰੀਆਂ ਡਿਮਾਂਡਸ ਆ ਰਹੀਆਂ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਪੰਜਾਬੀ ਭਾਸ਼ਾ ਸਿੱਖਣੀ ਚਾਹੁੰਦੇ ਆ, ਪੰਜਾਬੀ ਭਾਸ਼ਾ ਸਿਖਾਉਣੀ ਚਾਹੁੰਦੇ ਆ। ਇਹ ਇੱਕ ਹੋਰ ਵੱਖਰੀ ਤਰ੍ਹਾਂ ਜਿਹੜੀ ਲੋੜ ਔਰ ਮੈਂ ਜ਼ਿਆਦਾ ਟਾਈਮ ਹੋਰ ਜ਼ਿਆਦਾ ਨਹੀਂ ਲਵਾਂਗਾ, ਬਸ 2-4 ਮਿੰਟ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਕਰਨੀਆਂ। ਖਾਸ ਤੌਰ ਤੇ ਮਲਟੀਨੈਸ਼ਨਲ ਕੰਪਨੀਆਂ ਜਿਹੜੀ ਵਿਸ਼ਵੀਕਰਨ ਦੇ ਸਕਾਰਾਤਮਕ ਪ੍ਰਭਾਵ ਰੁਜ਼ਗਾਰ ਦੇ ਸੰਬੰਧ ਵਿੱਚ ਕਿ ਮਲਟੀਨੈਸ਼ਨਲ ਕੰਪਨੀਆਂ ਨੇ ਰੁਜ਼ਗਾਰ ਦੇ ਬਹੁਤ ਸਾਰੇ ਐਵਨਿਊ ਸਾਡੇ ਵਾਸਤੇ ਖੋਲੇ ਨੇ, ਜਿਹੜੀਆਂ ਖੇਤਰੀ ਭਾਸ਼ਾਵਾਂ ਵਾਸਤੇ ਵੀ ਖੋਲੇ ਨੇ। ਔਰ ਖਾਸ ਤੌਰ ਤੇ ਉੱਪਰ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਨੇ ਆਪਣੀ ਪ੍ਰੋਡਕਟ ਵੇਚਣੀ,
ਉਹਨਾਂ ਨੇ ਪ੍ਰੋਡਕਟ ਵੇਚਣੀ, ਪ੍ਰੋਡਕਟ ਉਹਨਾਂ ਵੇਚਣੀ ਹੈ ਵੱਖ-ਵੱਖ ਖਿੱਤਿਆਂ ਦੇ ਵਿੱਚ, ਤੇ ਵੱਖ-ਵੱਖ ਖਿੱਤਿਆਂ ਵਿੱਚ ਜਦੋਂ ਉਹਨਾਂ ਪ੍ਰੋਡਕਟ ਵੇਚਣੀ ਹੈ ਤਾਂ ਉੱਥੋਂ ਦੇ ਜਿਹੜੇ ਬਸ਼ਿੰਦੇ ਨੇ, ਜਿਹੜੇ ਉਹਨਾਂ ਦੇ ਯੂਜ਼ਰਸ ਨੇ, ਜਿਹੜੇ ਉਹਨਾਂ ਦੇ ਕਸਟਮਰਸ ਨੇ, ਉਹਨਾਂ ਕਸਟਮਰਸ ਦੀ ਭਾਸ਼ਾ ਵਿੱਚ ਗੱਲ ਕਰਨੀ ਚਾਹੁੰਦੇ, ਤਾਂ ਹੀ ਉਹਨਾਂ ਨੂੰ ਉਹ ਜਿਹੜਾ ਵਾ ਵਧੇਰੇ ਪ੍ਰਭਾਵਿਤ ਕਰ ਸਕਣਗੇ। ਸੋ ਇਸ ਸਥਿਤੀ ਦੇ ਵਿੱਚ ਉਹਨਾਂ ਨੇ ਵੱਖ-ਵੱਖ ਖਿੱਤਿਆਂ ਦੇ ਵਿੱਚੋਂ, ਜਿਸ ਖਿੱਤੇ ਵਿੱਚ ਉਹਨਾਂ ਨੇ ਆਪਣੀ ਪ੍ਰੋਡਕਟ ਵੇਚਣੀ ਹੈ, ਮਲਟੀਨੈਸ਼ਨਲ ਕੰਪਨੀਆਂ ਨੇ, ਉਹਨਾਂ ਖਿੱਤਿਆਂ ਦੇ ਵਿੱਚੋਂ ਲੋਕਾਂ ਨੂੰ ਜਿਹੜਾ ਵਾ ਉਹਨਾਂ ਨੇ ਹਾਇਰ ਕਰਕੇ ਉਹਨਾਂ ਨੂੰ ਨੌਕਰੀਆਂ ਦੇ ਕੇ, ਤੇ ਉਹਨਾਂ ਨੇ ਉਸ ਖਿੱਤੇ ਵਿੱਚ ਰਹਿਣ ਵਾਲੇ ਜਿਹੜੇ ਮਾਸਟਰਸ ਨੇ, ਜਿਹੜੇ ਲੋਕ ਨੇ, ਉਹਨਾਂ ਦੇ ਨਾਲ ਸੰਪਰਕ ਜਿਹੜਾ ਸਥਾਪਿਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਨੀ ਹੈ ਜਾਂ ਕਰ ਰਹੇ ਨੇ। ਤੇ ਇੱਕ ਐਵਨਿਊ ਜਿਹੜਾ ਵਾ ਇਹ ਮਹੱਤਵਪੂਰਨ ਜਿਹੜਾ ਬਣ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਕੋਈ ਪ੍ਰੋਡਕਟ ਵੇਚਣੀ ਆ ਤਾਂ ਉਹਦੇ ਵਾਸਤੇ ਉਹਨਾਂ ਨੇ ਇਸ਼ਤਿਹਾਰਬਾਜ਼ੀ ਕਰਨੀ ਹੈ। ਤੁਸੀਂ ਦੇਖਦੇ ਹੋ ਕਿੰਨੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਇਸ਼ਤਿਹਾਰ ਜਿਹੜੇ ਨੇ ਉਹ ਖੇਤਰੀ ਭਾਸ਼ਾਵਾਂ ਵਿੱਚ ਦਿੰਦੇ ਨੇ। ਵੱਖ-ਵੱਖ ਰੀਜਨਸ ਦੇ ਵਿੱਚ, ਗੁਜਰਾਤ ਵਿੱਚ ਉਹਨਾਂ ਦੀ ਭਾਸ਼ਾ ਵਿੱਚ ਚੱਲੇਗਾ, ਬੰਗਾਲ ਵਿੱਚ ਉਹਨਾਂ ਦੀ ਭਾਸ਼ਾ ਚੱਲੇਗਾ, ਪੰਜਾਬ ਵਿੱਚ ਸਾਡੀ ਭਾਸ਼ਾ 'ਚ ਚੱਲੇਗਾ। ਸੋ ਉਸ ਤਰ੍ਹਾਂ ਦੇ ਇਸ਼ਤਿਹਾਰ ਜਿਹੜੇ ਆ ਉਹ ਪੰਜਾਬੀ ਭਾਸ਼ਾ ਦੇ ਵਿੱਚ, ਫਿਰ ਜਿਹੜੀਆਂ ਪ੍ਰੋਡਕਟਸ ਵੇਚਣੇ ਆ, ਚਾਹੇ ਉਹ ਵਾਸ਼ਿੰਗ ਮਸ਼ੀਨ ਹੈ, ਚਾਹੇ ਉਹ ਫ੍ਰਿਜ ਹੈ, AC ਹੈ, ਹਾਊਸ ਹੋਲਡ ਦੀਆਂ ਚੀਜ਼ਾਂ ਨੇ, ਉਹਨਾਂ ਦਾ ਇੱਕ ਲਿਟਰੇਚਰ ਹੁੰਦਾ, ਉਹਨਾਂ ਨੂੰ ਯੂਜ਼ ਕਿਵੇਂ ਕਰਨਾ, ਔਰ ਉਹ ਲਿਟਰੇਚਰ ਜਿਹੜਾ ਵਾ ਉਹ ਵੀ ਖੇਤਰੀ ਭਾਸ਼ਾਵਾਂ ਦੇ ਵਿੱਚ ਉਹਦੀ ਵਰਸ਼ਨ ਜਿਹੜੀ ਆ ਦਿੱਤੀ ਜਾਂਦੀ ਹੈ। ਸੋ ਉੱਥੇ ਵੀ ਜਿਹੜਾ ਵਾ ਪੰਜਾਬੀ ਭਾਸ਼ਾ ਜਾਂ ਖੇਤਰੀ ਭਾਸ਼ਾਵਾਂ ਦੀ ਜਿਹੜੀ ਆ ਮੈਂ ਸਮਝਦਾ ਕਿ ਲੋੜ ਪੈਂਦੀ ਹੈ। ਕਿਵੇਂ ਹੀ ਜਿਹੜੀਆਂ ਕੰਪਨੀਆਂ ਨੇ ਮਲਟੀਨੈਸ਼ਨਲ ਨੇ ਪਹੁੰਚ ਬਣਾਉਣ ਵਾਸਤੇ, ਲੋਕਾਂ ਨੂੰ ਸੁਵਿਧਾਵਾਂ ਦੇਣ ਵਾਸਤੇ ਕਾਲ ਸੈਂਟਰ ਜਿਹੜੇ ਆ ਉਹਨਾਂ ਵਿੱਚ ਵੀ ਪੰਜਾਬੀ, ਤੁਸੀਂ ਜਿਹੜਾ ਵਾ ਕਿਤੇ ਕਾਲ ਕਰਦੇ ਹੋ, ਕਿਤੇ ਕਸਟਮਰ ਕੇਅਰ ਤੇ ਗੱਲ ਕਰਦੇ ਹੋ ਤਾਂ ਤੁਹਾਨੂੰ ਕਹਿੰਦੇ ਆ ਕਿ ਜੇਕਰ ਅੰਗਰੇਜ਼ੀ 'ਚ ਗੱਲ ਕਰਨੀ 1 ਨੱਪੋ, ਹਿੰਦੀ 'ਚ ਕਰਨੀ 2 ਨੱਪੋ, ਪੰਜਾਬੀ 'ਚ ਕਰਨੀ 3 ਨੱਪੋ। ਅਸੀਂ ਉਹ ਫੋਨ ਤੋਂ ਜਿਹੜਾ ਵਾ ਬਟਨ ਦਬਾਉਣੇ ਆ। ਸੋ ਉਹਦੇ ਵਿੱਚ ਵੀ ਪੰਜਾਬੀ ਦੇ ਜਿਹੜੇ ਐਵਨਿਊਜ਼ ਜਿਹੜੇ ਆ ਉਹ ਹੈਗੇ ਆ ਕਿ ਜਿੱਥੇ ਸ਼ੁੱਧ ਪੰਜਾਬੀ ਬੋਲਣ ਵਾਲੇ ਸਮਰੱਥਾਵਾਨ ਉਹਨਾਂ ਦੀ ਜ਼ਰੂਰਤ। ਇੱਥੇ ਮੈਂ ਇੱਕ ਹੋਰ ਗੱਲ ਕਰਦਾ ਨਾਲ ਜੋੜੀ ਕਿ ਵਰਤਮਾਨ ਦੌਰ ਜਿਹੜਾ ਵਾ ਉਹ ਐਕਸੀਲੈਂਸ ਦਾ ਦੌਰ ਹੈ। ਉਹ ਐਵਰੇਜ ਤੇ ਸਧਾਰਨ ਵਿਅਕਤੀ ਦਾ ਦੌਰ ਨਹੀਂ ਹੈ, ਉਹ ਐਕਸੀਲੈਂਸ ਦਾ ਦੌਰ ਹੈ। ਜੇਕਰ ਸਾਡੇ ਕੋਲ ਭਾਸ਼ਾਈ ਸਮਰੱਥਾ ਦੀ ਐਕਸੀਲੈਂਸ ਹੋਵੇਗੀ, ਜੇਕਰ ਸਾਡੇ ਕੋਲ ਜਿਸ ਵਿਸ਼ੇ ਦੇ ਵਿੱਚ ਅਸੀਂ ਤਰਬੀਅਤ ਸਾਡੀ ਹੋਈ, ਜਿਸ ਵਿਸ਼ੇ ਦੇ ਵਿੱਚ ਸਾਡੀ ਸਿੱਖਿਆ ਹੋਈ ਹੈ, ਉਸ ਵਿਸ਼ੇ ਦੇ ਵਿੱਚ ਜੇਕਰ ਅਸੀਂ ਐਕਸੀਲੈਂਸ ਪ੍ਰਾਪਤ ਕੀਤੀ ਹੈ, ਦੁਨੀਆ ਦੀ ਕੋਈ ਤਾਕਤ ਸਾਨੂੰ ਰੁਜ਼ਗਾਰ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕਦੀ। ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਰੋਜ਼ੀ ਰੋਟੀ ਜਿਹੜੀ ਆ ਉਹ ਕਮਾ ਹੀ ਲਵਾਂਗੇ, ਭਾਵੇਂ ਜਿਹੋ ਜਿਹੀਆਂ ਮਰਜ਼ੀ ਪ੍ਰਤੀਕੂਲ ਪ੍ਰਸਥਿਤੀਆਂ ਹੋਣ, ਜਿਹੋ ਜਿਹਾ ਮਰਜ਼ੀ ਭ੍ਰਸ਼ਟ ਜਾਂ ਅਪ੍ਰਵਸ਼ਟ ਜਾਂ ਕਿਸੇ ਤਰ੍ਹਾਂ ਦਾ ਵੀ ਗੰਧਲਾ ਸਿਸਟਮ ਹੋਵੇ, ਉਹਦੇ 'ਚ ਮੈਂ ਸਮਝਦਾ ਕਿ ਜੇ ਐਕਸੀਲੈਂਸ ਹਾਸਲ ਕਰਾਂਗੇ ਤੇ ਉਹਦੇ ਵਿੱਚ ਬਹੁਤ ਸਾਰੀਆਂ ਸਾਡੇ ਕੋਲ ਰੁਜ਼ਗਾਰ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ। ਸੋ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਮਲਟੀਨੈਸ਼ਨਲ ਕੰਪਨੀਆਂ 'ਚ ਕੋਈ ਸਿਫਾਰਿਸ਼ ਨਹੀਂ ਚੱਲਣੀ, ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਕੋਈ ਰਿਸ਼ਵਤ ਨਹੀਂ ਚੱਲਣੀ। ਮਲਟੀਨੈਸ਼ਨਲ ਕੰਪਨੀਆਂ ਬੰਦੇ ਨੂੰ ਪਰਖਦੀਆਂ ਨੇ, ਮਲਟੀਨੈਸ਼ਨਲ ਕੰਪਨੀਆਂ ਬੰਦੇ ਤੋਂ ਐਕਸੀਲੈਂਸ ਨੂੰ ਦੇਖਦੀਆਂ ਨੇ, ਉਹ ਐਕਸੀਲੈਂਸ ਨੂੰ ਪਕੜਦੀਆਂ ਨੇ ਕਿਉਂਕਿ ਉਹਨਾਂ ਨੇ ਉਸ ਦੀ ਐਕਸੀਲੈਂਸ ਤੋਂ ਮੁਨਾਫਾ ਲੈਣਾ। ਜੇਕਰ ਉਹ ਕੋਈ ਸਿਫਾਰਿਸ਼ ਨਾਲ, ਰਿਸ਼ਵਤ ਨਾਲ ਕੋਈ ਅਸਮਰੱਥ ਜਿਹੜਾ ਕਿ ਯੋਗ ਹੀ ਨੇ ਭਰਤੀ ਕਰ ਲੈਣਗੇ, ਉਹਨਾਂ ਦੀ ਕੰਪਨੀ ਡੁੱਬ ਜਾਵੇਗੀ। ਉਹ ਕੰਪਨੀ ਡੁੱਬਣਾ ਨਹੀਂ ਚਾਹੁੰਦੀਆਂ। ਸੋ ਇਸ ਕਰਕੇ ਸਾਨੂੰ ਵਰਤਮਾਨ ਦੌਰ ਵਿੱਚ ਕਿਉਂਕਿ ਨਿੱਜੀਕਰਨ ਦਾ ਦੌਰ ਸ਼ੁਰੂ ਹੋ ਗਿਆ, ਪਿੱਛੇ ਜੇ ਸਮਾਚਾਰ ਆਇਆ ਕਿ ਸਾਡਾ ਰੇਲਵੇ ਜਿਹੜਾ ਵਾ ਉਹ ਵੀ ਨਿੱਜੀ ਟ੍ਰੇਨਾਂ ਜਿਹੜੀਆਂ ਨੇ, ਕਿੰਨੀਆਂ 152 ਨਿੱਜੀ ਟ੍ਰੇਨਾਂ ਸ਼ੁਰੂ ਹੋ ਰਹੀਆਂ ਨੇ, ਹਰ ਥਾਂ ਦੇ ਉੱਪਰ ਨਿੱਜੀਕਰਨ ਹੈ, ਏਅਰਵੇਜ਼ ਵਿੱਚ ਨਿੱਜੀਕਰਨ ਹੈ। ਔਰ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਦੌਰ ਚੱਲਿਆ ਹੈ, ਇਸ ਦੌਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਭਾਸ਼ਾਈ ਸਮਰੱਥਾ ਹੈ, ਭਾਸ਼ਾਈ ਸਮਰੱਥਾ ਦੇ ਵਿੱਚ ਸਾਡੀ ਐਕਸੀਲੈਂਸ ਹੋਣੀ ਜਿਹੜੀ ਆ ਬਹੁਤ ਜ਼ਰੂਰੀ ਹੈ। ਤਾਂ ਇਸ ਦੇ ਸੰਦਰਭ ਵਿੱਚ ਹੀ ਅਸੀਂ ਜਿਹੜਾ ਵਾ ਉਹ ਰੁਜ਼ਗਾਰ ਜਿਹੜਾ ਵਾ ਤਲਾਸ਼ ਜਿਹੜਾ ਵਾ ਉਹ ਕਰਦੇ ਹਾਂ। ਔਰ ਖਾਸ ਤੌਰ ਦੇ ਉੱਪਰ ਮੈਂ ਆਖਰੀ ਗੱਲ ਕਰਨੀ ਚਾਹੁੰਦਾ ਕਿ ਜਿਹੜੀ ਮਲਟੀਲਿੰਗੁਅਲ ਸਮਰੱਥਾ ਬਹੁਤ ਜ਼ਰੂਰੀ ਹੈ। ਇਹ ਨਹੀਂ ਹੈ ਦੋਸਤੋ ਕਿ ਅਸੀਂ ਸਿਰਫ ਆਪਣੀ ਖੇਤਰੀ ਭਾਸ਼ਾ ਨਾਲ ਭਾਵਕ ਤੌਰ ਤੇ ਜੁੜੇ ਹੋਏ ਹਾਂ। ਹਾਂ, ਸਾਡੀ ਭਾਵੁਕਤਾ ਹੁੰਦੀ ਹੈ, ਆਪਣੀ ਮਾਂ ਬੋਲੀ ਨਾਲ ਭਾਵੁਕਤਾ ਹੁੰਦੀ ਹੈ। ਅਸੀਂ ਮਾਂ ਬੋਲੀ ਦੇ ਹੱਕ ਵਿੱਚ ਨਾਅਰੇ ਲਾਉਂਦੇ ਹਾਂ, ਪਰ ਜਿਹੜੀਆਂ ਸਾਡੀ ਮਾਂ ਬੋਲੀ ਹੁੰਦੀ ਹੈ, ਸਾਡੀ ਆਪਣੀ ਮਾਤ ਭਾਸ਼ਾ ਹੁੰਦੀ ਹੈ, ਉਸ ਦੇ ਵਿੱਚ ਜਿਹੜਾ ਵਾ ਅਸੀਂ ਸਮਰੱਥ ਹੁੰਦੇ ਹਾਂ। ਮਾਤ ਭਾਸ਼ਾ ਵਿੱਚ ਸਮਰੱਥਾ ਹੀ ਜਿਸ ਵਿੱਚ ਕੰਮ ਨਹੀਂ ਹੁੰਦੀ, ਸਾਨੂੰ ਦੂਸਰੀਆਂ ਭਾਸ਼ਾਵਾਂ ਜਿਨ੍ਹਾਂ ਨਾਲ ਸਾਡਾ ਵਾਬਸਤਾ ਹੁੰਦਾ ਹੈ ਉਹ ਵੀ ਸਿੱਖਣ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਸਾਨੂੰ ਉਹ ਵੀ ਭਾਸ਼ਾਵਾਂ ਜਿਹੜੀਆਂ ਨੇ ਉਹ ਸਿੱਖਣੀਆਂ ਚਾਹੀਦੀਆਂ ਨੇ। ਜੇਕਰ ਸਾਡੇ ਕੋਲ ਮਲਟੀਲਿੰਗੁਅਲ ਸਮਰੱਥਾ ਹੈ, ਜੇਕਰ ਸਾਡੇ ਕੋਲ ਬਹੁ ਭਾਸ਼ਾਈ ਸਮਰੱਥਾ ਹੈ, ਤਾਂ ਅਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਹਰ ਜਿਹੜੀ ਮੁਹਾਜ ਦੇ ਉੱਪਰ ਕਾਮਯਾਬ ਹੋਵਾਂਗੇ।
ਦੋਸਤੋ ਗੱਲਾਂ ਹੋਰ ਵੀ ਬਹੁਤ ਨੇ, ਕਿਉਂਕਿ ਸਮਾਂ ਜਿਹੜਾ ਬੜਾ ਸੀਮਤ ਹੈ। ਮੈਨੂੰ 20 ਮਿੰਟ ਦਾ ਸਮਾਂ ਮਿਲਿਆ ਸੀ, ਮੈਂ ਕੋਸ਼ਿਸ਼ ਕੀਤੀ ਹੈ ਸ਼ਾਇਦ ਕਿ 20 ਮਿੰਟ ਮੇਰੇ ਪੂਰੇ ਹੋ ਗਏ ਹੋਣਗੇ, ਤੇ ਹੋਰ ਵੀ ਦੋਸਤਾਂ ਮਿੱਤਰਾਂ ਦੇ ਤੁਹਾਡੇ ਜੇ ਕੋਈ ਪ੍ਰਸ਼ਨ ਹੋਣਗੇ ਤਾਂ ਸ਼ੇਅਰ ਕਰਾਂਗੇ, ਕਿਉਂਕਿ ਮੇਰੇ ਤੋਂ ਬਾਅਦ ਦੋਸਤ ਟੀਚਰਾਂ ਨੇ ਹੋਰ ਨੇ ਬੋਲਣਾ ਹੈ। ਮੈਂ ਇੱਕ ਵਾਰ ਫਿਰ ਤੋਂ HMB ਕਾਲਜ ਡਾਕਟਰ ਅਜੇ ਸ਼ਰੀਨ ਪ੍ਰਿੰਸੀਪਲ ਸਾਹਿਬ, ਡਾਕਟਰ ਨਵਰੂਪ, ਡਾਕਟਰ ਮਨਦੀਪ ਕੌਰ, ਇਹਨਾਂ ਦੀ ਪੂਰੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਖੂਬਸੂਰਤ ਸੈਮੀਨਾਰ ਦਾ ਸੰਚਾਲਨ ਕਰਾ ਰਹੇ। ਓਵਰ ਟੂ ਡਾਕਟਰ ਮਨਦੀਪ ਕੌਰ। ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਜੀ, ਥੈਂਕ ਯੂ, ਬਹੁਤ ਸ਼ੁਕਰੀਆ। ਬਹੁਤ ਬਹੁਤ ਵਧੀਆ ਸਰ, ਤੁਸੀਂ ਬਹੁਤ ਹੀ ਖੂਬਸੂਰਤ ਅਤੇ ਭਾਵੁਕ ਢੰਗ ਦੇ ਨਾਲ ਪੰਜਾਬੀ ਭਾਸ਼ਾ ਅਤੇ ਰੁਜ਼ਗਾਰ ਨਾਲ ਸੰਬੰਧਿਤ ਅਹਿਮ ਨੁਕਤੇ ਸਾਡੇ ਨਾਲ ਸਾਂਝੇ ਕੀਤੇ ਹਨ। ਸਾਡੇ ਨਾਲ ਜੁੜ ਕੇ ਸੈਸ਼ਨ ਦੇ ਅੰਤ ਵਿੱਚ ਅਸੀਂ ਸਵਾਲਾਂ ਜਵਾਬਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਹੁਣ ਮੈਂ ਗੁਜ਼ਾਰਿਸ਼ ਕਰਦੀ ਹਾਂ ਮੰਗਾ ਬਾਸੀ ਜੀ, ਉੱਘੇ ਪੰਜਾਬੀ ਕੈਨੇਡੀਅਨ ਪੰਜਾਬੀ ਲੇਖਕ, ਜਿਨ੍ਹਾਂ ਦੀਆਂ 13 ਦੇ ਕਰੀਬ ਪੁਸਤਕਾਂ ਜਿਹੜੀਆਂ ਉਹ ਭੂਮੀ ਅਤੇ ਕਰਮ ਭੂਮੀ ਦੇ ਵਿੱਚ ਇੱਕ ਸੰਤੁਲਨ ਨੂੰ ਬਰਕਰਾਰ ਰੱਖਿਆ ਅਤੇ ਸਰ ਤੁਸੀਂ ਦੇਸ਼ ਅਤੇ ਪ੍ਰਦੇਸ਼ ਦੋਨਾਂ ਦੇ ਹਾਲਾਤ ਤੋਂ ਚੰਗੀ ਤਰ੍ਹਾਂ ਵਾਕਿਫ ਹੋ। ਤੁਸੀਂ ਦੀਆਂ ਤੁਸੀਂ ਆਪਣੇ ਮੁੱਲਵਾਨ ਵਿਚਾਰ ਸਾਡੇ ਨਾਲ ਸਾਂਝੇ ਕਰੋ। ਡਾਕਟਰ ਸਰ ਮੰਗਾ ਬਾਸੀ ਜੀ। थैंक यू मनदीप जी। मेरी बात सुन रही है ना? आवाज क्लियर है? ठीक है सर, बिल्कुल। थैंक यू थैंक यू। HMB कॉलेज की प्रबंधक कमेटी, प्रिंसीपल सरीन जी, प्रोफैसर नवरूप जी, डॉक्टर मनदीप जी, डॉक्टर हराज जी, डॉक्टर प्रवीण, गुलाबा के विद्यार्थी, ਮੈਨੂੰ ਅੱਜ ਤੁਹਾਡੇ रूबरू ਹੋ ਕੇ ਇੱਕ ਖਾਸ ਖੁਸ਼ੀ ਦਾ ਅਹਿਸਾਸ ਹੋਇਆ ਪ੍ਰਤੀਤ ਹੋ ਰਿਹਾ ਹੈ ਤੇ ਇਸ ਸਬਬ ਲਈ ਮੈਂ ਆਪ ਸਭ ਨੂੰ ਤਹਿ ਦਿਲੋਂ ਧੰਨਵਾਦੀ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੀ ਮੀਟਿੰਗ ਦੀ। ਅੱਜ ਦੀ ਮੀਟਿੰਗ ਵਿੱਚ ਮੈਂ ਬਹੁਤੀ ਗੱਲਬਾਤ ਕੈਨੇਡਾ ਤੇ ਪੰਜਾਬ ਵਿੱਚ ਪੰਜਾਬੀ ਬੋਲੀ ਦੇ ਸੰਦਰਭ ਵਿੱਚ ਹੀ ਕੀਤੀ। ਇਹ ਸੰਵਾਦ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਸਮਝਣਾ ਪਵੇਗਾ ਕਿ ਪੰਜਾਬੀ ਭਾਸ਼ਾ ਦੀ ਸਥਿਤੀ ਪੰਜਾਬ ਵਿੱਚ ਕਿਹੋ ਜਿਹੀ ਹੈ, ਕਿਉਂਕਿ ਪੰਜਾਬੀ ਦਾ ਸਰੋਤ ਤਾਂ ਸਾਡਾ ਪੰਜਾਬ ਹੀ ਹੈ। ਉੱਥੋਂ ਦੇ ਧਰਾਤਲ, ਪੌਣ ਪਾਣੀ ਤੇ ਸੱਭਿਆਚਾਰ ਬਦਲਾਅ ਦੀ ਗੱਲ ਕਰਨੀ ਬਣਦੀ ਹੈ, ਜੋ ਕਿ ਅੱਜ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਬਹੁਤੇ ਅਨੁਕੂਲ ਨਹੀਂ ਹਨ। ਜਿਵੇਂ ਕਿ ਅੱਜ ਕੱਲ੍ਹ ਹਰ ਕਿੱਤੇ ਤੇ ਹਰ ਵਰਗ ਦੇ ਲੋਕ ਬੱਚਿਆਂ ਨੂੰ ਪੰਜਾਬੀ ਨਾਲੋਂ ਅੰਗਰੇਜ਼ੀ ਪੜ੍ਹਨ ਨੂੰ ਤਰਜੀਹ ਦੇ ਰਹੇ ਹਨ। ਦੂਸਰਾ, ਕਿਸੇ ਵੀ ਬੋਲੀ ਦੀ ਪ੍ਰਫੁੱਲਤਾ ਲਈ ਸਰਕਾਰੀ ਸਰਪ੍ਰਸਤੀ ਬਹੁਤ ਜ਼ਰੂਰੀ ਹੋਇਆ ਕਰਦੀ ਹੈ, ਜੋ ਕਿ ਸਾਡੇ ਪੰਜਾਬ ਵਿੱਚ ਇਹੋ ਜਿਹਾ ਸਾਰਥਕ ਤੌਰ ਤੇ ਕੁਝ ਨਹੀਂ ਹੋ ਰਿਹਾ ਜਾਪਦਾ। ਸੋ ਜਿਸ ਝੀਲ ਚੋਂ ਕਿਸੇ ਨਦੀ ਦਾ ਜਨਮ ਹੋਇਆ ਹੋਵੇ, ਜੇਕਰ ਉਸ ਦਾ ਜਲ ਸਰੋਤ ਹੀ ਮਾਰੂਥਲਾਂ ਨਾਲ ਪੀਂਘ ਹੁਲਾਰਿਆਂ ਦੀਆਂ ਬਾਤਾਂ ਪਾਵੇ ਤਾਂ ਉਸ ਨਦੀ ਦਾ ਬਹਾਅ ਕਿਤਨਾ ਕੁ ਦੇਰ ਨਿਰੰਤਰ ਰਹਿ ਸਕਦਾ ਹੈ। ਪੰਜਾਬ ਦੇ ਮੁਕਾਬਲੇ ਬਾਹਰ ਵਸੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸਦਾ ਹੀ ਬਹੁਤ ਫਿਕਰਮੰਦ ਰਹੇ ਹਨ। ਜਦੋਂ ਤੋਂ ਇਮੀਗ੍ਰੇਸ਼ਨ ਸਿਲਸਿਲਾ ਪੰਜਾਬੀ ਲੋਕਾਂ ਨੇ ਅਪਣਾਇਆ, ਪੰਜਾਬੀ ਭਾਸ਼ਾ ਨਾਲ ਪ੍ਰਵਾਸੀ ਪੰਜਾਬੀਆਂ ਦਾ ਮੋਹ ਗੂੜਾ ਹੀ ਹੁੰਦਾ ਗਿਆ। ਨਤੀਜੇ ਵਜੋਂ 1910 ਵਿੱਚ ਕੈਨੇਡਾ ਦੀ ਧਰਤੀ ਤੋਂ ਸੁਦੇਸ਼ ਸੇਵਕ ਨਾਂ ਦਾ ਪੰਜਾਬੀ ਅਖਬਾਰ ਸ਼ੁਰੂ ਹੋਇਆ। 1897 ਤੋਂ ਪੰਜਾਬੀ ਕੈਨੇਡਾ ਵਿੱਚ ਆਉਣੇ ਸ਼ੁਰੂ ਹੋਏ ਮੰਨੇ ਜਾਂਦੇ ਨੇ। 1903 ਤੱਕ ਲਗਭਗ 3000 ਪੰਜਾਬੀ ਵੈਨਕੂਵਰ ਏਰੀਏ ਵਿੱਚ ਬਸ ਚੁੱਕੇ ਸਨ ਤੇ 1907 ਵਿੱਚ ਕੈਨੇਡੀਅਨ ਸਰਕਾਰ ਨੇ ਕਾਨੂੰਨ ਰਾਹੀਂ ਭਾਰਤੀਆਂ ਦੀ ਇਮੀਗ੍ਰੇਸ਼ਨ ਤੇ ਰੋਕ ਲਗਾ ਦਿੱਤੀ ਸੀ। 1908 ਵਿੱਚ ਭਾਰਤੀਆਂ ਤੋਂ ਵੋਟ ਦਾ ਹੱਕ ਵੀ ਖੋਲਿਆ ਗਿਆ ਸੀ, ਜਿਹੜਾ ਲੰਮੀ ਜਦੋਜਹਿਦ ਤੋਂ ਬਾਅਦ 2 ਅਪ੍ਰੈਲ 1947 ਨੂੰ ਸਾਡੇ ਪੁਰਖਿਆਂ ਨੇ ਵਾਪਸ ਬਹਾਲ ਕਰਾਇਆ। 1913 ਤੱਕ ਲਗਭਗ 5000 ਦੇ ਨੇੜੇ ਵੈਨਕੂਵਰ ਏਰੀਏ ਵਿੱਚ ਪੰਜਾਬੀ ਆ ਚੁੱਕੇ ਸਨ। 1913 ਵਿੱਚ ਸਟਾਕਟਨ, ਕੈਲੀਫੋਰਨੀਆ, USA ਤੋਂ ਗਦਰ ਨਾਂ ਦਾ ਪੰਜਾਬੀ ਅਖਬਾਰ ਸ਼ੁਰੂ ਕੀਤਾ ਗਿਆ ਸੀ। 1908 ਵਿੱਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੇ ਵੈਨਕੂਵਰ ਤੇ BC ਦੀ ਰਾਜਧਾਨੀ ਵਿਕਟੋਰੀਆ ਵਿੱਚ ਗੁਰਦੁਆਰੇ ਸਥਾਪਿਤ ਕੀਤੇ।
1912 ਵਿੱਚ ਐਬਸਫੋਰਡ ਤੇ 1919 ਵਿੱਚ ਨਿਊ ਵੈਸਟ BC ਵਿੱਚ ਗੁਰਦੁਆਰਿਆਂ ਦੀ ਸਥਾਪਨਾ ਕੀਤੀ ਗਈ। ਇਹਨਾਂ ਸਾਰੇ ਗੁਰਦੁਆਰਿਆਂ ਵਿੱਚ ਪੰਜਾਬੀ ਪੜ੍ਹਾਉਣ ਤੇ ਪੰਜਾਬੀ ਦੇ ਵਿਸਾਰ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ। 1967 ਵਿੱਚ ਮਿਸਟਰ ਟਰੂਡੋ ਨੇ ਇਮੀਗ੍ਰੇਸ਼ਨ ਪਾਲਿਸੀ ਵਿੱਚ ਕੁਝ ਨਰਮਾਈ ਵਾਲੇ ਬਦਲਾਅ ਲਿਆਂਦੇ। ਨਤੀਜੇ ਵਜੋਂ 1972-73 ਤੱਕ ਕਾਫੀ ਗਿਣਤੀ ਵਿੱਚ ਪੰਜਾਬੀ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਵਿੱਚ ਸਫਲ ਹੋਏ, ਜਿਨ੍ਹਾਂ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਤੇ ਸਾਹਿਤਕ ਰੁਚੀਆਂ ਵਾਲੇ ਪੰਜਾਬੀ ਵੀ ਸ਼ਾਮਲ ਸਨ। 1973 ਵਿੱਚ ਵੈਨਕੂਵਰ ਏਰੀਏ ਵਿੱਚ ਪੰਜਾਬੀ ਸਾਹਿਤ ਸਭਾ ਦਾ ਸੰਗਠਨ ਕੀਤਾ ਗਿਆ, ਜਿਸ ਦੇ ਮੁੱਢਲੇ ਮੈਂਬਰ ਗੁਰਚਰਨ ਰਾਮਪੁਰੀ ਜੀ, ਗੁਰਚਰਨ ਟੱਲੇਵਾਲੀਆ, ਅਜਮੇਰ ਰੋਡੇ, ਮਿੰਦਰ ਸੂਮਲ, ਸਾਧੂ ਵਿਨਿੰਗ ਤੇ ਕਈ ਹੋਰ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਮੈਂਬਰ ਇਹਨਾਂ ਨਾਲ ਜੁੜਦੇ ਰਹੇ, ਜੋ ਬਾਅਦ ਵਿੱਚ ਪੰਜਾਬੀ ਸਾਹਿਤ ਸਭਾ ਤੋਂ ਵੈਨਕੂਵਰ ਪੰਜਾਬੀ ਲੇਖਕ ਮੰਚ ਵਿੱਚ ਤਬਦੀਲ ਹੋ ਗਈ। ਇਹ ਸਾਹਿਤਕ ਸੰਗਠਨ ਜਿੱਥੇ ਵੱਖ-ਵੱਖ ਵਿਧਾਵਾਂ ਵਿੱਚ ਸਾਹਿਤ ਰਚਨਾ ਕਰ ਰਿਹਾ ਹੈ, ਉੱਥੇ ਵਿਦੇਸ਼ ਦੀ ਧਰਤੀ ਤੇ ਪੰਜਾਬੀ ਭਾਸ਼ਾ ਤੇ ਪ੍ਰਸਾਰ ਲਈ ਵੀ ਬੜਬੁੱਲਾ ਯੋਗਦਾਨ ਪਾ ਰਿਹਾ ਹੈ। ਇਹ ਲੇਖਕ ਮੰਚ ਹੀ ਸੀ ਜਿਸ ਦੀ ਅਗਵਾਈ ਹੇਠ 1987 ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਵੈਨਕੂਵਰ ਏਰੀਏ ਵਿੱਚ ਕਰਾਈ ਗਈ ਸੀ। ਅਸਲ ਵਿੱਚ ਪੰਜਾਬੀ ਭਾਸ਼ਾ ਨੂੰ ਕੈਨੇਡਾ ਵਿੱਚ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ 1986 ਵਿੱਚ ਕੈਨੇਡਾ ਦਾ ਜੰਮਪਲ ਮਨਮੋਹਨ ਸਿੰਘ ਸੋਹਤਾ ਉਰਫ ਮੋ ਸੋਹਤਾ BC ਦੀ ਵਿਧਾਨ ਸਭਾ ਲਈ ਜਿੱਤ ਕੇ ਪਹਿਲਾ ਪੰਜਾਬੀ MLA ਬਣ ਕੇ ਪੰਜਾਬੀਆਂ ਦਾ ਇਤਿਹਾਸ ਰਚਿਆ ਤੇ ਬਾਅਦ ਵਿੱਚ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋਇਆ। ਉਸ ਦੇ ਯਤਨ ਸਦਕਾ ਪੰਜਾਬੀ ਭਾਸ਼ਾ ਨੇ BC ਵਿੱਚ ਸਰਕਾਰੀ ਸਰਪ੍ਰਸਤੀ ਪ੍ਰਾਪਤ ਕੀਤੀ। ਉਸੇ ਹੀ ਸਮੇਂ ਪਲੀ ਮਤਲਬ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਹੋਂਦ ਵਿੱਚ ਆਈ, ਜਿਸ ਦੇ ਸੰਗਠਨ ਨੂੰ ਸਾਧੂ ਵਿਨਿੰਗ ਜੀ, ਬਲਵੰਤ ਸੰਘੇੜਾ ਜੀ ਤੇ ਸੁਖਵੰਤ ਹੁੰਦਲ ਜੀ ਨੇ ਮੋਢੀ ਬਣ ਕੇ ਸਿਰਜਿਆ ਤੇ ਮਗਰੋਂ ਬਹੁਤ ਸਾਰੇ ਪੰਜਾਬੀ ਨਾਲ ਪਿਆਰ ਕਰਨ ਵਾਲੇ ਤੇ ਸਾਹਿਤਕ ਰੁਚੀਆਂ ਵਾਲੇ ਲੋਕ ਇਹਨਾਂ ਨਾਲ ਜੁੜਦੇ ਗਏ ਤੇ ਇਹ ਪੰਜਾਬੀ ਭਾਸ਼ਾ ਨੂੰ BC ਵਿੱਚ ਲਾਗੂ ਕਰਾਉਣ ਲਈ ਇੱਕ ਪ੍ਰੈਸ਼ਰ ਗਰੁੱਪ ਸਾਬਤ ਹੋਇਆ, ਜਿਸ ਦੇ ਵੱਖ-ਵੱਖ ਸਕੂਲ ਬੋਰਡਾਂ ਤੇ ਸਰਕਾਰੀ ਅਦਾਰਿਆਂ ਨਾਲ ਮੀਟਿੰਗਾਂ ਕੀਤੀਆਂ ਤੇ ਸਰਕਾਰੀ ਸਰਪ੍ਰਸਤੀ ਹੇਠ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦੀ ਮਾਨਤਾ ਪ੍ਰਾਪਤ ਕੀਤੀ। ਇਸ ਵੇਲੇ ਪੰਜਾਬ ਤੋਂ ਬਾਹਰ ਕੈਨੇਡਾ ਵਿੱਚ ਪੰਜਾਬੀ ਨੂੰ BC ਸੂਬੇ ਵਿੱਚ ਦੂਸਰੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਤੇ ਸਮੁੱਚੇ ਕੈਨੇਡਾ ਵਿੱਚ ਇੰਗਲਿਸ਼ ਤੇ ਫ੍ਰੈਂਚ ਤੋਂ ਬਾਅਦ ਪੰਜਾਬੀ ਕੈਨੇਡਾ ਵਿੱਚ ਬੋਲਣ ਵਾਲੀ ਤੀਸਰੀ ਪ੍ਰਮੁੱਖ ਭਾਸ਼ਾ ਹੈ। ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਾਰੀ ਸਿਟੀ ਦੇ 10 ਸਰਕਾਰੀ ਸਕੂਲਾਂ ਵਿੱਚ 450 ਤੋਂ 500 ਬੱਚੇ, ਐਬਸਫੋਰਡ ਦੇ 6 ਸਕੂਲਾਂ ਵਿੱਚ 350 ਤੋਂ 400 ਬੱਚੇ, ਵਰਨਵੀ ਦੇ ਇੱਕ ਸਕੂਲ ਵਿੱਚ 50 ਬੱਚੇ, ਨਿਊ ਵੈਸਟ ਦੇ 3 ਸਕੂਲਾਂ ਵਿੱਚ 150 ਬੱਚੇ ਤੇ ਨਾਰਥ ਡੈਲਟਾ ਦੇ ਇੱਕ ਸਰਕਾਰੀ ਸਕੂਲ ਵਿੱਚ 60 ਬੱਚੇ ਪੰਜਾਬੀ ਦੀ ਪੜ੍ਹਾਈ ਵਿੱਚ ਐਨਰੋਲ ਹਨ। ਸੋ ਕੁੱਲ ਸਾਰੇ ਮੈਟਰੋ ਵੈਨਕੂਵਰ ਵਿੱਚ ਲਗਭਗ 900 ਬੱਚੇ ਪੰਜਾਬੀ ਭਾਸ਼ਾ ਦੀ ਇਸ ਵੇਲੇ ਸਿੱਖਿਆ ਪ੍ਰਾਪਤ ਕਰ ਰਹੇ ਨੇ। ਇਸ ਤੋਂ ਇਲਾਵਾ ਕੁਝ ਪ੍ਰਾਈਵੇਟ ਸਕੂਲ ਤੇ ਸੰਸਥਾਵਾਂ ਵੀ ਆਪੋ ਆਪਣਾ ਪੰਜਾਬੀ ਦੀ ਪੜ੍ਹਾਈ ਲਈ ਯੋਗਦਾਨ ਪਾ ਰਹੀਆਂ ਹਨ, ਜਿਵੇਂ ਕਿ 4 ਖਾਲਸਾ ਸਕੂਲ ਵੈਨਕੂਵਰ ਏਰੀਏ ਦੇ ਵਿੱਚ ਨੇ ਤੇ ਇੱਕ ਸ੍ਰੀ ਗੁਰੂ ਅੰਗਦ ਦੇਵ ਸਕੂਲ ਸਰੀ BC ਦੇ ਵਿੱਚ ਹੈ ਤੇ ਪੰਜਾਬੀ ਅਕੈਡਮੀ ਆਪਣਾ ਰੋਲ ਨਿਭਾ ਰਹੀ ਹੈ ਜੋ ਸਰੀ ਵਿੱਚ ਹੀ ਸਥਾਪਿਤ ਹੈ। ਸੋ ਕੁੱਲ 6 ਤੋਂ 7 ਪ੍ਰਾਈਵੇਟ ਸਕੂਲ ਵੀ ਪੰਜਾਬੀ ਦੀ ਪ੍ਰਫੁੱਲਤਾ ਲਈ ਆਪੋ ਆਪਣਾ ਯੋਗਦਾਨ BC ਦੀ ਧਰਤੀ ਤੇ ਪਾ ਰਹੇ ਨੇ। ਇਸ ਤੋਂ ਬਿਨਾਂ ਯੂਨੀਵਰਸਿਟੀਆਂ ਦੀ ਆਪੋ ਆਪਣੀ ਦੇਣ ਹੈ ਪੰਜਾਬੀ ਦੀ ਪੜ੍ਹਾਈ ਤੇ ਪ੍ਰਸਾਰ ਲਈ, ਜਿਵੇਂ ਕਿ UBC ਮਤਲਬ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਚੇਅਰ ਦੀ ਸਥਾਪਨਾ ਕੀਤੀ ਗਈ ਹੈ ਤੇ ਨੰਬਰ 2 ਕੁਇੰਟਲ ਯੂਨੀਵਰਸਿਟੀ ਸਰੀ ਵਿੱਚ ਹੈ ਤੇ ਉੱਥੇ ਵੀ ਪੰਜਾਬੀ ਦੀ ਪੜ੍ਹਾਈ ਕਈ ਸਾਲਾਂ ਤੋਂ ਚੱਲ ਰਹੀ ਹੈ ਤੇ ਤੀਜੀ ਹੈ SFU ਮਤਲਬ ਸਾਈਮਨ ਫਰੇਜ਼ਰ ਯੂਨੀਵਰਸਿਟੀ ਜੋ ਵਰਨਵੀ ਮਤਲਬ ਮੈਟਰੋ ਵੈਨਕੂਵਰ ਏਰੀਏ ਵਿੱਚ ਹੀ ਹੈ, ਉਸ ਵਿੱਚ ਵੀ ਪੰਜਾਬੀ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਹੈ।
ਫਰੇਜ਼ਰ ਵੈਲੀ ਯੂਨੀਵਰਸਿਟੀ ਜੋ ਐਵਸਫੋਰਡ ਵਿੱਚ ਹੈ, ਜੋ ਐਵਸਫੋਰਡ ਤਕਰੀਬਨ 50 ਕਿਲੋਮੀਟਰ ਦੀ ਵਿੱਚ ਤੇ ਹੈਗਾ ਵੈਨਕੂਵਰ ਤੋਂ ਜਾਂ ਸਰੀ ਤੋਂ, ਉੱਥੇ ਵੀ ਪੰਜਾਬੀ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ TRU ਮਤਲਬ ਥਾਮਸਨ ਰਿਵਰ ਯੂਨੀਵਰਸਿਟੀ ਜੋ ਕੈਮਲੂਪਸ ਸ਼ਹਿਰ ਦੇ ਵਿੱਚ BC ਬ੍ਰਿਟਿਸ਼ ਕੋਲੰਬੀਆ ਵਿੱਚ ਹੈ, ਤੇ UBC ਕਲੋਨਾ ਵਿੱਚ ਹੈ, ਨਾਰਥਰਨ ਯੂਨੀਵਰਸਿਟੀ ਪ੍ਰਿੰਸ ਜਾਰਜ ਵਿੱਚ ਹੈ, ਮਤਲਬ ਯੂਨੀਵਰਸਿਟੀ ਆਫ ਵਿਕਟੋਰੀਆ ਸ਼ਹਿਰ ਦੇ ਵਿੱਚ ਹੈ, ਉੱਥੇ ਪੰਜਾਬੀ ਪੜ੍ਹਾਈ ਸ਼ੁਰੂ ਕਰਨ ਲਈ ਚਰਚਾਵਾਂ ਚੱਲ ਰਹੀਆਂ ਹਨ। ਹੁਣ ਗੱਲ ਕਰਦੇ ਹਾਂ ਪੰਜਾਬੀ ਭਾਸ਼ਾ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਦੀ। ਕਿਸੇ ਵੀ ਭਾਸ਼ਾ ਦੀ ਪ੍ਰਫੁੱਲਤਾ ਲਈ ਸਰਕਾਰੀ ਸਰਪ੍ਰਸਤੀ ਤੇ ਸਟਰੋਂਗ ਕਮਿਊਨਿਟੀ ਫਾਈਨੈਂਸ਼ੀਅਲ ਹੋਲਡ ਬਹੁਤ ਵੱਡਾ ਪ੍ਰਭਾਵ ਪਾਉਂਦਾ ਹੈ। ਅੱਜ ਕੱਲ੍ਹ ਕੈਨੇਡਾ ਦੀ ਧਰਤੀ ਤੇ ਪ੍ਰੋਵਿੰਸ਼ੀਅਲ ਤੇ ਫੈਡਰਲ ਦੋਨੋਂ ਹੀ ਸਰਕਾਰਾਂ ਵਿੱਚ ਪੰਜਾਬੀਆਂ ਦਾ ਬੋਲਬਾਲਾ ਹੈ ਤੇ ਹੋਰ ਵੀ ਵੱਧ ਰਿਹਾ ਹੈ। ਦੂਸਰੇ ਪਾਸੇ ਫਾਈਨੈਂਸ਼ੀਅਲ ਫੀਲਡ ਵਿੱਚ ਜਿਵੇਂ ਕਿ ਲੈਂਡ ਹੋਲਡਿੰਗਸ, ਐਗਰੀਕਲਚਰ, ਹੋਟਲਸ, ਮੋਟਲਸ, ਮੈਡੀਕਲ ਫੀਲਡ, ਹਸਪੀਟਲਸ, ਨਰਸਿੰਗ ਹੋਮਸ ਤੇ ਹੋਰ ਜ਼ਿੰਦਗੀ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪੰਜਾਬੀਆਂ ਨੇ ਭਾਵਪੂਰਕ ਪ੍ਰਾਪਤੀਆਂ ਕੀਤੀਆਂ ਨੇ, ਜੋ ਕਿ ਪੰਜਾਬੀ ਮੁਹਾਰਤ ਰੱਖਣ ਵਾਲਿਆਂ ਲਈ ਸਾਜ਼ਗਾਰ ਸਿੱਧ ਹੋ ਰਹੀਆਂ ਨੇ। ਅੱਜ ਦੇ ਗਲੋਬਲ ਵਿਲੇਜ ਸੰਸਾਰ ਵਿੱਚ ਬਿਜ਼ਨਸ ਨੂੰ ਦੂਸਰਿਆਂ ਦੇ ਮੁਕਾਬਲੇ ਖੜਾ ਤੇ ਕਾਮਯਾਬ ਕਰਨ ਲਈ ਕਮਿਊਨਿਟੀ ਲੈਂਗੁਏਜਸ ਦਾ ਸਹਾਰਾ ਲਿਆ ਜਾ ਰਿਹਾ ਹੈ। ਸਿੱਟੇ ਵਜੋਂ ਪੰਜਾਬੀ ਜਾਣਨ ਵਾਲਿਆਂ ਲਈ ਰੁਜ਼ਗਾਰ ਦੇ ਮੌਕੇ ਹੋਰ ਵੀ ਵੱਧ ਰਹੇ ਨੇ। ਅੱਜ ਕੱਲ੍ਹ ਕੈਨੇਡਾ ਦੇ ਬਹੁਤ ਸਾਰੇ ਏਅਰਪੋਰਟਸ, ਏਅਰਲਾਈਨਸ ਦੇ ਦਫ਼ਤਰ ਤੇ ਸ਼ਾਪਿੰਗ ਸੈਂਟਰਾਂ ਵਿੱਚ ਪੰਜਾਬੀ ਦੇ ਸਾਈਨ ਆਮ ਦੇਖਣ ਨੂੰ ਮਿਲ ਸਕਦੇ ਨੇ। ਨਤੀਜੇ ਵਜੋਂ ਪੰਜਾਬੀ ਬੋਲਣ ਵਾਲੀ ਵਰਕਫੋਰਸ ਨੂੰ ਰੁਜ਼ਗਾਰ ਮਿਲਣ ਦੇ ਮੌਕੇ ਪ੍ਰਦਾਨ ਹੁੰਦੇ ਜਾ ਰਹੇ ਨੇ। ਇਸੇ ਹੀ ਤਰ੍ਹਾਂ ਦੁਭਾਸ਼ੀਆਂ ਨੂੰ ਰੁਜ਼ਗਾਰ ਮਿਲ ਰਹੀ ਹੈ। ਟੈਕਸੀ ਡਰਾਈਵਰ, ਬੱਸ ਡਰਾਈਵਰ, ਟਰੱਕ ਡਰਾਈਵਰ, ਪੰਜਾਬੀ ਰੈਸਟੋਰੈਂਟਾਂ ਵਿੱਚ ਵੀ ਪੰਜਾਬੀ ਬੋਲਣ ਵਾਲਿਆਂ ਨੂੰ ਰੁਜ਼ਗਾਰ ਲਈ ਤਰਜੀਹ ਮਿਲ ਰਹੀ ਹੈ। ਜਿਵੇਂ ਅੱਜ ਇਲੈਕਟ੍ਰੋਨਿਕ ਮੀਡੀਆ ਦੇ ਪਸਾਰ ਕਾਰਨ ਦੁਨੀਆ ਸੁੰਗੜ ਕੇ ਪਿੰਡ ਦਾ ਰੂਪ ਧਾਰਨ ਕਰ ਚੁੱਕੀ ਹੈ, ਪੰਜਾਬੀ ਜਾਣਨ ਵਾਲਿਆਂ ਲਈ ਰੁਜ਼ਗਾਰ ਦੇ ਮੌਕੇ ਹੋਰ ਵੀ ਵੱਧ ਸਕਦੇ ਹਨ। ਇਸ ਵੇਲੇ ਕੈਨੇਡਾ ਵਿੱਚ ਬਹੁਤ ਸਾਰੇ ਟੀਵੀ, ਰੇਡੀਓ, ਇੰਟਰਨੈਟ ਟੀਵੀ, ਫੇਸਬੁੱਕ ਤੇ YouTube ਚੈਨਲ 24/7 ਚੱਲ ਰਹੇ ਨੇ, ਜੋ ਸੈਂਕੜੇ ਪੰਜਾਬੀ ਬੋਲਣ ਵਾਲਿਆਂ ਨੂੰ ਰੁਜ਼ਗਾਰ ਪ੍ਰਦਾਨ ਕਰ ਰਹੇ ਨੇ। ਆਉਣ ਵਾਲੇ ਸਮੇਂ ਵਿੱਚ ਰੁਜ਼ਗਾਰ ਦੇ ਮੌਕੇ ਹੋਰ ਵੀ ਵਧਣ ਦੇ ਆਸਾਰ ਦਿਖਾਈ ਦੇ ਰਹੇ ਨੇ। ਪਰ ਇਹ ਤਦ ਹੀ ਸੰਭਵ ਹੋ ਸਕਦਾ ਹੈ ਕਿ ਉਹ ਝੀਲ ਮਤਲਬ ਸਾਡਾ ਪੰਜਾਬ, ਜਿੱਥੋਂ ਪੰਜਾਬੀ ਭਾਸ਼ਾ ਰੂਪੀ ਨਦੀ ਕਿਸੇ ਸਮੁੰਦਰ ਦੇ ਦੀਦਾਰ ਲਈ ਆਪਣਾ ਸਫ਼ਰ ਸ਼ੁਰੂ ਕਰਦੀ ਹੈ, ਉੱਥੋਂ ਦੇ ਸੱਭਿਆਚਾਰ ਤੇ ਸਰਕਾਰੀ ਸਰਪ੍ਰਸਤੀ ਦੇ ਹੋਰ ਪੈਰਾ ਦੇਣ ਦੀ ਲੋੜ ਹੈ, ਤਾਂ ਕਿ ਪੰਜਾਬੀ ਭਾਸ਼ਾ ਦਾ ਮਾਨ ਸਰੋਵਰ ਮਤਲਬ ਪੰਜਾਬ ਪੰਜਾਬੀ ਭਾਸ਼ਾ ਦੀ ਨਦੀ ਦੇ ਨਿਰੰਤਰ ਵਹਾਅ ਲਈ ਆਪਣਾ ਬਣਦਾ ਯੋਗਦਾਨ ਬਰਕਰਾਰ ਰੱਖੇ। ਤਦ ਫਿਰ ਪੰਜਾਬੀ ਭਾਸ਼ਾ ਰੂਪੀ ਨਦੀ ਜ਼ਰੂਰ ਸਮੁੰਦਰ ਦਾ ਦੀਦਾਰ ਪਾਉਂਦੀ ਹੋਈ ਰੁਜ਼ਗਾਰ ਦੀਆਂ ਸੰਭਾਵਨਾਵਾਂ ਜਿਉਂਦੀਆਂ ਰੱਖ ਸਕਦੀ ਹੈ। ਪਰ ਪੰਜਾਬੀਆਂ ਦਾ ਪੰਜਾਬ ਵਿੱਚ ਅੱਜ ਕੱਲ੍ਹ ਪੰਜਾਬੀ ਪ੍ਰਤੀ ਮਤਰੇਈ ਮਾਂ ਵਾਲਾ ਸਲੂਕ, ਅੰਗਰੇਜ਼ੀ ਭਾਸ਼ਾ ਨੂੰ ਅਪਣਾਉਣ ਦੇ ਇਸ਼ਾਰੇ, ਸਰਕਾਰੀ ਸਰਪ੍ਰਸਤੀ ਦਾ ਭੁਲੇਖੇ ਪਾਉ ਰਹਿਣ ਕਰਕੇ ਇਹ ਮਹਿਸੂਸ ਹੋ ਰਿਹਾ ਹੈ ਕਿ ਪੰਜਾਬੀ ਭਾਸ਼ਾ ਤੋਂ ਰੱਖੀਆਂ ਆਸਾਂ ਕਿਤੇ ਅੱਜ ਦੇ ਸੰਵਾਦ ਵਰਗੀ ਮੀਟਿੰਗਾਂ ਦੇ ਵਿਚਾਰ ਅਧੀਨ ਮੁੱਦਿਆਂ ਤੱਕ ਹੀ ਸੀਮਿਤ ਨਾ ਰਹਿਣ ਜਾਣ। ਸੋ ਮੇਰੇ ਇਹੋ ਜਿਹੇ ਵਿਚਾਰ ਅੱਜ ਦੀ ਮੀਟਿੰਗ ਵਿੱਚ ਜੋ ਮੈਂ ਤੁਹਾਡੇ ਸਾਹਮਣੇ ਕੀਤੇ ਹਨ। ਜੇ ਹੋਰ ਕੋਈ ਸਵਾਲ ਹੈ ਮੈਂ ਜ਼ਰੂਰ ਤੁਹਾਡੇ ਨਾਲ ਦਿਲੋਂ ਸਾਂਝੇ ਕਰਾਂਗਾ। ਧੰਨਵਾਦ। ਹਾਂਜੀ, ਸ਼ੁਕਰੀਆ ਸਰ। ਤੁਸੀਂ ਦੇਸ਼ ਅਤੇ ਪ੍ਰਦੇਸ਼ ਨਾਲ ਜੁੜੇ ਬਹੁਤ ਹੀ ਭਾਵਪੂਰਕ ਜਾਣਕਾਰੀ ਭਰਪੂਰ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਰ। ਆਸ ਕਰਦੀ ਹਾਂ ਸਾਡੇ ਵਿਦਿਆਰਥੀਆਂ ਨੂੰ ਇਸ ਦਾ ਫਾਇਦਾ ਜ਼ਰੂਰ ਹੋਵੇਗਾ। ਰਸੂਲ ਹਮਜ਼ਾ ਤੋਂ ਮੇਰਾ ਦਾਗਿਸਤਾਨ ਵਿੱਚ ਲਿਖਦੇ ਨੇ ਕਿ ਦਾਗਿਸਤਾਨੀ ਔਰਤਾਂ ਕਿਸੇ ਨੂੰ ਬਦਦੁਆ ਦੇਣੀ ਹੋਵੇ ਤਾਂ ਕਹਿੰਦੀਆਂ ਨੇ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਸੋ ਮਾਂ ਬੋਲੀ ਜੜ੍ਹਾਂ ਨਾਲ ਜੋੜਦੀ ਹੈ, ਇਹਨੂੰ ਅਪਣਾਉਣਾ ਵੀ ਜ਼ਰੂਰੀ ਹੈ। ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦੀ ਹੋਈ ਸਾਡੇ ਅੱਜ ਦੇ ਬੁਲਾਰੇ ਡਾਕਟਰ ਪ੍ਰਵੀਨ ਕੁਮਾਰ ਜੀ,
ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਨੇ ਔਰ 9 ਤੋਂ 10 ਦੇ ਕਰੀਬ ਉਹਨਾਂ ਦੇ ਨਾਲ ਵਿਦਿਆਰਥੀ PhD ਕਰ ਰਹੇ ਨੇ। 70 ਦੇ ਕਰੀਬ ਰਾਸ਼ਟਰੀ ਇੰਟਰਨੈਸ਼ਨਲ ਨੈਸ਼ਨਲ ਜਿਹੜੇ ਖੋਜ ਪੱਤਰ ਉਹ ਪढ़ ਚੁੱਕੇ ਨੇ। ਡਾਕਟਰ ਪ੍ਰਵੀਨ ਜੀ, ਆਪ ਜੀ ਨੂੰ ਗੁਜ਼ਾਰਿਸ਼ ਹੈ ਜੀ ਆਪਣੇ ਵਿਚਾਰ ਸਾਡੇ ਸਾਰਿਆਂ ਨਾਲ ਸਾਂਝੇ ਕਰੋ। ਡਾਕਟਰ ਪ੍ਰਵੀਨ ਜੀ। डॉक्टर प्रवीण सर। हेलो। हाँ जी, थैंक यू मनदीप जी। आवाज आ रही मेरी? आवाज आ रही सर, ठीक है बिल्कुल। मेरी होस्ट ने रिक्वेस्ट है कि बाकी अदर्स को म्यूट कर देता जाए, कुछ डिस्टर्बेंस में आ रही है। जिन्हें अदर्स की कुछ आ रही है, आवाज आ रही है, डिस्टर्बेंस आ रही है। मैं अपने इस जो आज के अंतरराष्ट्रीय वेबिनार का टॉपिक है इसके बारे मैं हंसराज महिला विद्यालय कॉलेज के बिहेवियर मैनेजमेंट का धन्यवाद करना चाहना हाँ कि जिमें शुरू में दसिया गया कि कॉलेज लाहौर तो शिफ्ट होके जलंधर में आया से एक स्कूल के रूप के जिमें अगे ਇਹਦੀਆਂ ਐਡਮਿਸ਼ਨ ਸਾਰੀਆਂ ਵਧੀਆਂ ਤੇ ਮੈਂ ਦੇਖ ਰਿਹਾ ਸੀ ਕਿ ਜਿਹੜੇ DAV ਮੈਨੇਜਮੈਂਟਸ ਨੇ ਉਹਨਾਂ ਦੀ ਜਿਹੜੀ ਪ੍ਰੈਜ਼ੈਂਟਲੀ ਜਿਹੜੀ ਕੋਲੈਬੋਰੇਸ਼ਨ ਆ, ਚਾਹੇ ਉਹ ਟਾਟਾ ਨਾਲ ਆ, ਰਿਲਾਇੰਸ ਨਾਲ ਆ, ਅਡਾਨੀ ਨਾਲ ਆ ਜਾਂ ਹੋਰ ਬਹੁਤ ਸਾਰੇ ਪੂੰਜੀਪਤੀਆਂ ਦੇ ਨਾਲ ਆ, ਸਾਰੇ ਭਾਰਤ ਦੇ ਵਿੱਚ ਜਿਹੜੀਆਂ ਇੰਸਟੀਟਿਊਟਸ ਨੇ। ਪਰ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਇਹਨਾਂ ਦੇ ਨਾਲ ਕੋਲੈਬੋਰੇਸ਼ਨ ਹੋਣ ਦੇ ਬਾਵਜੂਦ ਵੀ ਇਹਨਾਂ ਜਿਹੜਾ ਸਿੱਖਿਆ ਦਾ ਵਪਾਰੀਕਰਨ ਨਹੀਂ ਕੀਤਾ। ਜਿਹੜੀਆਂ ਇਹ ਵਾਲੀਆਂ ਜਿਹੜੀਆਂ ਮੈਨੇਜਮੈਂਟਸ ਨੇ DAV, ਇਹਨਾਂ ਨੇ ਸਿੱਖਿਆ ਨੂੰ ਵਿਦਾਊਟ ਸੈਮੀ ਗਵਰਨਮੈਂਟ ਹੋਣ ਦੇ ਬਾਵਜੂਦ ਇਹਨਾਂ ਨੇ ਇੰਨੇ ਵੱਡੇ ਉਪਰਾਲੇ ਜਿਹੜੇ ਨੇ ਸਿੱਖਿਆ ਦੇ ਭਾਰਤ ਦੇ ਵਿੱਚ ਪੈਦਾ ਕੀਤੇ ਨੇ। ਮੈਂ ਇਸ ਗੱਲ ਦੀ ਸਮੁੱਚੀ ਟੀਮ ਨੂੰ ਤੇ ਖਾਸ ਕਰਕੇ ਪ੍ਰਿੰਸੀਪਲ ਡਾਕਟਰ ਅਜੇ ਸਿੰਘ, ਹੈਡ ਆਫ ਦੀ ਡਿਪਾਰਟਮੈਂਟ ਪੰਜਾਬੀ ਮੈਡਮ ਨਵਰੂ ਤੇ ਮਨਦੀਪ ਕੌਰ ਤੇ ਹੋਰ ਜਿੰਨੇ ਵੀ ਇਸ ਵੈਬੀਨਾਰ ਦੇ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਵਧਾਈ ਦਿੰਦਾ ਹਾਂ। ਹੁਣ ਮੈਂ ਆਪਣੇ ਇਸ ਟੌਪਿਕ ਬਾਰੇ, ਜਿਸ ਟੌਪਿਕ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਸੀ, ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਰੁਜ਼ਗਾਰ ਦੇ ਨਾਲ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਹੁਣ ਮੈਨੂੰ ਲੱਗਦਾ ਕਿ ਇਸ ਯੁੱਗ ਦੇ ਵਿੱਚ 21ਵੀਂ ਸਦੀ ਦੇ ਜਦੋਂ 2 ਦਹਾਕੇ ਖਤਮ ਹੋ ਚੁੱਕੇ ਹਨ ਤੇ ਸਾਨੂੰ ਇਹ ਗੱਲ ਕਲੀਅਰ ਕਰ ਲੈਣੀ ਚਾਹੀਦੀ ਆ ਕਿ ਜਾਂ ਇਹ ਕੰਪਲੈਕਸ ਆਪਣੇ ਦਿਮਾਗ ਤੋਂ ਕੱਢ ਲੈਣਾ ਚਾਹੀਦਾ ਆ ਕਿ ਜਿਹੜੀ ਪੰਜਾਬੀ ਭਾਸ਼ਾ ਜਾਂ ਜਿਹੜੀ ਮਦਰ ਟੰਗ ਆ, ਇਹਨੂੰ ਬੋਲਣ ਵਾਲੇ ਜਿਹੜੇ ਸਪੀਕਰ ਨੇ ਉਹੀ ਇਕੱਲੇ ਬੇਰੁਜ਼ਗਾਰ ਨਹੀਂ ਹੈਗੇ। ਜਿੰਨੀਆਂ ਵੀ ਮਦਰ ਟੰਗਸ ਨੇ, ਚਾਹੇ ਉਹ ਤਾਮਿਲ ਆ, ਚਾਹੇ ਬੰਗਾਲੀ ਆ, ਬਹੁਤ ਸਾਰੀਆਂ ਨੇ, ਮੈਂ ਉੱਧਰ ਨਹੀਂ ਜਾਣਾ ਚਾਹੁੰਦਾ। ਇਹ ਜਿਹੜਾ ਅੱਜ ਟੌਪਿਕ ਜਿੱਥੋਂ ਪੈਦਾ ਹੋਇਆ, ਮੈਂ ਸਮਝਦਾ ਟੌਪਿਕ ਹੀ ਬੇਰੁਜ਼ਗਾਰੀ ਦੇ ਵਿੱਚੋਂ ਪੈਦਾ ਹੋਇਆ ਕਿ ਰੁਜ਼ਗਾਰ ਨੂੰ ਕਿਵੇਂ ਮੁਹੱਈਆ ਕੀਤਾ ਜਾਵੇ। ਇਹ ਇਕੱਲਾ ਪੰਜਾਬੀ ਭਾਸ਼ਾ ਦਾ ਹੀ ਸੰਕਟ ਨਹੀਂ ਆ। ਉਹ ਕਿਉਂ ਨਹੀਂ, ਮੈਂ ਅੱਗੇ ਜਾ ਕੇ ਡਿਟੇਲ 'ਚ ਗੱਲ ਕਰਾਂਗਾ, ਕਿਉਂਕਿ ਜਦੋਂ ਅਸੀਂ ਕਿਸੇ ਖਾਸ ਮਦਰ ਟੰਗ ਦੀ ਰੁਜ਼ਗਾਰ ਦੇ ਨਾਲ ਗੱਲ ਕਰਨ ਦੇ ਬਾਰੇ ਦੇਖਦੇ ਹਾਂ ਕਿ ਸਾਨੂੰ ਉਹਦਾ ਸਾਰਾ ਸਿਨੈਰੀਓ ਜਿਹੜਾ ਉਹ ਦੇਖਣਾ ਪੈਂਦਾ। ਇਹਦੇ ਲਈ ਕੁਝ ਬੇਸਿਕ ਗੱਲਾਂ ਜਿਹੜੀਆਂ ਮੈਂ ਕਰਨਾ ਚਾਹੁੰਦਾ, ਜਿੰਨਾ ਟਾਈਮ ਮਨਦੀਪ ਹੋਣਾ ਨੇ ਮੈਨੂੰ ਕੱਲ ਦਿੱਤਾ ਸੀ, ਜਦੋਂ ਜਿਹਦੇ ਵਿੱਚ ਪੰਜਾਬੀ ਲੈਂਗੁਏਜ ਦੀ ਖਾਸ ਕਰਕੇ ਸਪੇਸ ਜਿਹੜੀ ਤਿਆਰ ਹੋ ਸਕੇ। ਜਦੋਂ ਸਾਡੇ ਕੋਲ ਇਤਿਹਾਸ ਦੇ ਵਿੱਚ ਜਦੋਂ ਕਲੋਨੀਅਲਿਜ਼ਮ ਆਉਂਦਾ ਆ, ਜਿਹਨੂੰ ਅਸੀਂ ਬਸਤੀਵਾਦ ਕਹਿੰਦੇ ਆ, ਜਾਂ ਜਿਹੜਾ ਇੰਪੀਰੀਅਲਿਜ਼ਮ ਆ, ਜਿਹੜਾ ਸਾਮਰਾਜਵਾਦ ਆ, ਇਹਨਾਂ ਦੋਵਾਂ ਦੀ ਜਿਹੜੀ ਕੋਆਰਡੀਨੇਸ਼ਨ ਆ, ਜਿੰਨਾ ਚਿਰ ਤੱਕ ਅਸੀਂ ਉਹ ਕੋਆਰਡੀਨੇਸ਼ਨ ਨਹੀਂ ਸਮਝ ਸਕਦੇ ਜਾਂ ਉਹਨਾਂ ਦਾ ਇੱਕ ਰਿਲੇਸ਼ਨ ਜਿਹੜਾ ਆ ਬਸਤੀਵਾਦ ਦਾ ਤੇ ਸਾਮਰਾਜਵਾਦ ਦਾ, ਕਲੋਨੀਅਲਿਜ਼ਮ ਤੇ ਇੰਪੀਰੀਅਲਿਜ਼ਮ ਦਾ, ਉਹਨਾਂ ਚਿਰ ਤੱਕ ਸਾਨੂੰ ਜਿਹੜੀ ਆ ਇਹ ਰੁਜ਼ਗਾਰ ਵਾਲੇ ਮਸਲੇ ਜਿਹੜੇ ਆ ਉਹ ਸਮਝ ਨਹੀਂ ਆਉਂਦੇ। ਜਦੋਂ ਕਿਉਂਕਿ ਜਿਹੜੀ ਕਲੋਨੀਅਲਿਜ਼ਮ ਸੀ ਉਹਦਾ ਬੇਸ ਸੀ ਕਿ ਕਿਸੇ ਕੰਟਰੀ ਦੇ ਵਿੱਚੋਂ
ਕੋਈ ਕੰਟਰੀ ਜਿਹੜੀ ਆ ਕਿਸੇ ਹੋਰ ਰੀਜਨ ਦੇ ਵਿੱਚੋਂ, ਕਿਸੇ ਹੋਰ ਇਲਾਕੇ ਦੇ ਵਿੱਚੋਂ ਰਾਜ ਕਰਦੀ ਆ, ਤੇ ਉੱਥੋਂ ਦੇ ਜਿਹੜੇ ਇੰਪੋਰਟੈਂਟ ਰਿਸੋਰਸ ਨੇ ਉਹਨਾਂ ਨੂੰ ਜਿਹੜਾ ਆ ਉਹ ਉਹਨਾਂ ਰਿਸੋਰਸ ਦੇ ਜਿਹੜੇ ਬੈਨੀਫਿਟਸ ਆ ਉਹ ਆਪਣੀ ਕੰਟਰੀ 'ਚ ਲੈ ਕੇ ਜਾਂਦੀ ਆ। ਇਹੀ ਕਲੋਨਲਿਜ਼ਮ ਦੀ ਜਿਹੜੀ ਸੀ ਨੇਚਰ ਆ। ਹੁਣ ਜਿਹੜਾ ਇੰਪੀਰੀਅਲਿਜ਼ਮ ਆ ਉਹ ਇਹਨੂੰ ਪਾਵਰ ਬਖਸ਼ਦਾ ਹੈ, ਉਹ ਇਹਨੂੰ ਪਾਵਰ ਨਾਲ ਪ੍ਰੋਟੈਕਟ ਕਰਦਾ ਆ। ਉੱਥੋਂ ਦੇ ਧਰਤੀ ਦੇ ਬੈਨੀਫਿਟ ਜਾਂ ਉਹਦੇ ਜਿਹੜੇ ਉੱਥੋਂ ਦੇ ਜਿਹੜੇ ਰਿਸੋਰਸ ਨੇ ਉਹਨਾਂ ਨੂੰ ਕਿਤੇ ਲੈ ਕੇ ਹੋਰ ਕੰਟਰੀ 'ਚ ਲੈ ਕੇ ਜਾਣ ਲਈ ਜਿਹੜਾ ਇੰਪੀਰੀਅਲਿਜ਼ਮ ਆ ਉਹ ਇੱਕ ਪਾਵਰ ਦੇ ਵਜੋਂ ਕੰਮ ਕਰਦਾ। ਉਹਦੇ ਵਿੱਚੋਂ ਉਸ ਕੰਟਰੀ ਦੀ ਆਰਥਿਕਤਾ ਬਣਦੀ, ਜਿਹੜਾ ਆਰਥਿਕਤਾ ਦਾ ਬੇਸ ਬਣਦਾ ਆ ਉਹ ਇਹਨਾਂ ਰਿਲੇਸ਼ਨ ਦੇ ਵਿੱਚੋਂ ਕਿਸੇ ਵੀ ਕੰਟਰੀ ਦਾ ਜਿੱਥੇ ਵੀ ਕਲੋਨੀਜ਼ ਰਹੀਆਂ ਨੇ। ਜਿਵੇਂ ਮੈਂ ਦੇਖ ਰਿਹਾ ਸੀ ਜਦੋਂ ਟੌਪਿਕ ਦਿੱਤਾ ਤੇ ਮੈਂ ਇਹ ਦੇਖਣਾ ਸ਼ੁਰੂ ਕੀਤਾ ਕਿ ਬ੍ਰਿਟੇਨ ਦੇ ਵਿੱਚ ਅਮਰੀਕਾ ਜਿਹੜੀ ਆ ਉਹ ਵੀ ਕਲੋਨਲਿਜ਼ਮ ਦੇ ਵਿੱਚ ਰਹੀ ਆ, ਸਪੇਨ ਰਹੀ ਆ, ਜਿਵੇਂ ਭਾਰਤ ਬਸਤੀਵਾਦ ਚ ਰਿਹਾ, ਪੁਰਤਗਾਲ ਰਹੀ ਆ, ਫਰਾਂਸ ਰਹੀ ਆ, ਨੀਦਰਲੈਂਡ ਰਹੀ ਆ, ਬੈਲਜੀਅਮ ਰਹੀ ਆ। ਪਰ ਇਹਨਾਂ ਨੇ ਇੱਥੋਂ ਦੀਆਂ ਮਦਰ ਟੰਗ ਦਾ ਮੈਂ ਡਾਟਾ ਜਦੋਂ ਚੈੱਕ ਕੀਤਾ ਕਿ ਉੱਥੇ ਰੁਜ਼ਗਾਰ ਦੀ ਪੋਜੀਸ਼ਨ ਕੀ ਆ, ਤੇ ਮੈਂ ਦੇਖਿਆ ਕਿ ਜਿਹੜੀਆਂ ਉੱਥੋਂ ਦੀਆਂ ਮਾਤ ਭਾਸ਼ਾਵਾਂ ਨੇ, ਚਾਹੇ ਉਹ ਫਰਾਂਸ ਦੀ ਆ, ਚਾਹੇ ਨੀਦਰਲੈਂਡ ਦੀ ਆ, ਖਾਸ ਕਰਕੇ ਬੈਲਜੀਅਮ ਦੀ, ਤੇ ਉੱਥੋਂ ਦੇ ਰੁਜ਼ਗਾਰ ਤੇ ਜਿਹੜੀਆਂ ਭਾਰਤ ਦੀਆਂ, ਜਿਵੇਂ ਪੰਜਾਬੀ ਦੀ ਦੇਖੀ ਮੈਂ, ਤੇ ਜ਼ਮੀਨ ਅਸਮਾਨ ਦਾ ਫਰਕ ਨਹੀਂ ਲੱਗਾ। ਫਿਰ ਸਵਾਲ ਇਹ ਪੈਦਾ ਹੋਇਆ ਕਿ ਇਹ ਫਰਕ ਕਿਉਂ ਆ? ਕਿਉਂਕਿ ਅੰਗਰੇਜ਼ਾਂ ਨੇ ਰਾਜ ਸਾਡੇ ਤੇ ਕੀਤਾ, ਇਹਨਾਂ ਕੰਟਰੀਜ਼ ਦੇ ਉੱਤੇ ਵੀ ਅੰਗਰੇਜ਼ਾਂ ਨੇ ਰਾਜ ਕੀਤਾ। ਤੇ ਫਰਕ ਮੈਨੂੰ ਇਹ ਨਜ਼ਰ ਆਇਆ ਕਿ ਜਦੋਂ ਇਹ ਕੰਟਰੀਆਂ ਡੀਕੋਲੋਨਾਈਜ਼ ਹੋਈਆਂ, ਜਦੋਂ ਇਹ ਬਸਤੀਵਾਦ ਚੋਂ ਬਾਹਰ ਆਉਂਦੀਆਂ ਨੇ, ਜਿੱਥੇ ਆਪਣੀਆਂ ਗਵਰਨਮੈਂਟ, ਆਪਣੇ ਕੰਸਟੀਟਿਊਟ ਜਿਹੜੇ ਆ ਉਹ ਲਾਗੂ ਹੁੰਦੇ ਨੇ, ਤੇ ਜਿਹੜੀ ਡੀਕੋਲੋਨਾਈਜੇਸ਼ਨ ਦੂਜੀਆਂ ਕੰਟਰੀਆਂ ਨੇ ਜਦੋਂ ਕੀਤੀ, ਉਹਨਾਂ ਨੇ ਸਾਰੇ ਦਾ ਸਾਰਾ ਵਰਤਾਰਾ ਇੰਡੀਪੈਂਡੈਂਟ ਵਰਤਾਰਾ ਸ਼ੁਰੂ ਕੀਤਾ। ਜਦ ਕਿ ਭਾਰਤ ਨੇ ਜਦੋਂ ਆਪਣੇ ਆਪ ਨੂੰ ਡੀਕੋਲੋਨਾਈਜ਼ ਕੀਤਾ 1947 ਦੇ ਵਿੱਚ, ਤੇ ਇਹਨਾਂ ਦੀ ਜਿਹੜੀ ਬਿਊਰੋਕ੍ਰੇਸੀ ਸੀ ਉਹ ਸਾਰੀ ਦੀ ਸਾਰੀ ਦਾ ਮਾਡਲ ਬ੍ਰਿਟੇਨ ਵਾਲਾ ਸੀ। ਜੋ ਕੁਝ ਬਿਊਰੋਕ੍ਰੇਸੀ ਉਸ ਸਮੇਂ ਸੀ ਉਹੀ ਬਿਊਰੋਕ੍ਰੇਸੀ ਜਿਹੜੀ ਆ ਉਹ ਹੁਣ ਤੱਕ ਚੱਲਦੀ ਆ ਰਹੀ ਹੈ। ਉਹਦੇ ਨਾਲ ਕੀ ਹੋਇਆ, ਕਿਉਂਕਿ ਜਿਵੇਂ ਅਮਰੀਕਾ ਜਦੋਂ ਆਜ਼ਾਦ ਹੁੰਦਾ ਆ ਤੇ ਅਮਰੀਕਾ ਨੇ ਉੱਥੇ ਟੈਕਸ ਦਾ ਬਹੁਤ ਵੱਡਾ ਮਸਲਾ ਸੀ ਜਿਹੜਾ ਉਦੋਂ ਵੱਡਾ ਰੈਵੋਲੂਸ਼ਨ ਦਾ ਕਾਰਨ ਹੋਇਆ, ਤੇ ਉਹਨਾਂ ਨੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਸਟੇਬਲ ਕਰ ਲਿਆ। ਨੰਬਰ 1 ਕਿ ਸਾਡੀ ਜਦੋਂ ਅਸੀਂ ਬਸਤੀਵਾਦ ਚੋਂ ਨਿਕਲਦੇ ਹਾਂ ਤੇ ਉੱਥੋਂ ਦੇ ਜਿਹੜਾ ਸਾਡਾ ਇਨਫਰਾਸਟ੍ਰਕਚਰ ਸੀ ਉਹਦੇ ਵਿੱਚ ਇੱਕ ਵੱਡੀ ਪ੍ਰੋਬਲਮ ਜਿਹੜੀ ਰਹੀ, ਜਿਹਦਾ ਇੰਪੈਕਟ ਸਾਡੀ ਪੰਜਾਬੀ ਭਾਸ਼ਾ ਤੇ ਵੀ ਅਸਿੱਧੇ ਰੂਪ ਦੇ ਵਿੱਚ ਪਿਆ। ਨੰਬਰ 2, ਜਦੋਂ ਅਸੀਂ ਲੈਂਗੁਏਜ ਦੀ ਗੱਲ ਕਰਦੇ ਹਾਂ ਕਿ ਜਿਹੜੀ ਖਾਸ ਕਰਕੇ ਜਿਵੇਂ ਪੰਜਾਬੀ ਦੀ ਗੱਲ ਆ, ਤੇ ਲੈਂਗੁਏਜ ਦੇ ਨਾਲ ਮੈਂ ਗੱਲ ਥੋੜੀ ਵਾਈਡ ਕਰੂੰਗਾ ਕਿ ਜਿਹੜੀ ਹਿਊਮੈਨਿਟੀਜ਼ ਨੇ ਜਾਂ ਜਿਹੜੀਆਂ ਸੋਸ਼ਲ ਸਾਇੰਸ ਨੇ, ਇਹਨਾਂ ਨੇ ਜਿਹੜੀ ਇਹਨਾਂ ਦੀ ਖੋਜ ਸੀ, ਚਾਹੇ ਉਹ ਅੰਗਰੇਜ਼ੀ ਦੀ ਖੋਜ ਆ, ਚਾਹੇ ਹਿੰਦੀ ਦੀ ਆ, ਭਾਸ਼ਾਵਾਂ ਦੀ ਜਿਹੜੀ ਰਿਸਰਚ ਸੀਗੀ, ਉਹਦੇ ਜਿਹੜੇ ਰਿਸਰਚ ਦੇ ਮਾਡਲ ਸੀ ਉਹ ਅਸੀਂ ਸਾਇੰਸ ਵਾਲੇ ਮਾਡਲ ਅਖਤਿਆਰ ਕੀਤੇ, ਜਿਹਨੂੰ ਅਸੀਂ ਸਾਇੰਟਿਫਿਕ ਮਾਡਲ ਕਿਹਾ, ਕਿ ਜਿਹਦੇ ਵਿੱਚੋਂ ਰੀਜਨ ਲੌਜਿਕ ਬੇਸਡ ਸੀ। ਜਦ ਕਿ ਜਿਹੜਾ ਭਾਰਤ ਜਾਂ ਜਿਹੜਾ ਪੰਜਾਬ ਸੀ, ਇਹਦੇ ਵਿੱਚ ਜਿਵੇਂ ਅੱਜ ਵੈਬੀਨਾਰ ਸ਼ੁਰੂ ਕੀਤਾ ਤੇ ਜਦੋਂ ਗਾਇਤਰੀ ਮੰਤਰ ਪੜ੍ਹਿਆ ਗਿਆ, ਤੇ ਮੈਂ ਇਹ ਗੱਲ ਸੋਚ ਰਿਹਾ ਸੀ ਕਿ ਸਾਡੇ ਜਿਹੜਾ ਐਜੂਕੇਸ਼ਨ ਦਾ ਜਾਂ ਰਿਸਰਚ ਦਾ ਮਾਡਲ ਸੀ, ਉੱਥੇ ਤੇ ਰਿਲੀਜਨ ਨੂੰ ਕੋਈ ਸਪੇਸ ਹੀ ਨਹੀਂ ਹੈਗੀ ਕਿਸੇ ਖਾਸ ਤਰ੍ਹਾਂ ਦੀ। ਜਦ ਕਿ ਇਹ ਅਕੈਡਮਿਕ ਇੰਸਟੀਚਿਊਟ ਇਹ ਚੱਲ ਹੀ ਜਿਹੜਾ ਸੀ ਉਹਦੇ ਚ ਰਿਲੀਜਨ ਜਿਹੜਾ ਇੱਕ ਵੱਡਾ ਐਕਸਲ ਸੀ, ਇੱਕ ਧੜਾ ਸੀ ਵੱਡਾ, ਜਿਹਨੂੰ ਇਗਨੋਰ ਕੀਤਾ ਸਾਡੇ ਅਕੈਡਮੀਆਂ ਨੇ। ਉਹਦੇ ਨਾਲ ਕੀ ਹੋਇਆ ਕਿ ਜਿਹੜੀ ਹਾਇਰਾਰਕੀ ਪੈਦਾ ਹੋ ਗਈ ਸਾਇੰਸ ਵਰਸਸ ਹਿਊਮੈਨਿਟੀਜ਼ ਦੇ ਵਿੱਚ, ਜਾਂ ਲਿੰਗੁਇਸਟਿਕਸ ਦੇ ਵਿੱਚ, ਜਾਂ ਜਿਹੜੀ ਪੰਜਾਬੀ ਜਾਂ ਹਿੰਦੀ ਦੇ ਵਿੱਚ ਇੱਕ ਹਾਇਰਾਰਕੀ ਜਿਹੜੀ ਸੀ ਉਹ ਪੈਦਾ ਹੋ ਗਈ। ਭਾਵੇਂ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਇੰਸ ਵਾਲਿਆਂ ਨੂੰ ਰੁਜ਼ਗਾਰ ਜਿਹੜੇ ਆ, ਜਾਂ ਜਿਨ੍ਹਾਂ ਸਾਇੰਸ ਦੀ PhD ਕੀਤੀ ਉਹਨਾਂ ਨੂੰ ਰੁਜ਼ਗਾਰ ਜ਼ਿਆਦਾ ਮੁਹੱਈਆ ਹੋ ਰਿਹਾ, ਨਹੀਂ। ਉਹ ਕੀ ਆ ਕਿ ਉਹ ਵੀ ਇਸ ਜਿਹੜਾ ਗਲੋਬਲੀ ਮਾਡਲ ਆ ਉਹਦੇ ਵਿਕਟਮ ਨੇ, ਚਾਹੇ ਉਹ ਸਾਇੰਸ ਦੇ ਹੀ ਰਿਸਰਚਰ ਹਨ। ਜਦੋਂ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਗੱਲ ਜਿਵੇਂ ਡਾਕਟਰ ਦਰਿਆ ਹੋਣਾ ਨੇ ਕੀਤੀ ਕਿ ਜਿਹੜੀ ਅੰਗਰੇਜ਼ੀ ਦੀ ਗੱਲ ਸੀ ਕਿ ਇਹ ਇੱਕ ਖਾਸ ਤਰ੍ਹਾਂ ਦਾ ਇੱਕ
ਪ੍ਰਭਾਵ ਬਣਾਇਆ ਗਿਆ ਕਿ ਅੰਗਰੇਜ਼ੀ ਬੋਲਣਾ ਜਿਹੜਾ ਆ, ਜਾਂ ਜੇ ਕੋਈ ਭਾਵੇਂ ਮਾੜੀ ਗੱਲ ਵੀ ਅੰਗਰੇਜ਼ੀ 'ਚ ਕਰ ਰਿਹਾ ਤੇ ਸ਼ਾਇਦ ਉਹ ਵਧੀਆ ਗੱਲ ਕਰ ਰਿਹਾ। ਇਹ ਗੱਲ ਕੀ ਸੀ ਕਿ ਇਹ ਇੱਕ ਲਿੰਗੁਇਸਟਿਕਸ ਇੰਪੀਰੀਅਲਿਜ਼ਮ ਬਣਾ ਦਿੱਤਾ ਗਿਆ। ਸਾਡੇ ਮਨਾਂ ਦੇ ਉੱਤੇ ਇੱਕ ਖਾਸ ਤਰ੍ਹਾਂ ਦਾ ਕੋਲੋਨਾਈਜ਼ ਕਰ ਦਿੱਤਾ ਗਿਆ, ਕੋਲੋਨਾਈਜ਼ਡ ਕਰ ਦਿੱਤੇ ਗਏ ਮਾਈਂਡ, ਕਿ ਜਿਹੜਾ ਬੰਦਾ ਪੰਜਾਬੀ ਬੋਲਣ ਵਾਲਾ ਹੈ ਉਹ ਪੇਂਡੂ ਹੋ ਸਕਦਾ, ਉਹ ਅਨਪੜ੍ਹ ਹੋ ਸਕਦਾ। ਪਰ ਨਹੀਂ, ਦੁਨੀਆ ਦੀਆਂ ਜਿੰਨੀਆਂ ਵੀ ਵੱਡੀਆਂ ਰਿਸਰਚ ਹੋਈਆਂ ਨੇ ਉਹ ਸਾਰੀਆਂ ਹੀ ਆਪਣੀ ਮਦਰ ਟੰਗ ਦੇ ਵਿੱਚ ਹੋਈਆਂ ਨੇ, ਬਾਅਦ ਦੇ ਵਿੱਚ ਟਰਾਂਸਲੇਟ ਹੋਈਆਂ ਨੇ ਅਦਰ ਸਬਜੈਕਟ ਦੇ ਵਿੱਚ। ਸੋ ਇਹ ਗੱਲ ਸਾਨੂੰ ਇਹ ਗੱਲ ਕਲੀਅਰ ਕਰ ਲੈਣੀ ਚਾਹੀਦੀ ਹੈ ਕਿ ਕੋਈ ਵੀ ਜਿਹੜੀ ਮਦਰ ਟੰਗ ਆ ਉਹਦੇ ਵਿੱਚ ਕਿਸੇ ਖਾਸ ਭਾਸ਼ਾ ਦਾ ਜਿਹੜਾ ਗਲਬਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਜਿਹੜੀ ਗੱਲ ਰੁਜ਼ਗਾਰ ਦੀ ਜਦੋਂ ਕਰਦੇ ਹਾਂ ਖਾਸ ਕਰਕੇ, ਕਿ ਜਿਹੜੇ ਮਾਡਲ ਜਿਹੜਾ ਇਕਨੋਮਿਕਸ ਦਾ ਮਾਡਲ ਆ ਉਹਦੇ ਤੋਂ ਬਾਹਰ ਨਹੀਂ ਅਸੀਂ ਗੱਲ ਕਰ ਸਕਦੇ, ਇਹ ਉਹਦੇ ਵਿੱਚ ਹੀ ਆਊਗਾ। ਜਿਹੜਾ ਸਾਡਾ ਇਕਨੋਮਿਕਸ ਦਾ ਮਾਡਲ ਆ ਉਹਦੇ ਚ ਕੀ ਆ ਕਿ ਜਿਹੜੀ ਮੈਂ ਗੱਲ ਕੀਤੀ ਸੀ ਕਿ ਸਾਡਾ ਜਿਹੜਾ ਜਦੋਂ ਗਵਰਨਮੈਂਟ ਬਣਦੀਆਂ ਨੇ ਤੇ ਇਹਨਾਂ ਨੇ ਆਪਣੇ ਮਾਡਲ ਚੇਂਜ ਹੀ ਨਹੀਂ ਕੀਤੇ ਇਹਨਾਂ ਨੇ, ਜਿਹਦਾ ਸਿੱਟਾ ਇਹ ਨਿਕਲਿਆ ਕਿ ਜੇ ਮੈਂ ਪੰਜਾਬੀ ਦੇ ਸੰਦਰਭ ਜਾਂ ਪੰਜਾਬ ਦੇ ਸੰਦਰਭ ਵਿੱਚ ਗੱਲ ਕਰਾਂ ਤੇ ਪੰਜਾਬ ਦੇ ਜਿਹੜੇ ਸਕੂਲ ਨੇ ਉਹਨਾਂ ਦੀ ਹਾਲਤ ਬਾਰੇ ਤੁਸੀਂ ਜਾਣਦੇ ਹੋ, ਜਾਂ ਉੱਥੋਂ ਦੀ ਜਿਹੜੀ ਟੀਚਿੰਗ ਆ ਜਿਹੜੀ ਸਕੂਲਾਂ ਦੀ, ਕਿਉਂਕਿ ਕਿਸੇ ਵੀ ਇੰਸਟੀਚਿਊਟ ਦਾ ਜਿਹੜਾ ਟੀਚਰ ਆ ਜਾਂ ਟੀਚਿੰਗ ਆ ਉਹ ਸਪਾਈਨਲ ਕਾਰਡ ਹੁੰਦੀ ਆ ਉੱਥੇ। ਤੇ ਸਕੂਲਾਂ ਦੇ ਟੀਚਰਾਂ ਬਾਰੇ ਤੁਸੀਂ ਸਾਰੇ ਦੇਖਦੇ ਹੋ ਕਿ ਕਿਵੇਂ ਉਹ ਸਾਰੇ ਦੇ ਸਾਰੇ ਰੋਜ਼ ਸੜਕਾਂ ਦੇ ਉੱਤੇ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਨੇ। ਉਹਦਾ ਕਾਰਨ ਕੀ ਆ ਕਿ ਉਹ ਜੇ ਹੁਣ ਜਿਹੜੇ ਉਹ ਸਕੂਲ ਨੇ, ਉਹ ਸਕੂਲ ਦੇ ਵਿੱਚ ਜਿਹੜਾ ਗਰੀਬ ਤਬਕਾ ਪੜ੍ਹ ਰਿਹਾ ਵਾ, ਸਰਕਾਰੀ ਸਕੂਲ ਜਿਹੜਾ ਆ ਉਹਦੇ ਵਿੱਚ ਵੀ ਉਹ ਜਿਹੜਾ ਗਰੀਬ ਬੱਚਾ ਆ ਉਹ ਪੜ੍ਹਨ ਆਸ, ਉਹਦੀ ਜਿਹੜੀ ਪ੍ਰਾਇੋਰਟੀ ਜਿਹੜੀ ਪੜ੍ਹਾਈ ਦੀ ਹੈਗੀ, ਉਹਦੀ ਪ੍ਰਾਇੋਰਟੀ ਇਹ ਹੈਗੀ ਕਿ ਮਿਡ ਡੇ ਮੀਲ ਦੁਪਹਿਰ ਦਾ ਉਹਨੂੰ ਘੱਟੋ ਘੱਟ ਉਹ ਸਕੂਲ ਚੋਂ ਮਿਲ ਜਾਂਦਾ, ਜਿਹੜਾ ਕਿ ਅੱਜ ਦੇ ਦੌਰ ਦੇ ਵਿੱਚ ਅੱਜ ਹੀ ਪੰਜਾਬੀ ਟ੍ਰਿਬਿਊਨ ਚ ਮੈਂ ਪੜ੍ਹ ਰਿਹਾ ਸੀ, ਉਹ ਵੀ ਨਹੀਂ ਉਹਨਾਂ ਤੱਕ ਪਹੁੰਚਿਆ। ਕਿਉਂ ਨਹੀਂ ਪਹੁੰਚਿਆ? ਕਿਉਂਕਿ ਜਦੋਂ ਵੀ ਕੋਈ ਪ੍ਰਧਾਨ ਮੰਤਰੀ ਕੋਈ ਸੇਵਾ ਯੋਜਨਾ ਆ ਜਾਂ ਜਿਹੜੀ ਪੈਨਸ਼ਨ ਆ ਜਾਂ ਕੋਈ ਗਰੀਬ ਆ, ਉਹਦੇ ਤੱਕ ਆਉਂਦਿਆਂ ਉਹ ਕਿੱਥੇ ਗਾਇਬ ਹੋ ਜਾਂਦੀ ਆ। ਵੱਡਾ ਸਵਾਲ ਇਹ ਉਹ ਕੀ ਆ ਕਿ ਉਹ ਸਾਡੀ ਜਿਹੜੀ ਬਿਊਰੋਕ੍ਰੇਸੀ ਆ ਇਹਦੇ ਉੱਤੇ ਕੁਐਸਚਨ ਬਣਦਾ ਵੱਡਾ, ਕਿਉਂਕਿ ਅਸੀਂ ਉਸੇ ਤਰ੍ਹਾਂ ਅੰਗਰੇਜ਼ਾਂ ਵਾਲੀ ਜਿਹੜੀ ਸੀ ਉਹ ਲਈ। ਜਦੋਂ ਮੈਂ ਗੱਲ ਕਰਦਾ ਕਿ ਜਿਹੜੀ ਪ੍ਰਾਈਵੇਟਾਈਜੇਸ਼ਨ ਹੁੰਦੀ ਆ ਉਹਦੇ ਨਾਲ ਜਿਹੜਾ ਸਿੱਖਿਆ ਦਾ ਮਾਡਲ ਜਿਹੜਾ ਮਤਲਬ ਜਿਹੜੀ ਸੇਵਾ ਦਾ ਮਾਡਲ ਸੀ ਉਹ ਤਾਂ ਖਤਮ ਹੋ ਗਿਆ। ਉੱਥੇ ਵਪਾਰ ਦੇ ਵਜੋਂ ਇੰਟਰੋਡਿਊਸ ਹੁੰਦੀ ਹੈ ਸਿੱਖਿਆ, ਤੇ ਜਦੋਂ ਵੀ ਕੋਈ ਚੀਜ਼ਾਂ ਵਪਾਰ ਦੇ ਵਿੱਚੋਂ ਹੋਣਗੀਆਂ ਤੇ ਉਦੋਂ ਫਿਰ ਮੁਨਾਫਾ ਜਿਹੜਾ ਆ ਉਹ ਵੱਡੇ ਰੂਪ ਦੇ ਵਿੱਚ ਆਊਗਾ। ਜਿਹੜਾ ਮੁਨਾਫੇ ਦੇ ਵਜੋਂ ਜਦੋਂ ਕੋਈ ਚੀਜ਼ ਲਈ ਜਾਊਗੀ ਤੇ ਉਹਦੇ ਵਿੱਚੋਂ ਹੀ ਜਿਹੜੀ ਆ ਬੇਰੁਜ਼ਗਾਰੀ ਜਿਹੜੀ ਆ ਉਹ ਪੈਦਾ ਹੋਊਗੀ। ਤੇ ਜੇ ਮੈਂ ਪੰਜਾਬ ਦੇ ਕਾਲਜ ਦੀ ਗੱਲ ਕਰਦਾ ਤੇ ਪੰਜਾਬ ਦੇ ਗਵਰਨਮੈਂਟ ਕਾਲਜ ਲਗਭਗ ਸਾਰੇ ਦੇ ਸਾਰੇ ਜਿਹੜੇ ਆ ਉਹ ਖਤਮ ਹੋ ਚੁੱਕੇ ਨੇ। ਮਤਲਬ ਇੱਕ ਪ੍ਰਿੰਸੀਪਲ 6 ਕਾਲਜਾਂ ਦਾ ਚਾਰਜ ਉਹਨਾਂ ਦੇ ਕੋਲ ਆ, ਉਹ ਕਿਵੇਂ ਉਹਨੂੰ ਚਲਾ ਰਹੇ ਨੇ। ਈਵਨ ਕਈ ਕਾਲਜ ਇੱਥੇ ਨੇ ਕਿ ਜਿੱਥੇ ਉੱਥੇ ਸਾਰੀ ਗੈਸਟ ਫੈਕਲਟੀ ਆ, ਇੱਕ ਵੀ ਰੈਗੂਲਰ ਟੀਚਰ ਨਹੀਂ ਹੈ। ਤੇ ਯੂਨੀਵਰਸਿਟੀਆਂ, ਜਦੋਂ ਮੈਂ ਯੂਨੀਵਰਸਿਟੀਆਂ ਦੀ ਗੱਲ ਕਰਦਾ ਤੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ, ਸਾਡੇ ਪੰਜਾਬੀ ਡਿਪਾਰਟਮੈਂਟ 2 ਟੀਚਰ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ 3 ਟੀਚਰ ਨੇ। ਮਤਲਬ ਕਿ ਉਹ ਦੁਬਾਰਾ ਉਹ ਚੀਜ਼ਾਂ ਜਿਹੜੀਆਂ ਭਰੀਆਂ ਹੀ ਨਹੀਂ ਜਾ ਰਹੀਆਂ। ਕਿਉਂ ਨਹੀਂ ਭਰੀਆਂ ਜਾ ਰਹੀਆਂ? ਕਿਉਂਕਿ ਉਹ ਜਦੋਂ ਅਸੀਂ ਉਹਨਾਂ ਦੇ ਬਜਟ ਦੇ ਹਿੱਸੇ ਦੇ ਵਿੱਚ ਉੱਥੇ ਐਜੂਕੇਸ਼ਨ ਦਾ ਜਦੋਂ ਮੈਂ ਡਾਟਾ ਦੇਖ ਰਿਹਾ ਸੀ ਤੇ ਬਹੁਤ ਘੱਟ ਸੀ ਦੂਜਿਆਂ ਕੰਪੈਰੀਟਿਵਲੀ, ਕਿਉਂਕਿ ਸਾਡੀਆਂ ਸਰਕਾਰਾਂ ਦੀ ਉਸ ਕਿਸਮ ਦੀ ਪ੍ਰਾਇੋਰਟੀ ਨਹੀਂ ਹੈਗੀ ਐਜੂਕੇਸ਼ਨ ਦੀ। ਉਹਦੇ ਕਰਕੇ ਇਹ ਸਾਰੇ ਦੇ ਸਾਰੇ ਡਿਪਾਰਟਮੈਂਟ ਜਿਹੜੇ ਨੇ, ਖਾਸ ਕਰਕੇ ਹੁਣ ਸਾਡੇ ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਗੱਲ ਪਿਛਲੇ 2 ਸਾਲ ਤੋਂ ਚੱਲ ਰਹੀ ਆ ਕਿ ਜਿਹੜੇ ਛੋਟੇ ਡਿਪਾਰਟਮੈਂਟ ਨੇ ਜਾਂ ਜਿੱਥੇ 5 ਤੋਂ ਘੱਟ ਫੈਕਲਟੀ ਆ, ਉਹਨਾਂ ਨੂੰ ਆਪਸ ਦੇ ਵਿੱਚ ਜੋੜ ਦਿੱਤਾ ਜਾਵੇ, ਮਰਜ ਕਰ ਦਿੱਤਾ ਜਾਵੇ ਤੇ ਇੱਕ ਬਿਲਡਿੰਗ ਦੇ ਵਿੱਚ ਕਰ ਦਿੱਤਾ ਜਾਵੇ। ਜਦ ਕਿ ਡਿਪਾਰਟਮੈਂਟ ਇੱਕ ਜਿਹੜਾ ਆ ਉਹਦੀ ਪੂਰੀ ਦੀ ਪੂਰੀ ਆਪਣੀ ਹਿਸਟਰੀ ਹੁੰਦੀ ਆ, ਆਪਣੀ ਨੇਚਰ ਹੁੰਦੀ ਆ। ਜਦੋਂ ਇਦਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਜਾਣਗੇ, ਉਹ ਕਿਉਂ ਕੀਤਾ ਗਿਆ? ਕਿਉਂਕਿ ਜਿਹੜੀ ਨੈਕ ਦੀ ਜਿਹੜੀ ਆ ਉਹਦੇ ਨਾਲ ਸਾਡੀ ਜਿਹੜੀ ਫੈਕਲਟੀ ਦੀ ਜਿਹੜੀ ਰੇਸ਼ੋ ਆ ਉਹ ਘਟ ਜਾਂਦੀ ਹੈ। ਜਦੋਂ ਸਾਡੇ ਅਕੈਡਮਿਕ ਇੰਸਟੀਚਿਊਟ ਦੀਆਂ ਜਿਹੜੀਆਂ ਰੈਂਕਿੰਗ ਆ ਉਹ ਇਹਨਾਂ ਬਿਹਾਫ ਦੇ ਉੱਤੇ ਹੋਊਗੀ ਕਿ ਟੀਚਰ ਕਿੰਨੇ ਨੇ, ਜਾਂ ਉਹਦੇ ਤੇ ਕੁਆਲਿਟੀ ਦੇ ਉੱਤੇ ਗੱਲ ਨਹੀਂ ਹੋਊਗੀ, ਜਾਂ ਸਾਰਾ ਕੁਝ ਇੱਕ ਖਾਸ ਤਰ੍ਹਾਂ ਦੇ ਪਲਾਨਡ ਤਰੀਕੇ ਦੇ ਵਿੱਚ ਰੈਂਕਿੰਗ ਹੋਊਗੀ ਸਾਡੇ ਇੰਸਟੀਚਿਊਟ ਦੀ, ਤੇ ਫਿਰ ਇਦਾਂ ਦੇ ਹੀ ਸਿੱਟੇ ਨਿਕਲਣਗੇ ਜਿਹੜੇ ਸਿੱਟੇ ਅਸੀਂ ਇਸ ਸਮੇਂ ਭੁਗਤ ਰਹੇ ਹਾਂ ਪ੍ਰੈਜ਼ੈਂਟ। ਜਦੋਂ ਕਿਉਂਕਿ ਇਹ ਜਿਹੜੇ ਟੀਚਰ ਨੇ ਜਾਂ PhD ਟੀਚਰ ਆ, ਉਹ ਜਦੋਂ 15,600 ਤੇ ਲੱਗ ਕੇ ਉਸ ਤੋਂ ਬਾਅਦ 9 ਮਹੀਨੇ ਜੌਬ ਕਰਕੇ ਫਿਰ ਫਾਈਲ ਫੜ ਕੇ ਲਾਈਨ ਦੇ ਵਿੱਚ ਖੜਾ ਹੁੰਦਾ ਹਰ ਸਾਲ ਬਾਅਦ,
ਉਹਦੇ ਚ ਜਦੋਂ ਕਿਉਂਕਿ ਜਿਹੜੀ ਪੰਜਾਬੀ ਭਾਸ਼ਾ ਆ ਇਹ ਸਾਰੀਆਂ ਚੀਜ਼ਾਂ ਜੋ ਭਾਸ਼ਾ ਦੇ ਆਧਾਰ ਦੀ ਗੱਲ ਕੀਤੀ ਆ ਜਿਵੇਂ ਗੱਲ ਚੱਲ ਰਹੀ ਆ ਕਿ ਭਾਸ਼ਾ ਅਸੀਂ ਪੰਜਾਬੀ ਖਾਸ ਕਰਕੇ ਇਮੋਸ਼ਨਲ ਆ ਬਹੁਤ ਜ਼ਿਆਦਾ ਤੇ ਕਿਸੇ ਵੀ ਜਦੋਂ ਅਸੀਂ ਕਿਸੇ ਵੱਡੇ ਫੈਕਟਰ ਦੇ ਵਿੱਚ ਜਾਣਾ ਤੇ ਸਾਨੂੰ ਇਮੋਸ਼ਨਲ ਨੂੰ ਥੋੜਾ ਜਿਹਾ ਬਾਹਰ ਹੋਣਾ ਪਊਗਾ। ਜਿਵੇਂ ਪੰਜਾਬੀ ਸੂਬਾ ਸਾਡੇ ਖੂਨ ਦੇ ਵਿੱਚ ਆਉਂਦਾ ਆ ਤੇ ਉਦੋਂ ਅਸੀਂ ਜਿਹੜਾ ਆ ਪੰਜਾਬੀ ਭਾਸ਼ਾ ਦੇ ਆਧਾਰ ਦੇ ਉੱਤੇ ਗੱਲ ਜਿਹੜੀ ਵੰਡ ਜਿਹੜੀ ਹੁੰਦੀ ਹੈ, ਜਦ ਕਿ ਹਰਿਆਣਾ ਵੀ ਪੰਜਾਬ ਦਾ ਹਿੱਸਾ ਸੀ। ਉਹ ਸਾਰੇ ਦਾ ਸਾਰਾ ਜਿਹੜਾ ਸੀ ਅੱਜ ਗੜਗਾਉਂ ਜਾਂ ਜਿਹੜਾ ਕਰਨਾਲ ਦੀ ਇੰਡਸਟਰੀ ਆ ਉਹ ਪੰਜਾਬ ਦਾ ਹਿੱਸਾ ਹੁੰਦਾ ਜੇ ਅਸੀਂ ਥੋੜੇ ਜਿਹੇ ਉਦੋਂ ਵਾਈਡ ਸੋਚਦੇ। ਉਹ ਵੀ ਪੋਲਿਟਿਕਸ ਦੇ ਕਰਕੇ ਹੀ ਉਹ ਜਿਹੜਾ ਸਾਰਾ ਜਿਹੜਾ ਸੀ ਉਹ ਵਿਕਟਮ ਸਾਡੀ ਜਿਹੜੀ ਪੰਜਾਬੀਅਤ ਸੀ ਉਹਦੀ ਵਿਕਟਮ ਬਣੀ। ਉਹ ਇੱਕ ਖਾਸ ਪੋਲਿਟਿਕਸ ਸੀ ਉਸ ਸਮੇਂ ਦੇ ਹਾਕਮਾਂ ਦੀ। ਜਿਹੜਾ ਹੁਣ ਜਿਵੇਂ ਗੱਲ ਚੱਲੀ ਸੀ ਇੱਥੇ ਕਿ ਨਵੀਆਂ ਟੈਕਨੋਲੋਜੀ ਆਉਣ ਦੇ ਨਾਲ ਜਾਂ ਦੂਜੀਆਂ ਚੀਜ਼ਾਂ ਨੇ ਕਿ ਪੰਜਾਬੀ ਜਿਹੜੀ ਆ ਟਰਾਂਸਲੇਸ਼ਨ ਦੇ ਨਾਲ ਜਾਂ ਮਲਟੀਨੇਸ਼ਨਲ ਕੰਪਨੀਆਂ ਦੇ ਨਾਲ ਰੁਜ਼ਗਾਰ ਵਧੇ ਨੇ। ਉਹ ਰੁਜ਼ਗਾਰ ਜਿਹੜੇ ਨੇ ਉਹਦੇ ਚ ਇਕੱਲਾ ਪੰਜਾਬੀ ਨਹੀਂ, ਉਹਦੇ ਜਿਵੇਂ ਕੱਲ ਮੈਂ ਦੇਖ ਰਿਹਾ ਸੀ ਕਿ ਉਹਦੀ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਆ ਉਹ ਜਾਂ ਤੇ ਉਹਦੀ ਗ੍ਰੈਜੂਏਸ਼ਨ ਜਿਹੜੀ ਬੀਕਾਮ ਚ ਹੋਵੇ ਜਾਂ ਜੇ ਉਹਨੇ ਨਿਊਜ਼ ਦੇ ਲਈ ਜਾਣਾ ਤੇ ਉਹਦੀ ਜਿਹੜੀ ਜਰਨਲਿਜ਼ਮ ਦੀ ਮਾਸਟਰ ਹੋਵੇ। ਉੱਥੇ ਐਮਏ ਪੰਜਾਬੀ ਦਾ ਜਿਹੜਾ ਆ ਉਹ ਕੋਈ ਕੁਆਲੀਫਿਕੇਸ਼ਨ ਹੀ ਨਹੀਂ ਹੈਗੀ। ਈਵਨ ਜਦੋਂ ਤੁਸੀਂ ਬਾਹਰ ਜਿਵੇਂ ਕੈਨੇਡਾ ਦੀ ਗੱਲ ਚੱਲੀ ਆ, ਜੇ ਤੁਸੀਂ ਕੈਨੇਡਾ ਲਈ ਪੀਆਰ ਲਾਉਣੀ ਆ ਤੇ ਤੁਹਾਡੀ ਲੈਂਗੁਏਜ ਦਾ ਜਿਹੜਾ ਐਕਸਪੀਰੀਅੰਸ ਆ ਉਹ ਕਾਊਂਟ ਹੀ ਨਹੀਂ ਹੋ ਰਿਹਾ, ਉੱਥੇ ਕਾਊਂਟ ਨਹੀਂ ਹੁੰਦਾ ਵੈਸੇ। ਉਹ ਕਿਉਂ ਇਹ ਕੀ ਆ ਕਿ ਇਹ ਸਾਰੀਆਂ ਚੀਜ਼ਾਂ ਜਿਸ ਲੈਂਗੁਏਜ ਨੇ ਜਾਂ ਲਿਟਰੇਚਰ ਨੇ ਲੋਕਾਂ ਨੂੰ ਅਵੇਅਰ ਕਰਨਾ ਆ, ਲੋਕਾਂ ਨੂੰ ਜਾਗਰਤ ਕਰਨਾ ਆ, ਕੌਮਾਂ ਨੂੰ, ਉਹਨਾਂ ਨੂੰ ਇਸ ਤਰੀਕੇ ਨਾਲ ਪਲੈਨਡ ਤਰੀਕੇ ਦੇ ਨਾਲ ਹਾਸ਼ੀਏ ਤੇ ਕੀਤਾ ਜਾਏ। ਇਹਦੇ ਨਾਲ ਕਿ ਸਾਡੇ ਕੋਲ ਰਿਮੋਟ ਵਰਕਰ ਪੈਦਾ ਕੀਤੇ ਜਾ ਰਹੇ ਨੇ। ਜਿਵੇਂ ਇੱਕ ਜਿਹੜਾ ਬੀਟੈਕ ਬੰਦਾ ਆ ਉਹ ਜੇ ਪੰਜਾਬੀ ਆ ਤੇ ਉਹ 500 ਬੰਦੇ ਦਾ ਕੰਮ ਕਰ ਸਕਦਾ। ਜਿਹੜੀ ਟਰਾਂਸਲੇਸ਼ਨ ਦਾ ਜਿਹੜਾ ਗੱਲ ਆ ਕਿ ਅਸੀਂ ਕਹਿ ਰਹੇ ਕਿ ਸ਼ਾਇਦ ਕੰਪਿਊਟਰ ਆਉਣ ਦੇ ਨਾਲ ਪੰਜਾਬੀ ਦੀ ਟਾਈਪਿੰਗ ਵੱਧ ਗਈ ਆ ਜਾਂ ਰੁਜ਼ਗਾਰ ਮੌਜੂਦ ਹੋ ਰਿਹਾ ਹੈ ਨਾ, ਤੇ ਉਹਦੇ ਨਾਲ ਕੀ ਆ ਕਿ ਹੁਣ ਨੋਇਡਾ ਦੇ ਵਿੱਚ ਹੀ ਇੰਡੀਆ ਦੇ ਵਿੱਚ ਏਦਾਂ ਦੇ ਸੌਫਟਵੇਅਰ ਆ ਗਏ ਨੇ ਜਿਹੜੇ 500 ਬੰਦੇ ਦਾ ਪਹਿਲਾ ਕੰਮ ਕਰ ਸਕਦਾ। 1-2-3 ਸਕਿੰਟ ਦੇ ਵਿੱਚ ਉਹ ਟਰਾਂਸਲੇਸ਼ਨ ਕਰ ਦਿੰਦਾ ਸੀ। ਉਹਦੇ ਲਈ ਕੋਈ ਮੈਨ ਪਾਵਰ ਜਿਹੜਾ ਆ ਉਹ ਰਹਿ ਨਹੀਂ ਗਿਆ। ਉੱਥੇ ਜਿਹੜਾ ਵਰਕਰ ਆ ਉਹਦੇ ਕੋਲ ਤਿੰਨੇ ਲੈਂਗੁਏਜ ਦੀ ਸਕਿੱਲ ਹੋਣੀ ਚਾਹੀਦੀ, ਹਿੰਦੀ, ਪੰਜਾਬੀ, ਅੰਗਰੇਜ਼ੀ, ਤੇ ਉਹਦੇ ਨਾਲ ਉਹ ਜਿਹੜਾ ਆ ਉਹ ਅੱਛਾ ਸਪੀਕਰ ਵੀ ਹੋਣਾ ਚਾਹੀਦਾ ਤੇ ਉਹਨੂੰ ਰਾਤ ਨੂੰ 2 ਵਜੇ ਵੀ ਉੱਠ ਕੇ ਕੰਮ ਕਰਨਾ ਪੈ ਰਿਹਾ ਕਿਉਂਕਿ ਇਹ ਸਾਰਾ ਕੁਝ ਮਲਟੀਨੇਸ਼ਨਲ ਕੰਪਨੀਆਂ ਦੇ ਅੰਡਰ ਆ ਰਿਹਾ ਵਾ। ਇਹਦਾ ਮਤਲਬ ਕਿ ਉਹ ਜਿਵੇਂ ਇਹਨਾਂ ਨੇ ਬਸ ਹੀ ਉਹਨਾਂ ਨੇ ਗੱਲ ਕੀਤੀ ਕਿ ਇਹ ਇੱਕ ਸੁੰਗੜ ਕੇ ਪਿੰਡ ਬਣ ਗਿਆ ਆ ਤੇ ਉਹਦੇ ਵਿੱਚ ਮਸਲੇ ਜਿਹੜੇ ਆ ਸਾਨੂੰ ਸਾਰਾ ਸਿਨੈਰੀਓ ਜਿਹੜਾ ਆ ਸਮਝਣਾ ਪਊਗਾ ਕਿ ਜੇ ਪੰਜਾਬੀ ਦੇ ਨਾਲ ਇਦਾਂ ਦਾ ਵਿਹਾਰ ਹੋ ਰਿਹਾ ਤੇ ਉਹਦੇ ਨਾਲ ਦੂਜੀਆਂ ਲੈਂਗੁਏਜ ਦਾ ਵੀ ਉਸੇ ਤਰ੍ਹਾਂ ਦੇ ਨਾਲ ਹੋ ਰਿਹਾ ਵਾ। ਹੁਣ ਮੈਂ ਗੱਲ ਕਰਾਂਗਾ ਖਾਸ ਕਰਕੇ ਵਿਦਿਆਰਥੀਆਂ ਦੇ ਨਾਲ। ਜਿਵੇਂ ਇੱਥੇ ਇਹਨਾਂ ਸਵਾਲ ਵੀ ਆਇਆ ਸੀ ਡਾਕਟਰ ਨਰਿੰਦਰ ਕੌਰ ਕਿ ਕਿਹੜਾ ਮੈਥਡ ਜਿਹੜਾ ਆ ਉਹ ਯੂਜ਼ ਕੀਤਾ ਜਾਵੇ ਜਿਹਦੇ ਨਾਲ ਰੁਜ਼ਗਾਰ ਦੇ ਜਿਹੜੇ ਆ ਉਹ ਮਸਲੇ ਜਿਹੜੇ ਵੱਧ ਸਕਣ। ਇਹ ਤੇ ਆ ਮੈਂ ਜਿਹੜੀ ਗੱਲ ਕੀਤੀ ਪੂਰੀ ਸਿਨੈਰੀਓ ਦੀ ਵੀ ਅਸੀਂ ਇਸ ਵਕਤ ਖੜੇ ਕਿੱਥੇ। ਬਾਕੀ ਪੰਜਾਬੀਅਤ ਜਿਹੜੀ ਆ ਜਾਂ ਪੰਜਾਬੀ ਜਿਹੜੇ ਆ ਇਹ ਘਬਰਾਉਣ ਦੀ ਲੋੜ ਨਹੀਂ। ਜਿਹੜਾ ਇਹ ਰੇਸ਼ੋ ਆ ਸੱਚ ਝੂਠ ਦੀ ਉਹ ਕੌਰਵਾਂ ਪਾਂਡਵਾਂ ਦੇ ਵਿੱਚ ਵੀ ਇੰਨੀ ਸੀ। ਪਾਂਡਵ 5 ਸੀ, ਕੌਰਵ 100 ਸੀ। ਇਹ ਰੇਸ਼ੋ ਸ਼ੁਰੂ ਤੋਂ ਹੀ ਇੰਨੀ ਚੱਲਦੀ ਆਈ ਹੈ। ਤੇ ਜਿਵੇਂ ਡਾਕਟਰ ਦਰਿਆ ਹੁਣਾਂ ਗੱਲ ਕੀਤੀ ਕਿ ਇਹ ਐਕਸੀਲੈਂਸ ਦਾ ਦੌਰ ਹੈ। ਇੱਥੇ ਮਡਿਓਕਰ ਜਿਹੜਾ ਆ ਉਹ ਜਾਂ ਜਿੰਨਾ ਚਿਰ ਤੱਕ ਉਹਦਾ ਐਕਸੀਲੈਂਸ ਜਿਹੜੀ ਉਹ ਟੌਪਰ ਨਹੀਂ ਆਉਂਦਾ। ਟੌਪਰ ਦਾ ਮਤਲਬ ਇਹ ਜਿਹੜੀ ਟੌਪਰ ਵਾਲੀ ਦੌੜ ਆ ਇਹ ਵੀ ਕੋਈ ਵਧੀਆ ਦੌੜ ਨਹੀਂ ਹੈਗੀ। ਪਰ ਉਹਦਾ ਕਾਰਨ ਕੀ ਆ ਕਿ ਜਿਵੇਂ ਸਾਡੇ ਕੋਲ ਜਦੋਂ ਮਾਸਟਰ ਕਰਦੇ ਆ 3rd ਸਮੈਸਟਰ ਦੇ ਵਿੱਚ ਅਸੀਂ ਅਕਸਰ ਬੱਚਿਆਂ ਨੂੰ JRF ਲਈ ਕਹਿੰਦੇ ਆ ਕਿ JRF ਕਰੋ ਤੇ 1000 ਰੁਪਏ ਦੇ ਡਰਾਫਟ ਉਹ 35-40 ਹਜ਼ਾਰ ਰੁਪਇਆ ਪਰ ਮੰਥ 5 ਸਾਲ ਦੇ ਲਈ ਉਹ ਸਿਕਿਉਰ ਹੋ ਜਾਂਦਾ ਤੇ ਆਪਣੀ ਚੰਗੀ ਖੋਜ ਜਿਹੜੀ ਆ ਕਿਸੇ ਯੂਨੀਵਰਸਿਟੀ ਦੇ ਵਿੱਚ ਕਰ ਸਕਦਾ। ਉਸ ਤੋਂ ਬਾਅਦ ਪੋਸਟ ਡਾਕ ਕਰ ਸਕਦਾ ਆ ਜਾਂ ਖਾਸ ਕਰਕੇ ਗ੍ਰੈਜੂਏਸ਼ਨ ਪੰਜਾਬੀ ਬੇਸਡ ਕੀਤੀ ਆ ਉਹ PCS ਦਾ ਐਗਜ਼ਾਮ ਦੇ ਸਕਦਾ ਆ, ਉਹ ਆਫੀਸਰ ਬਣ ਸਕਦਾ। ਪਰ ਉਹਦੇ ਲਈ ਜਿਹੜੀ ਐਕਸੀਲੈਂਸ ਜਿਹੜੀ ਉਹ ਬਹੁਤ ਜ਼ਰੂਰੀ ਆ। ਈਵਨ IAS ਜਿਹੜੀ ਆ ਉਹ ਤੁਸੀਂ ਪੰਜਾਬੀ ਦੇ ਮੇਨ ਸਬਜੈਕਟ ਦੇ ਰਾਹੀਂ ਦੇ ਸਕਦੇ ਹੋ। ਔਰ ਗ੍ਰੈਜੂਏਸ਼ਨ ਤੋਂ ਬਾਅਦ ਅਗਰ ਤੁਸੀਂ ਮਿਹਨਤ ਕਰਦੇ ਹੋ ਪ੍ਰੋਪਰ ਤੁਸੀਂ ਆਪਣਾ ਉਹ ਧਿਆਨ ਸਾਰੀਆਂ ਚੀਜ਼ਾਂ ਤੋਂ ਨਿਕਲ ਕੇ ਆਉਂਦਾ ਤੇ ਕੋਈ ਵੀ ਜਿਹੜਾ ਸਿਸਟਮ ਆ ਜਿੰਨਾ ਮਰਜ਼ੀ ਕਰਪਟ ਹੋ ਜੇ ਚਾਹੇ ਉਹ ਜਦੋਂ ਹੁੰਦਾ ਆ ਜਦੋਂ ਸਿਲੈਕਸ਼ਨਾਂ ਹੁੰਦੀਆਂ ਤੇ ਉਹਦੇ ਇਹ ਵੀ ਹੁੰਦਾ ਕਿ ਕੋਈ ਉਹਦੇ ਵਿੱਚੋਂ ਵਧੀਆ ਵੀ ਉਹ ਵੀ ਭਰਤੀ ਕਰ ਲਓ ਤਾਂ ਕਿ ਡਿਪਾਰਟਮੈਂਟ ਵਿੱਚ ਲਾਉਣਾ। ਜੇ 4 ਪੋਸਟਾਂ ਜਾਂ 3 ਵੀ ਹੋ ਜਾਣਗੇ ਇੱਕ ਵਧੀਆ ਆਊਗਾ ਹੀ ਆਊਗਾ।
ਤੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਉਸ ਇੱਕ ਦੇ ਉੱਤੇ ਕੰਸੈਂਟਰੇਟ ਕਰਨਾ ਪਊਗਾ ਕਿ ਸਾਨੂੰ ਉਹ ਇੱਕ ਬਣ ਕੇ ਜਿਹੜਾ ਆ ਉਹਦੇ ਵਿੱਚ ਕਰਨਾ ਪਊਗਾ। ਇਸ ਕਰਕੇ ਜਿਹੜੀਆਂ ਸਾਡੀਆਂ ਇਸ ਦੌਰ ਦੇ ਜਿਹੜੀਆਂ ਜਾਂ ਜਿਹੜੀਆਂ ਸਾਡੀਆਂ ਚੁਣੌਤੀਆਂ ਨੇ ਇਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਜਿਹੜੀ ਆਪਣੀ ਸੋਚ ਆ ਇੱਕ ਤੇ ਉਹਨੂੰ ਸੰਕੀਰਨ ਨਹੀਂ ਕਰਨਾ ਹੋਊਗਾ, ਇੱਕ ਉਹਦੇ ਨਾਲ ਇਮੋਸ਼ਨਲ ਨਹੀਂ ਹੋਣਾ ਪਊਗਾ, ਕਿਉਂਕਿ ਚੁਣੌਤੀਆਂ ਜਿਹੜੀਆਂ ਵੱਡੀਆਂ ਨੇ ਪਰ ਘਬਰਾਉਣ ਦੀ ਲੋੜ ਨਹੀਂ। ਇਹ ਸਮਾਂ ਵੀ ਜਿਹੜਾ ਆ ਇਹ ਦੌਰ ਵੀ ਜਿਹੜਾ ਨਿਕਲ ਜਾਊਗਾ ਜੇ ਪਹਿਲੇ ਦੌਰ ਨਹੀਂ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਵਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਬਹੁਤ ਸ਼ੁਕਰੀਆ ਸਰ, ਤੁਸੀਂ ਦੂਸਰੀਆਂ ਭਾਸ਼ਾਵਾਂ ਦੇ ਨਾਲ ਜੋੜ ਕੇ ਬਹੁਤ ਵਿਵਹਾਰਕ ਪੱਧਰ ਤੇ ਔਰ ਬਹੁਤ ਯਥਾਰਥ ਪਹਿਲੂਆਂ ਨੂੰ ਸਾਡੇ ਸਭ ਦੇ ਨਾਲ ਸਾਂਝੇ ਕੀਤਾ। ਹੁਣ ਮੈਂ ਸਵਾਲਾਂ ਜਵਾਬਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰ ਰਹੀ ਹਾਂ। ਸਮੇਂ ਦੀ ਕਮੀ ਹੋਣ ਕਰਕੇ ਅਸੀਂ ਜ਼ਿਆਦਾ ਸਵਾਲ ਤਾਂ ਨਹੀਂ ਲੈ ਸਕਦੇ। ਔਰ ਡਾਕਟਰ ਦਰਿਆ ਜੀ ਤੁਹਾਡੇ ਲਈ ਸਵਾਲ ਹੈ ਸਰ। ਸਵਾਲ ਹੈ, ਉਹ ਕਿਹੜੇ ਕਾਰਨ ਹਨ ਕਿ ਪੰਜਾਬੀ ਭਾਸ਼ਾ ਦੂਜੀਆਂ ਭਾਸ਼ਾਵਾਂ ਵਾਂਗ ਰੋਜ਼ਗਾਰ ਦਾ ਸਾਧਨ ਨਹੀਂ ਬਣ ਸਕੀ? ਹਾਂਜੀ, ਬੜਾ ਮਹੱਤਵਪੂਰਨ ਕੁਐਸਚਨ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਆ ਉਹ ਦੂਸਰੀਆਂ ਭਾਸ਼ਾਵਾਂ ਦੇ ਮੁਕਾਬਲੇ ਜਿਹੜਾ ਵਾ ਕਿਉਂ ਉਹਨੇ ਰੋਜ਼ਗਾਰ ਦੇ ਮੌਕੇ ਜਿਹੜੇ ਉਹ ਨਹੀਂ ਪੈਦਾ ਹੋਏ। ਦੇਖੋ, ਜਿਵੇਂ ਡਾਕਟਰ ਪ੍ਰਵੀਨ ਹੋਣਾ ਨੇ ਗੱਲ ਸਪਸ਼ਟ ਕੀਤੀ ਸੀ ਆਪਣੇ ਭਾਸ਼ਣ ਦੇ ਵਿੱਚ ਕਿ ਜਿਹੜੀਆਂ ਸਿਰਫ ਪੰਜਾਬੀ ਭਾਸ਼ਾ ਦਾ ਹੀ ਮਸਲਾ ਨਹੀਂ ਹੈ, ਇਹ ਦੁਨੀਆ ਦੀਆਂ ਜਿਹੜੀਆਂ ਮਾਤ ਭਾਸ਼ਾਵਾਂ ਨੇ, ਖਾਸ ਤੌਰ ਦੇ ਉੱਪਰ ਖੇਤਰੀ ਭਾਸ਼ਾਵਾਂ ਨੇ ਜਿਹੜੀਆਂ, ਇਹ ਉਹਨਾਂ ਸਾਰੀਆਂ ਭਾਸ਼ਾਵਾਂ ਦਾ ਹੀ ਮਸਲਾ ਹੈ। ਕਿਉਂਕਿ ਜਦੋਂ ਤੁਸੀਂ ਆਪਣੀ ਮਾਤ ਭਾਸ਼ਾ ਦੀ ਸਮਰੱਥਾ ਰੱਖਦੇ ਹੋ ਤਾਂ ਤੁਹਾਨੂੰ ਉਹ ਸਾਧਨ ਜਾਂ ਉਹ ਮੌਕੇ ਹੀ ਉਪਲਬਧ ਹੁੰਦੇ ਹੈ ਜਿਹੜੇ ਉਸ ਭਾਸ਼ਾ ਬੋਲਦੇ ਖਿੱਤੇ ਦੇ ਵਿੱਚ ਜਿਹੜੇ ਉਹ ਪ੍ਰਾਪਤ ਹੁੰਦੇ ਆ ਜਾਂ ਉਪਲਬਧ ਹੁੰਦੇ ਆ। ਇਸ ਕਰਕੇ ਕਿਉਂਕਿ ਪੰਜਾਬੀ ਜਿਹੜੀ ਭਾਸ਼ਾ ਬੋਲਦਾ ਜਿਹੜਾ ਖਿੱਤਾ ਹੈ, ਖਾਸ ਤੌਰ ਦੇ ਉੱਪਰ ਜੇ ਭਾਰਤੀ ਪੰਜਾਬ ਤੱਕ ਸੀਮਿਤ ਰੱਖੀਏ ਤਾਂ ਉਹ ਬਹੁਤ ਛੋਟਾ ਖਿੱਤਾ ਹੈ ਜਿਸ ਦੇ ਵਿੱਚ ਜਿਹੜੀਆਂ ਇਸ ਕਿਸਮ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਘੱਟ ਪੈਦਾ ਹੋਈਆਂ। ਦੂਸਰੀ ਗੱਲ ਇਹਦੇ ਇਤਿਹਾਸਕ ਪਿਛੋਕੜ ਦੇ ਵਿੱਚ ਜਾ ਕੇ ਇਹਨਾਂ ਗੱਲਾਂ ਨੂੰ ਗਾਲਿਆ ਜਾ ਸਕਦਾ ਹੈ। ਔਰ ਖਾਸ ਤੌਰ ਦੇ ਉੱਪਰ ਕਿਉਂਕਿ ਪੰਜਾਬ ਜਿਹੜਾ ਵਾ ਲੰਬੇ ਸਮੇਂ ਤੋਂ ਹਮਲਾਵਰਾਂ ਦਾ ਔਰ ਵੱਖ-ਵੱਖ ਅਸਥਿਰਤਾ ਵਾਲੇ ਦੌਰ ਦੇ ਵਿੱਚੋਂ ਗੁਜ਼ਰਦਾ ਰਿਹਾ ਔਰ ਇਸ ਕਰਕੇ ਜਿਹੜਾ ਵਾ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵਿਕਾਸ ਦੀ ਜਿਹੜੀ ਸਥਿਤੀ ਹੋਣੀ ਚਾਹੀਦੀ ਸੀ ਰੁਜ਼ਗਾਰ ਦੇ ਮਾਮਲੇ ਵਿੱਚ ਔਰ ਉਹ ਪੈਦਾ ਜਿਹੜੀਆਂ ਉਹ ਨਹੀਂ ਹੋਈਆਂ। ਔਰ ਇਹਦੇ ਜਿਹੜੀਆਂ ਸਾਧਨ ਪੈਦਾ ਕਰਨੇ ਹੁੰਦੇ ਆ, ਇਹ ਖਾਸ ਤੌਰ ਦੇ ਉੱਪਰ ਉਸ ਖਿੱਤੇ ਦੀਆਂ ਜਿਹੜੀਆਂ ਸੰਸਥਾਵਾਂ ਨੇ, ਜਿਹੜੀਆਂ ਉਸ ਨੂੰ ਸੰਚਾਲਨ ਕਰਨ ਵਾਲੇ ਜਿਹੜੇ ਸਰਕਾਰਾਂ ਨੇ, ਖਾਸ ਤੌਰ ਦੇ ਉੱਪਰ ਉਹਨਾਂ ਦੀਆਂ ਨੀਤੀਆਂ ਦੇ ਉੱਪਰ ਬਹੁਤ ਨਿਰਭਰ ਜਿਹੜਾ ਵਾ ਕਰਦਾ ਹੈ। ਔਰ ਦੂਸਰਾ ਜਿਹੜਾ ਮਹੱਤਵਪੂਰਨ ਹੈ ਕਿ ਉਹ ਜਿਹੜਾ ਖਿੱਤਾ, ਜਿਸ ਖਿੱਤੇ ਵਿੱਚ ਤੁਸੀਂ ਉਸ ਖੇਤਰੀ ਭਾਸ਼ਾ ਨਾਲ ਜੁੜੇ ਹੋ, ਉਸ ਖਿੱਤੇ ਦੇ ਸਰੋਤ ਕੀ ਨੇ, ਉਸ ਖਿੱਤੇ ਦੇ ਮੂਲ ਸਰੋਤ ਜਿਹੜੇ ਸਾਡੀ ਆਰਥਿਕਤਾ ਦਾ ਆਧਾਰ ਬਣਦੇ ਆ, ਜਿਨ੍ਹਾਂ ਨੇ ਉਸ ਆਰਥਿਕਤਾ ਨੂੰ ਜਿਹੜਾ ਵਾ ਡਿਵੈਲਪ ਜਿਹੜਾ ਵਾ ਕਰਨਾ ਹੁੰਦਾ ਹੈ, ਤਾਂ ਉਹ ਕੀ ਨੇ। ਤੇ ਕਿਉਂਕਿ ਪੰਜਾਬ ਜਿਹੜਾ ਵਾ ਉਹ ਇੱਕ ਮੈਦਾਨੀ ਇਲਾਕਾ, ਸਾਡੇ ਕੋਲ ਸਾਡੀ ਆਰਥਿਕਤਾ ਦਾ ਜਿਹੜਾ ਸਰੋਤ ਹੈ, ਸਾਡੀ ਆਰਥਿਕਤਾ ਦਾ ਸਰੋਤ ਮੂਲ ਰੂਪ ਵਿੱਚ ਖੇਤੀਬਾੜੀ ਰਿਹਾ ਔਰ ਖੇਤੀਬਾੜੀ ਹੈ। ਔਰ ਸਾਡੇ ਕੋਲ ਜਿਹੜਾ ਪੰਜਾਬ ਦੀ ਧਰਤੀ ਜਿਹੜੀ ਪੈਦਾ ਕਰਦੀ ਹੈ, ਅਨਾਜ ਪੈਦਾ ਕਰਦੀ ਹੈ, ਤੇ ਉਹ ਅਨਾਜ ਜਿਹੜਾ ਵਾ ਸਮੁੱਚੇ ਭਾਰਤ ਦੇ ਵਿੱਚ ਵੀ ਜਿਹੜਾ ਵਾ ਉਹ ਵਰਤੋਂ ਦੇ ਵਿੱਚ ਜਿਹੜਾ ਆਉਂਦਾ ਹੈ। ਸੋ ਸਾਡੀ ਜਿਹੜੀ ਪ੍ਰੋਡਕਟ ਹੈ ਇੱਥੋਂ ਦੀ ਉਹ ਅਨਾਜ ਹੈ। ਜਿਹੜੇ ਰੁਜ਼ਗਾਰ ਦੇ ਸਾਧਨ ਹੁੰਦੇ ਆ ਉਹ ਜਿਹੜੀ ਇੰਡਸਟਰੀਜ਼ ਦੇ ਨਾਲ ਜਿਹੜਾ ਬਹੁਤ ਦਾਰੋਮਦਾਰ ਉਹਨਾਂ ਦਾ ਜਿਹੜਾ ਵਾ ਉਹ ਜੁੜਿਆ ਹੁੰਦਾ ਹੈ ਔਰ ਉਸ ਇੰਡਸਟਰੀ ਦੇ ਨਾਲ ਜਿਹੜਾ ਵਾ ਜੁੜਨ ਕਰਕੇ ਔਰ ਖਾਸ ਤੌਰ ਦੇ ਉੱਪਰ ਜਦੋਂ ਉਦਯੋਗ ਜਦੋਂ ਲੱਗਦੇ ਨੇ ਤੇ ਉਹਨਾਂ ਵਾਸਤੇ ਜਿਹੜਾ ਰॉ ਮਟੀਰੀਅਲ ਜਿਹੜਾ ਵਾ ਉਹ ਉਪਲਬਧ ਨਹੀਂ ਹੈ ਪੰਜਾਬ ਦੇ ਖਿੱਤੇ ਦੇ ਵਿੱਚ, ਤਾਂ ਉਸ ਸਥਿਤੀ ਵਿੱਚ ਉਹ ਰॉ ਮਟੀਰੀਅਲ ਜਿਹੜਾ ਵਾ ਉਹ ਬਾਹਰੋਂ ਜਦੋਂ ਲੈ ਕੇ ਆਵੋਗੇ ਔਰ ਬਾਹਰੋਂ ਆਉਣ ਦੀ ਸਥਿਤੀ ਦੇ ਵਿੱਚ ਜਿਹੜਾ ਵਾ ਉਹ ਇੱਥੇ ਆਉਣਾ ਔਰ ਉਸ ਢੰਗ ਦੇ ਨਾਲ ਇੱਥੋਂ ਦੀਆਂ ਜਿਹੜੀਆਂ ਸਥਿਤੀਆਂ ਦੇ ਵਿੱਚ ਭੂਗੋਲਿਕ ਸਥਿਤੀਆਂ ਕਰਕੇ ਇੱਥੇ ਉਹ ਰੁਜ਼ਗਾਰ ਦੇ ਮੌਕੇ ਜਿਹੜੇ ਆ ਉਹ ਪੈਦਾ ਨਹੀਂ ਹੋ ਸਕੇ। ਤਾਂ ਦੂਸਰੀ ਗੱਲ ਜਿਹੜੀ ਡਾਕਟਰ ਪ੍ਰਵੀਨ ਹੁਣਾਂ ਨੇ ਆਪਣੇ ਭਾਸ਼ਣ ਵਿੱਚ ਇਸ਼ਾਰਾ ਕੀਤਾ ਸੀ ਕਿ ਕਿਤੇ ਵੀ
ਖਿੱਤੇ ਦੇ ਵਿੱਚ ਰੁਜ਼ਗਾਰ ਦੇ ਸਾਧਨ ਜਿਹੜੇ ਆ ਮੁਹੱਈਆ ਕਰਵਾਉਣੇ ਜਿਹੜੇ ਆ ਉੱਥੋਂ ਦੇ ਸਰਕਾਰਾਂ ਦੀ ਜਿਹੜੀ ਹੈ ਮੁੱਢਲੀ ਜਿਹੜੀ ਨੀਤੀ ਦਾ ਹਿੱਸਾ ਜਿਹੜਾ ਵਾ ਹੁੰਦਾ ਹੈ। ਪਰੰਤੂ ਵਰਤਮਾਨ ਸਮੇਂ ਦੇ ਵਿੱਚ ਜਿਹੜੀ ਪ੍ਰਾਈਵੇਟਾਈਜੇਸ਼ਨ ਹੋਈ ਹੈ, ਉਸ ਪ੍ਰਾਈਵੇਟਾਈਜੇਸ਼ਨ ਨੇ ਸਾਡੇ ਕੋਲੋਂ ਰੁਜ਼ਗਾਰਾਂ ਦੇ ਮੌਕੇ ਜਿਹੜੇ ਆ ਬਹੁਤ ਸਾਰੇ ਜਿਹੜੇ ਆ ਉਹ ਹੋਏ ਨੇ। ਔਰ ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਖਾਸ ਤੌਰ ਦੇ ਉੱਪਰ ਜਿਹੜੀ ਸਾਡੀ ਸਿਖਲਾਈ ਹੈ ਔਰ ਐਜੂਕੇਸ਼ਨ ਹੈ, ਐਜੂਕੇਸ਼ਨ ਨੂੰ ਕਿੱਤਾ ਮੁਖੀ ਬਣਾਉਣ ਦੀ ਜਿਹੜੀ ਵਧੇਰੇ ਜ਼ਰੂਰਤ ਹੈ। ਸਾਡੀਆਂ ਸਰਕਾਰਾਂ ਨੇ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ, ਪਰੰਤੂ ਹੁਣ ਪ੍ਰਾਈਵੇਟਾਈਜੇਸ਼ਨ ਦੇ ਦੌਰ ਦੇ ਵਿੱਚ ਨਿੱਜੀ ਜਿਹੜਾ ਸਾਡਾ ਨਿੱਜੀਕਰਨ ਹੋਇਆ, ਉਸ ਦੌਰ ਦੇ ਵਿੱਚ ਜਿਹੋ ਜਿਹੇ ਸਾਡੇ ਐਵਨਿਊਜ਼ ਅੱਗੇ ਪੈਦਾ ਹੋ ਰਹੇ ਨੇ, ਜਿਵੇਂ ਮੈਂ ਗੱਲ ਕੀਤੀ ਸੀ ਮੀਡੀਆ ਦੇ ਵਿੱਚ ਗੱਲ ਕੀਤੀ ਸੀ, ਕਾਲ ਸੈਂਟਰਸ ਦੀ ਗੱਲ ਕੀਤੀ ਸੀ, ਪ੍ਰੋਡਕਟਸ ਦੇ ਲਿਟਰੇਚਰ ਦੀ ਗੱਲ ਕੀਤੀ ਸੀ, ਉਹ ਪੈਦਾ ਕਰਨ ਵਾਸਤੇ ਉਧਰਲੇ ਪਾਸੇ ਜਿਹੜੇ ਐਵਨਿਊਜ਼ ਨੇ ਉਹਨਾਂ ਵਾਸਤੇ ਦੇਖੋ ਇੱਕ ਸਧਾਰਨ MA ਪਾਸ ਕੀਤਾ ਵਿਅਕਤੀ ਜਿਹੜਾ ਵਾ ਉਹ ਸਮਰੱਥ ਮੈਂ ਸਮਝਦਾ ਕਿ ਨਹੀਂ ਬਣ ਸਕਦਾ। ਜਿੰਨੇ ਵੀ ਸਾਡੇ ਕੋਲ ਇਸੇ ਪ੍ਰਸ਼ਨ ਹੋਰ ਵੀ ਮੈਂ ਜਿਹੜਾ ਵਾ ਟੈਕਸਟ ਮੈਸੇਜ ਜਿਹੜੇ ਆ ਦੇਖ ਰਿਹਾ ਸੀ ਕਿ MA ਪੜ੍ਹਨ ਤੋਂ ਬਾਅਦ ਜਿਹੜੀ ਬੇਰੁਜ਼ਗਾਰੀ ਦੀ ਜਿਹੜੀ ਸਥਿਤੀ ਹੈ, MA ਕਰਨ ਤੋਂ ਕਰਨਾ ਜਿਹੜਾ ਵਾ ਉਹ ਜਿਹੜਾ ਵਾ ਮੈਂ ਸਮਝਦਾ ਕਿ MA ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਸਿਰਫ MA ਕਰਕੇ ਰੁਜ਼ਗਾਰ ਅਸੀਂ ਪ੍ਰਾਪਤ ਕਰ ਸਕੀਏ। MA ਦੇ ਨਾਲ ਜਿਹੜਾ B.Ed ਜੇ ਅਧਿਆਪਨ ਵੱਲ ਵੀ ਜਾਣਾ ਹੈ ਤੇ B.Ed ਤੋਂ ਬਾਅਦ ਅੱਗੇ ਸਰਕਾਰਾਂ ਨੇ ਟੈਟ ਦੇ ਕੋਰਸ ਲਗਾਏ ਹੋਏ ਨੇ, ਔਰ ਜੇ ਤੁਸੀਂ ਕਾਲਜ ਦੇ ਵਿੱਚ ਜਾਣਾ ਹੈ ਤਾਂ ਉਹਦੇ ਵਾਸਤੇ ਨੈਟ ਪਾਸ ਜ਼ਰੂਰੀ ਹੈ, ਨੈਟ ਤੋਂ ਅੱਗੇ PhD ਦੀਆਂ ਸ਼ਰਤਾਂ ਜਿਹੜੀਆਂ UC ਦੁਆਰਾ ਜਿਹੜੀਆਂ ਲਗਾਈਆਂ ਗਈਆਂ ਨੇ। ਸੋ ਇਹ ਜਿਹੜੇ ਇਸ ਦੇ ਨਾਲ ਨਾਲ ਹੋਰ ਕੋਰਸ ਕਰਨ ਦੀ ਜਿਹੜੀ ਹੈ ਜ਼ਰੂਰਤ ਨਹੀਂ ਹੈ। ਮੈਂ ਸਮਝਦਾ ਹਾਂ ਕਿ ਸਾਨੂੰ ਕਿੱਤਾ ਮੁਖੀ ਕੋਰਸ ਜਿਹੜੇ ਦੂਸਰੇ ਐਵਨਿਊਜ਼ ਬਣੇ ਨੇ ਖਾਸ ਤੌਰ ਦੇ ਉੱਪਰ ਜਿਹੜੇ ਆ ਉਹ ਵੀ ਉਸ ਤਰ੍ਹਾਂ ਦੇ ਕੋਰਸ ਜਿਹੜੇ ਆ ਟ੍ਰਾਂਸਲੇਸ਼ਨ ਦੇ ਕੋਰਸ ਜਿਹੜੇ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸ਼ੁਰੂ ਵੀ ਕੀਤਾ ਹੈ। ਇਸ ਸਾਲ ਤੋਂ ਟ੍ਰਾਂਸਲੇਸ਼ਨ ਦਾ ਕੋਰਸ ਜਿਹੜਾ ਵਾ 1 ਸਾਲ ਦਾ ਜਿਹੜਾ ਵਾ ਕੋਰਸ ਕੀਤਾ ਕਿ ਉਹ ਜਿਹੜਾ ਵਾ ਟ੍ਰਾਂਸਲੇਸ਼ਨ ਦੇ ਨਾਲ ਜੁੜ ਕੇ ਦੋ ਮਲਟੀਲਿੰਗੁਅਲ ਸਮੱਸਿਆ ਜਿਹੜੀ ਆ ਸਿੱਖ ਸਕੇ, ਜਿਹੜੀ ਮੀਡੀਆ ਦੀ ਜ਼ਰੂਰਤ ਹੈ, ਵਰਤਮਾਨ ਸਮੇਂ ਦੀ ਜਿਹੜੀ ਆ ਜ਼ਰੂਰਤ ਹੈ। ਮੈਂ ਸਮਝਦਾ ਕਿ ਜਿਹੜੀਆਂ ਸਾਡੇ ਕਿੱਤਾ ਮੁਖੀ ਜਿਹੜੇ ਕੋਰਸਸ ਨੇ ਉਹ ਕੁਝ ਨਵੇਂ ਜਿਹੜੇ ਸਾਧਨ ਨੇ ਉਹ ਜਿਹੜੇ ਉਪਲਬਧ ਹੋ ਰਹੇ ਸਾਨੂੰ, ਉਹਨਾਂ ਵਿੱਚ ਨੌਕਰੀ ਜਾਂ ਰੁਜ਼ਗਾਰ ਜਿਹੜਾ ਵਾ ਪ੍ਰਾਪਤ ਕਰਨ ਵਾਸਤੇ ਸਹਾਈ ਜਿਹੜੇ ਆ ਹੋ ਸਕਦੇ। ਹਾਂਜੀ ਮਨਦੀਪ, ਅਗਲਾ ਸਵਾਲ। सर अपनी वीडियो ऑन ऑफ करियो, दिक्कत आ रही है थोड़ा। हाँ जी आ रही है जी। हेलो, हाँ जी हूँ ठीक है सर, हूँ ठीक है। हाँ जी मनदीप, अगला सवाल। हाँ जी सर, बहुत ही खूबसूरत अंदाज से ज्ञान भरपूर ढंग नाल तुसीं जवाब दिता सर। मेरी टैक्नीकल टीम नू बेनती है कि पहला वीडियोज ऑन करवा के एक यादगारी तस्वीर जिहड़ी ओ लै लई जावे। हाँ जी भाटिया सर, तस्वीर यादगारी तस्वीर ले ली जावे सर, वीडियोस ऑन करवा के। जी मैम ऑलरेडी कर रहे हैं, अब मैम हजे ऑन कर रहे हैं सारे, तो 1 मिनट वेट कर लीजिए। हाँ जी चलो, कर लीजिए। उन्नी देर मैं अपने विभाग के मुखी प्रोफेसर नवरूप जी नू बेनती करदी हां कि वो मंगाबासी सर नू कोई सवाल करना चाहते हैं। मैम अपना सवाल रखो जी। हाँ जी, मेरा सवाल है जी मंगाबासी जी नू। ਉਹਨਾਂ ਨੇ ਗੱਲ ਕੀਤੀ ਸੀਗੀ ਕਿ ਜਿਹੜੇ ਅਸੀਂ ਸੰਵਾਦ ਸਿਰਜ ਰਹੇ ਆ, ਸੰਵਾਦ ਤੱਕ ਸੀਮਤ ਨਾ ਰਹਿ ਜਾਈਏ। ਵੀ ਉਹਨਾਂ ਨੇ ਗੱਲ ਕੀਤੀ ਸੀ ਵੀ ਇਸ ਤੋਂ ਅੱਗੇ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਤੇ ਬਹੁਤ ਸਾਰੇ ਸਵਾਲ ਆ ਰਹੇ ਆ ਮੰਗਲਵਾਸੀ ਜੀ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਜਾ ਰਹੀ ਹੈ ਤਾਂ ਉਹਦੇ ਵਿੱਚ ਇਹ ਹੈ ਕਿ ਸਾਰੇ ਪੁੱਛ ਰਹੇ ਨੇ ਕਿ ਤੁਹਾਡੇ ਉੱਥੇ ਵੀ ਜਿਹੜੀਆਂ ਕਾਨਫਰੰਸਾਂ ਹੋ ਰਹੀਆਂ ਨੇ, ਸੈਮੀਨਾਰ ਹੋ ਰਹੇ ਨੇ, ਉਹਨਾਂ ਵਿੱਚ ਸੰਵਾਦ ਹੀ ਸਿਰਜੇ ਜਾ ਰਹੇ ਨੇ, ਤਾਂ ਉੱਥੇ ਵੀ ਕੋਈ ਵੱਧ ਕੋਸ਼ਿਸ਼ ਹੋ ਰਹੀ ਹੈ? ਜਾਂ ਜਿਹੜੇ ਲੋਕ ਇੱਥੋਂ ਜਾਣਾ ਚਾਹੁੰਦੇ ਆ ਬੱਚੇ ਉੱਧਰ, ਜਿਨ੍ਹਾਂ ਦੇ ਮਨਾਂ 'ਚ ਹੈਗਾ ਕਿ ਅਸੀਂ ਉੱਧਰ ਜਾ ਕੇ ਸੈਟਲ ਹੋਈਏ, ਪੰਜਾਬੀ ਭਾਸ਼ਾ ਦਾ ਕੀ ਭਵਿੱਖ ਹੈ, ਤੇ ਤੁਹਾਡੀਆਂ ਸੰਸਥਾਵਾਂ ਤੇ ਤੁਸੀਂ ਸਾਰੇ ਉਹਦੇ ਲਈ ਕਿਹੋ ਜਿਹੇ ਯਤਨ ਕਰ ਰਹੇ ਹੋ? ਜਿੱਥੋਂ ਤੱਕ ਪੰਜਾਬੀ ਸੰਸਥਾਵਾਂ ਦੀ ਗੱਲ ਹੈਗੀ ਆ, ਹਰ ਖੇਤਰ ਦੇ ਵਿੱਚ, ਜਿਵੇਂ ਕਿ ਈਸਟ ਟੂ ਵੈਸਟ, ਹਰ ਸ਼ਹਿਰ, ਵੱਡੇ ਸ਼ਹਿਰਾਂ ਦੇ ਵਿੱਚ, ਕੈਨੇਡਾ ਦੇ ਵਿੱਚ ਪੰਜਾਬੀ ਲਿਟਰੇਰੀ ਸਭਾਵਾਂ ਬਣੀਆਂ ਹੋਈਆਂ ਨੇ ਤੇ ਉਹ ਆਪੋ ਆਪਣੇ ਫੀਲਡ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ। ਤੇ ਜਿੱਥੋਂ ਤੱਕ ਮੈਂ ਪਹਿਲਾਂ ਵੀ ਇਹ ਮੈਂਸ਼ਨ ਕੀਤਾ ਸੀ ਕਿ ਅਸਲ ਵਿੱਚ ਪੰਜਾਬੀ ਦਾ ਜਿਹੜਾ ਸੋਰਸ, ਮੇਨ ਸਰੋਤ ਆ, ਉਹ ਤੇ ਪੰਜਾਬ ਹੀ ਹੈਗਾ। ਬੱਚੇ ਸਾਡੇ ਜਿੰਨਾ ਮਰਜੀ ਕੈਨੇਡਾ ਦੇ ਵਿੱਚ ਆ ਕੇ ਪੰਜਾਬੀ, ਮਤਲਬ ਕੈਨੇਡੀਅਨ ਬੋਰਨ ਬੱਚੇ ਕੈਨੇਡਾ ਵਿੱਚ ਰਹਿ ਕੇ ਪੰਜਾਬੀ ਜਿੰਨੀ ਮਰਜੀ ਪੜ੍ਹ ਲੈਣ, ਪਰ ਉਹ ਪੰਜਾਬੀ ਫਿਰ ਵੀ
ਆਪਣੇ ਪੰਜਾਬੀਆਂ ਵਰਗੀ, ਜੋ ਪੰਜਾਬ 'ਚ ਬੋਰਨ ਹੋਏ ਉਹਨਾਂ ਵਰਗੀ ਉਹ ਪੰਜਾਬੀ ਨਹੀਂ ਬੋਲ ਸਕਣਗੇ, ਉਹ ਕੈਨੇਡੀਅਨ ਪੰਜਾਬੀ ਹੀ ਬੋਲਣਗੇ। ਸੋ ਦੂਸਰੀ ਗੱਲ ਇਹ ਆ ਕਿ ਪੰਜਾਬੀ ਦਾ ਭਵਿੱਖ ਜਿਹੜਾ ਆ, ਅਗਰ ਜੇ ਪੰਜਾਬ ਦੇ ਵਿੱਚ, ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਜਾਬੀ ਪ੍ਰਤੀ ਵੱਧ ਤੋਂ ਵੱਧ ਸੀਰੀਅਸਨੈਸ ਦਿਖਾਈ ਜਾਵੇ, ਜਿਵੇਂ ਕਿ ਆਪਣੇ ਕਲਚਰ ਦੇ ਵਿੱਚ ਬਦਲਾਅ ਆ ਰਿਹਾ, ਆਪਣੇ ਪੰਜਾਬੀ ਦੇ ਧਰਾਤਲ ਸੱਭਿਆਚਾਰ ਦੇ ਵਿੱਚ ਬਦਲਾਅ ਆ ਰਿਹਾ, ਉਹਦੇ ਨੈਗੇਟਿਵ ਜਿਹੜੇ ਇਫੈਕਟ ਹੈਗੇ ਆ ਉਹ ਆਲ ਓਵਰ ਪੈ ਰਹੇ ਆ। ਅਸੀਂ ਬਾਹਰ ਬੈਠੇ ਵੀ ਮਹਿਸੂਸ ਕਰ ਰਹੇ ਹਾਂ, ਜਿਵੇਂ ਕਿ ਗਾਣੇ ਅੱਜ ਕੱਲ ਹਥਿਆਰਾਂ ਵਾਲੇ ਆ ਤੇ ਨਸ਼ਿਆਂ ਨੂੰ ਪ੍ਰਮੋਟ ਕਰ ਰਹੇ ਆ, ਉਹਨਾਂ ਦਾ ਇਫੈਕਟ ਜੋ ਪੈ ਰਿਹਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤਾ ਬ੍ਰਾਈਟ ਫਿਊਚਰ ਨਹੀਂ ਲੱਗਦਾ। ਦੂਸਰੀ ਗੱਲ ਹੈ ਕਿ ਪੰਜਾਬ ਜਿਹੜਾ ਕਿ ਇੱਕ ਵੱਡੀ ਝੀਲ ਆ, ਜਿੱਥੋਂ ਮਤਲਬ ਪੰਜਾਬੀ ਦਰਿਆ ਨਿਕਲਦੇ ਆ ਅਤੇ ਦੁਨੀਆ ਦੇ ਵੱਖਰੇ ਦਿਸ਼ਾਵਾਂ ਵੱਲ ਨੂੰ ਜਾ ਰਹੇ ਆ, ਉੱਥੇ ਵੀ ਅੱਜ ਕੱਲ ਜੋ ਮਾਪੇ ਹੈਗੇ ਆ ਉਹ ਪੰਜਾਬੀ ਨਾਲੋਂ ਅੰਗਰੇਜ਼ੀ ਨੂੰ ਤਰਜੀਹ ਦੇ ਰਹੇ ਆ। ਬੱਚਿਆਂ ਅੱਜ ਕੱਲ ਅਸੀਂ ਦੇਖਦੇ ਆ ਕਿ ਇਹਨਾਂ ਪਿੰਡਾਂ ਦੇ ਵਿੱਚ ਵੀ, ਜਦੋਂ ਮੈਂ ਮਤਲਬ ਪਿਛਲੇ ਸਾਲ ਵਾਪਸ ਗਿਆ, ਪਿੰਡਾਂ ਦੇ ਵਿੱਚ ਅੱਜ ਕੱਲ 25% ਲੋਕ ਜਿਹੜੇ ਹੈਗੇ ਆ, 25% ਕਨਵਰਸੇਸ਼ਨ ਦੇ ਵਿੱਚ ਪੰਜਾਬੀ ਦੇ ਵਰਡ ਯੂਜ਼ ਕਰ ਰਹੇ ਆ, ਜਿਹੜੇ ਕਿ ਜਦੋਂ ਮੈਂ ਕਾਲਜ ਜਾਂਦਾ ਸੀ ਤੇ ਉਦੋਂ ਇਹੋ ਜਿਹੀਆਂ ਗੱਲਾਂ ਨਹੀਂ ਸੀ। ਤੋਂ ਇਸ ਤੋਂ ਲੱਗਦਾ ਤਾਂ ਇਹ ਹੈ ਕਿ ਬਹੁਤਾ ਕੁਝ ਜੋ ਆਪਾਂ ਕਰਦੇ ਉਹ ਮੀਟਿੰਗਾਂ ਤੱਕ ਹੀ ਸੀਮਿਤ ਰਹਿ ਜਾਣ ਦਾ ਖੌਖਲਾ ਹੈਗਾ, ਤੇ ਬਹੁਤੇ ਵਧੀਆ ਜਾਂ ਬਹੁਤੇ ਪੋਜ਼ਿਟਿਵ ਰਿਜ਼ਲਟ ਜਿਹੜੇ ਆਉਣ ਦੀ ਕੋਈ ਸੰਭਾਵਨਾ ਨਹੀਂ ਕੀਤੀ ਜਾ ਸਕਦੀ। ਸੋ ਇਸ ਪਰ ਦੂਸਰੀ ਗੱਲ ਹੈ ਕਿ ਸਾਨੂੰ ਗਿਵ ਅਪ ਵੀ ਨਹੀਂ ਕਰਨਾ ਚਾਹੀਦਾ, ਹਥਿਆਰ ਵੀ ਨਹੀਂ ਸੁੱਟਣੇ ਚਾਹੀਦੇ, ਸਟਰਗਲ ਕਰਨੀ ਰੈਗੂਲਰ ਕਰਦੇ ਰਹਿਣਾ ਚਾਹੀਦਾ। ਜ਼ਰੂਰ ਇੱਕ ਦਿਨ ਸਾਡੇ ਸੁਪਨਿਆਂ ਨੂੰ ਔਰ ਪੰਜਾਬੀ ਮਾਂ ਬੋਲੀ ਦਾ ਜੋ ਵਿਰਸਾ ਆ ਤੇ ਉਹਨੂੰ ਜ਼ਰੂਰ ਬੂਰ ਪਵੇਗਾ ਔਰ ਸਾਡੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਸ਼ੁਕਰੀਆ ਸਰ। ਅੰਤ ਵਿੱਚ ਮੈਂ ਮੈਡਮ ਪ੍ਰਿੰਸੀਪਲ ਜੀ ਦੀ ਪ੍ਰੇਰਣਾ ਦੇ ਲਈ, ਪ੍ਰੋਫੈਸਰ ਨਵਰੂਪ ਜੀ ਦੇ ਦਿਸ਼ਾ ਨਿਰਦੇਸ਼ ਦੇ ਲਈ, ਮੈਡਮ ਕੁਲਜੀਤ, ਮੈਡਮ ਵੀਨਾ, ਸਤਿੰਦਰ ਮੈਡਮ, ਡਾਕਟਰ ਸੰਦੀਪ, ਆਪਣੇ ਸਾਰੇ ਟੀਚਰਸ ਦੇ ਸਹਿਯੋਗ ਦੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਕਰਦੀ ਹਾਂ। ਡਾਕਟਰ ਦਰਿਆ ਜੀ, ਮੰਗਾ ਬਾਸੀ ਜੀ, ਡਾਕਟਰ ਪ੍ਰਵੀਨ ਜੀ, ਆਪ ਸਭ ਜੀ ਦਾ ਤਹਿ ਦਿਲ ਤੋਂ ਧੰਨਵਾਦ ਸਰ। ਹੁਣ ਮੈਂ ਆਪਣੇ ਵਿਭਾਗ ਦੇ ਡਾਕਟਰ ਮੈਡਮ ਕੁਲਜੀਤ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਰਸਮੀ ਤੌਰ ਤੇ ਸਾਡੇ ਆਏ ਹੋਏ ਮਹਿਮਾਨਾਂ ਦਾ ਤੇ ਸਾਡੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਨ। ਮੈਡਮ ਕੁਲਜੀਤ ਜੀ। ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ, ਇਸ ਵਿੱਚ ਕੱਟ ਤਕਰੀਰਾਂ, ਮਾਂ ਬੋਲੀ ਦਾ ਪੱਲਾ ਫੜ ਲੈ ਬਣ ਜਾਵਣ ਤਕਰੀਰਾਂ, ਆਪਣੀ ਬੋਲੀ ਆਪਣੀ ਧਰਤੀ ਛੱਡਿਆ ਕੁਝ ਨਹੀਂ ਰਹਿਣਾ, ਕੁਦਰਤ ਮਾਫ ਕਦੇ ਨਹੀਂ ਕਰਦੀ ਸਾਡੀਆਂ ਇਹ ਤਕਸੀਰਾਂ, ਸਾਡੀਆਂ ਗਲਤੀਆਂ ਕੁਦਰਤ ਮਾਫ ਨਹੀਂ ਕਰਦੀ, ਜਿਵੇਂ COVID-19 ਗਲਤੀਆਂ ਨੂੰ ਮਾਫ ਨਹੀਂ ਕਰਦਾ। ਤੇ ਆਪਣੀ ਭਾਸ਼ਾ ਨੂੰ ਬਚਾਉਣ ਲਈ ਵੀ ਅਸੀਂ ਅਜਿਹੇ ਯਤਨ ਕਰੀਏ ਕਿ ਅਸੀਂ ਕੋਈ ਇਹੋ ਜਿਹੀ ਭੁੱਲ ਨਾ ਕਰੀਏ ਕਿ ਸਾਨੂੰ ਬਚਾਉਣਾ ਪਵੇ। ਅੱਜ ਦੇ ਸਾਡੇ ਤਿੰਨੋਂ ਮਹਿਮਾਨ ਰਿਸੋਰਸ ਪਰਸਨ ਸਨ, ਜਿਨ੍ਹਾਂ ਦੀ ਜਿਹੜੀ ਸਾਡੀ ਜਾਣਕਾਰੀ ਸੀ ਬੱਚੇ ਅੰਦਾਜ਼ ਦੇ ਵਿੱਚ ਉਹਨਾਂ ਨੇ ਆਪਣੀ ਜਾਣਕਾਰੀ ਆਪਣੇ ਡਾਕਟਰ ਦਰਿਆ ਜਿਹੜੇ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਾਡੇ ਨਾਲ ਜੁੜੇ ਸਨ। ਉਹਨਾਂ ਨੇ ਆਪਣੇ ਵਿਚਾਰਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਵਿਚਾਰ ਦੀਆਂ ਸੰਭਾਵਨਾਵਾਂ ਨੂੰ ਬਹੁਤ ਹੀ ਪੋਜ਼ਿਟਿਵ, ਬੜਾ ਸਕਾਰਾਤਮਕ ਨਜ਼ਰੀਏ ਨਾਲ ਦੇਖਿਆ। ਬੇਸ਼ੱਕ ਕਿਤੇ ਨਿਰਾਸ਼ਾ ਨਜ਼ਰ ਆਉਂਦੀ ਹੈ, ਪਰ ਉਹਨਾਂ ਨੇ ਸਾਨੂੰ ਇਸ ਵਿਸ਼ੇ ਦੇ ਵਿੱਚ ਨਿਰੰਤਰ ਸਫ਼ਰ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਪ੍ਰਸ਼ਾਸਨਿਕ ਤੇ ਜਿਹੜੀਆਂ ਬਹੁਰਾਸ਼ਟਰੀ ਕੰਪਨੀਆਂ ਨੇ ਜਾਂ ਸਾਡੇ ਜਿਹੜੇ ਹੋਰ ਮਹਿਕਮੇ ਆ ਜਿਨ੍ਹਾਂ ਦੇ ਵਿੱਚ ਪੰਜਾਬੀ ਦਾ ਸੁਨਹਿਰਾ ਦੇ ਬਾਰੇ ਸਾਨੂੰ ਦੱਸਿਆ। ਮੈਂ ਧੰਨਵਾਦ ਕਰਦੀ ਹਾਂ ਡਾਕਟਰ ਦਰਿਆ ਜੀ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਲੈ ਕੇ ਸਾਡੇ ਨਾਲ ਆਪਣੇ ਬਹੁਤ ਹੀ ਪਾਰੂ ਵਿਚਾਰ ਸਾਂਝੇ ਕੀਤੇ। ਸਾਡੇ ਦੂਜੇ ਮਹਿਮਾਨ ਜਿਹੜੇ ਕਿ ਕੈਨੇਡਾ ਤੋਂ, ਵੈਨਕੂਵਰ ਤੋਂ ਸਾਡੇ ਨਾਲ ਜੁੜੇ ਔਰ ਜਿਹੜੇ ਪੰਜਾਬੀ ਭਾਸ਼ਾ ਨੂੰ, ਪੰਜਾਬੀ ਸਾਹਿਤ ਨੂੰ ਵਿਦੇਸ਼ ਦੀ ਧਰਤੀ ਦੇ ਵਿੱਚ ਇਸ ਤਰ੍ਹਾਂ ਹੀ ਉਸ ਦਾ ਭਵਿੱਖ ਜਿਹੜਾ ਉਸਦੀ ਸਿਰਜਣਾ ਕਰ ਰਹੇ ਨੇ। ਔਰ ਅਜਿਹੇ ਸਾਡੇ ਵਿਦਵਾਨਾਂ ਦੇ ਨਾਲ ਹੀ ਪੰਜਾਬੀ ਭਾਸ਼ਾ ਦੇਸ਼ਾਂ ਦੀ ਧਰਤੀ ਉੱਪਰ ਵੀ ਅੱਜ ਤੱਕ ਆਪਣਾ ਮੁਕਾਮ ਜਿਹੜਾ ਵਧੀਆ ਬਣਾ ਰਹੀ ਹੈ ਔਰ ਬਣਾਉਂਦੀ ਰਹੀ। ਮੰਗਾ ਬਾਸੀ ਜੀ ਦਾ ਵੀ ਮੈਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਇਸ ਵੇਲੇ ਕੈਨੇਡਾ ਦੇ ਵਿੱਚ ਰਾਤ ਸਮੇਂ ਆਪਣੀ ਨੀਂਦ ਵਿਘਨ ਪਾ ਕੇ ਸਾਡੇ ਨਾਲ ਜੁੜੇ ਨੇ ਔਰ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਬਾਰੇ, ਚੁਣੌਤੀਆਂ ਬਾਰੇ ਤੇ ਕੈਨੇਡਾ ਦੇ ਵਿੱਚ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ। ਮੈਂ ਉਹਨਾਂ ਦਾ ਤਹਿ ਦਿਲੋਂ ਸਮੁੱਚੇ ਪੰਜਾਬੀ ਵਿਭਾਗ ਵੱਲੋਂ ਤੇ HMB ਵੱਲੋਂ ਧੰਨਵਾਦ ਕਰਦੀ ਹਾਂ। ਸਾਡੇ ਤੀਜੇ ਮਹਿਮਾਨ ਜਿਹੜੇ ਕਿ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਾਡੇ ਨਾਲ ਜੁੜੇ ਡਾਕਟਰ ਪ੍ਰਵੀਨ ਜੀ, ਉਹਨਾਂ ਦਾ ਬਹੁਤ ਸ਼ੁਕਰੀਆ। ਉਹਨਾਂ ਨੇ ਸਰਕਾਰੀ ਨੀਤੀਆਂ ਦੀ ਗੱਲ ਵੀ ਕੀਤੀ, ਉਹਨਾਂ ਨੇ ਪੰਜਾਬੀ ਭਾਸ਼ਾ ਦੇ ਇਤਿਹਾਸਕ ਪਰਿਪੇਖ ਦੀ ਗੱਲ ਕੀਤੀ,
ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਵੀ ਸਾਨੂੰ ਸੰਕੇਤ ਕੀਤੇ ਤੇ ਉਹਨਾਂ ਨੇ ਵਰਤਮਾਨ ਸਮੇਂ ਜੋ ਸਾਡੇ ਪੰਜਾਬੀ ਪਾੜਿਆਂ ਨੂੰ ਜੋ ਸਮੱਸਿਆਵਾਂ ਆ ਰਹੀਆਂ ਨੇ ਉਹਦੇ ਬਾਰੇ ਵੀ ਬੜੀਆਂ ਬੇਬਾਕ ਗੱਲਾਂ ਕੀਤੀਆਂ। ਮੈਂ ਡਾਕਟਰ ਪ੍ਰਵੀਨ ਕੁਮਾਰ ਜੀ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਬਹੁਤ ਵਿਦਵਤਾ ਭਰਪੂਰ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਸਾਰੇ ਇਸ ਸਿਲਸਿਲੇ ਨੂੰ ਜਾਰੀ ਰੱਖਣ ਵਾਸਤੇ ਸਾਡੇ IQAC ਟੀਮ ਜਿਨ੍ਹਾਂ ਦੇ ਨਿਰਦੇਸ਼ਨ ਦੇ ਅਧੀਨ ਅਸੀਂ ਕੰਮ ਕਰ ਰਹੇ ਹਾਂ, ਮੈਡਮ ਕਮਲਦੀਪ ਦੇ ਕੋਆਰਡੀਨੇਟਰ ਤੇ ਬਾਕੀ ਸਾਰੀ ਟੀਮ ਦਾ ਧੰਨਵਾਦ। ਮੈਡਮ ਪ੍ਰਿੰਸੀਪਲ ਦਾ ਧੰਨਵਾਦ ਕੀਤੇ ਬਗੈਰ ਅਸੀਂ ਨਹੀਂ ਰਹਿ ਸਕਦੇ। ਮੈਡਮ ਪ੍ਰਿੰਸੀਪਲ ਡਾਕਟਰ ਜਸਲੀਨ ਜਿਹੜੇ ਹਮੇਸ਼ਾ ਪੰਜਾਬੀ ਭਾਸ਼ਾ ਲਈ ਵਚਨਬੱਧ ਨੇ ਇਸ ਦੇ ਵਿਕਾਸ ਲਈ, ਉਹਨਾਂ ਦੀ ਰਹਿਨੁਮਾਈ 'ਚ ਅੱਜ ਦਾ ਸੈਮੀਨਾਰ ਅਸੀਂ ਵੈਬੀਨਾਰ ਖਤਮ ਕੀਤਾ, ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਔਰ ਸ਼ੁਕਰੀਆ ਕਰਦੀ ਹਾਂ ਮੈਂ ਆਪਣੀ ਸਮੁੱਚੀ ਮਲਟੀਮੀਡੀਆ ਟੀਮ ਦਾ, ਡਾਕਟਰ ਜਗਜੀਤ ਭਾਟੀਆ ਦੀ ਅਗਵਾਈ ਦੇ ਵਿੱਚ ਜਿੰਨੇ ਦੇ ਮੈਂਬਰ ਨਾਲ ਸਾਡੇ ਡਾਕਟਰ ਜੀ ਔਰ ਹੋਰ ਮੈਂਬਰ ਸਾਡੇ ਨਾਲ ਜੀ ਜਿਨ੍ਹਾਂ ਨੇ ਸਾਡੀ ਇਹਦੇ ਵਿੱਚ ਸਾਰੀ ਮਦਦ ਕੀਤੀ, ਉਹਨਾਂ ਦਾ ਸ਼ੁਕਰੀਆ। ਇਸ ਤਰ੍ਹਾਂ ਜਿਹੜਾ COVID-19 ਦੇ ਦੌਰ ਦੇ ਵਿੱਚ ਅਸੀਂ ਇੱਕ ਸੰਵਾਦ ਰਚਾਇਆ, ਵੱਖ-ਵੱਖ ਸ਼ਹਿਰਾਂ ਤੋਂ ਇਕੱਠੇ ਮਿਲ ਕੇ ਅਸੀਂ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਉੱਪਰ ਚਿੰਤਨ ਕੀਤਾ। ਉਮੀਦ ਕਰਦੀ ਹਾਂ ਜਿਹੜੇ ਰਿਸਰਚ ਫੈਲੋ ਸਾਡੇ ਨਾਲ ਆਨਲਾਈਨ ਜੁੜੇ ਸੀ ਉਹਨਾਂ ਸਾਰਿਆਂ ਨੇ ਵੀ ਇਹਦਾ ਬਹੁਤ ਲਾਹਾ ਲਿਆ ਹੋਏਗਾ। ਸਾਡੀ ਕਾਲਜ ਦੇ ਜਿਹੜੇ ਸਮੁੱਚਾ ਸਟਾਫ ਜਿਹੜਾ ਇਸ ਨੂੰ ਮੰਨ ਰਿਹਾ ਸੀ, ਸੁਣ ਰਿਹਾ ਸੀ, ਉਹਨਾਂ ਨੂੰ ਇਸ ਦਾ ਬਹੁਤ ਲਾਭ ਹੋਇਆ ਹੋਏਗਾ। ਔਰ ਮੈਡਮ ਨਵਰੂਪ ਜਿਹੜੇ ਕਿ ਖੁਦ ਬਹੁਤ ਅੱਛੇ ਲੇਖਕਾਂ ਨੇ ਔਰ ਬਹੁਤ ਹਮੇਸ਼ਾ ਸਾਡੀ ਅਗਵਾਈ ਕਰਦੇ ਨੇ, ਉਹਨਾਂ ਦਾ ਵੀ ਸ਼ੁਕਰੀਆ ਕਿ ਵਿਭਾਗ ਦੇ ਵਿੱਚ ਸਾਨੂੰ ਅਜਿਹੇ ਯਤਨ ਕਰਨ ਵਾਸਤੇ ਹਮੇਸ਼ਾ ਗਤੀਸ਼ੀਲ ਰਹਿਣ ਦੀ ਪ੍ਰੇਰਨਾ ਦਿੰਦੇ ਨੇ। ਸਮੁੱਚੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ, ਮਹਿਮਾਨਾਂ ਦਾ, ਵਿਦਵਾਨਾਂ ਦਾ ਇੱਕ ਵਾਰ ਬਹੁਤ ਬਹੁਤ ਧੰਨਵਾਦ। ਸ਼ਾਲਾ ਇਹ ਕਾਫਲਾ ਚੱਲਦਾ ਰਹੇ ਤੇ ਪੰਜਾਬੀ ਮਾਂ ਬੋਲੀ ਤਰੱਕੀ ਦੀਆਂ ਪੌੜੀਆਂ ਚੜ੍ਹਦੀ ਰਹੇ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਇੱਕ ਛੋਟੀ ਜਿਹੀ ਅਨਾਉਂਸਮੈਂਟ ਆ, ਜਿਹੜੇ ਪਾਕਿਸਤਾਨ ਨੇ ਆਪਣੀ ਪਾਰਟਿਸਿਪੇਸ਼ਨ ਕਰਵਾਈ ਆ ਉਹਨਾਂ ਨੂੰ ਫੀਡਬੈਕ ਲਿੰਕ ਜਿਹੜਾ ਉਹਨਾਂ ਦੀ ਮੇਲ ਆਈਡੀ ਦੇ ਵਿੱਚ ਭੇਜ ਦਿੱਤਾ ਜਾਵੇ। ਥੈਂਕ ਯੂ। ਸਾਰਿਆਂ ਦਾ ਬਹੁਤ ਹੀ ਸ਼ੁਕਰਾਨਾ। ਸਤਿ ਸ਼੍ਰੀ ਅਕਾਲ। ਫੇਰ ਮਿਲਦੇ ਹਾਂ ਕਿਸੇ ਚੰਗੀ ਆਸ ਉਮੀਦ ਦੇ ਨਾਲ। ਥੈਂਕ ਯੂ। थैंक यू मैडम, थैंक यू वेरी मच, थैंक यू। ਥੈਂਕ ਯੂ ਸਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਰਿਸੋਰਸ ਪਰਸਨਸ ਦਾ ਇੰਨਾ ਟਾਈਮ ਹੰਸਰਾਜ ਮਹਿਲਾ ਮਹਾਵਿਦਿਆਲਾ ਨੂੰ ਦੇਣ ਲਈ। ਸਰ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੇ ਸਰ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਥੈਂਕ ਯੂ। थैंक यू।